ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਗੱਲਬਾਤ ਸੱਭਿਆਚਾਰ ਦੇ ਸਿਧਾਂਤ ਬਾਰੇ ਆ। ਸੱਭਿਆਚਾਰ ਕਿਹਨੂੰ ਆਖਦੇ ਨੇ, ਸੱਭਿਆਚਾਰ ਦਾ ਦਾਇਰਾ ਕੀ ਹੈ, ਉਹਦੀ ਪਛਾਣ ਕੀ ਕਰ ਸਕਦੇ ਹਾਂ, ਉਹਦੇ ਬਾਬਤ ਸੱਭਿਆਚਾਰ ਬਾਰੇ ਜਿਹੜੀ ਗੱਲਬਾਤ ਹੈ ਇਹ ਜਿਹੜੀ ਨਵੇਂ ਰੂਪ ਦੇ ਵਿੱਚ 19ਵੀਂ ਸਦੀ ਵਿੱਚ ਸ਼ੁਰੂ ਹੁੰਦੀ ਹੈ। ਇਦੋਂ ਪਹਿਲਾਂ ਇਹ ਸ਼ਬਦ ਨਹੀਂ ਸੀ ਵਰਤਿਆ ਜਾਂਦਾ, ਇੱਥੇ ਆਪਣੇ ਤਾਂ ਬਿਲਕੁਲ ਨਹੀਂ ਸੀ ਵਰਤਿਆ ਜਾਂਦਾ। ਜਿਵੇਂ ਅਸੀਂ ਵੇਖੀਏ ਤਾਂ ਜਿਹੜੇ ਸਾਡੇ ਪੁਰਾਣੇ ਪਾਠ ਪ੍ਰਵਚਨ ਨੇ, ਚਾਹੇ ਕਿੱਸੇ ਲਾ ਲਓ, ਚਾਹੇ ਗੁਰਬਾਣੀ ਲਾ ਲਓ, ਚਾਹੇ ਵਾਰਾਂ ਲਾ ਲਓ, ਉਹਦੇ ਵਿੱਚ ਕਿਸੇ ਵੀ ਥਾਂ 'ਤੇ ਇਸ ਤਰ੍ਹਾਂ ਦਾ ਸ਼ਬਦ ਨਹੀਂ ਹੈਗਾ, ਹੈ ਨਾ। ਸਦਾਚਾਰ ਹੈ, ਸਚਿਆਰ ਹੈ, ਇਸ ਤਰ੍ਹਾਂ ਦੇ ਲਫ਼ਜ਼ ਤਾਂ ਹਨ, ਅਤੇ ਸੱਭਿਆਚਾਰ ਨਾਂ ਦਾ ਕੋਈ ਲਫ਼ਜ਼ ਹੈ ਨਹੀਂ। ਅਤੇ ਇਸ ਲਈ ਇੱਥੇ ਜਦੋਂ ਸੱਭਿਆਚਾਰ ਨੂੰ ਸਮਝਿਆ ਜਾਂਦਾ ਸੀ ਤਾਂ ਸਾਰਾ ਜੀਵਨ ਹੀ ਜਿਹੜਾ ਕੁੱਲ ਉਹ ਸੱਭਿਆਚਾਰ ਮੰਨਿਆ ਜਾਂਦਾ ਸੀ, ਜਾਂ ਸੱਭਿਆਚਾਰ ਨਾਂ ਦਾ ਜਿਹੜਾ ਸਾਰਾ ਸੰਕਲਪ ਸੀ ਉਹ ਧਰਮ ਦੇ ਤਹਿਤ ਆ ਜਾਂਦਾ ਸੀ, ਇੱਦਾਂ ਸੀ। ਅਤੇ ਹੁਣ ਜਦੋਂ ਇਹ ਨਵੀਂ ਵਿੱਦਿਆ ਸ਼ੁਰੂ ਹੋਈ, ਨਵੀਂ ਵਿੱਦਿਆ ਸ਼ੁਰੂ ਹੋਣ ਦੇ ਨਾਲ ਨਾਲ ਜਿਹੜੇ ਪਾਠਕ੍ਰਮ ਨੇ ਉਹ ਵੀ ਬਾਹਰੋਂ ਦੂਜਿਆਂ ਦੇਸ਼ਾਂ ਤੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੰਗਰੇਜ਼ੀ ਹਿੰਦੀ, ਚਾਹੇ ਅੰਗਰੇਜ਼ੀ ਪੰਜਾਬੀ ਰਾਹੀਂ ਹੁੰਦੇ ਹੋਏ ਆਏ। ਤਾਂ ਜਿਹੜੇ ਸੱਭਿਆਚਾਰ ਬਾਰੇ ਸਮਾਜ ਵਿਗਿਆਨੀਆਂ ਦੀ ਰਾਏ ਸੀ, ਜਾਂ ਉੱਧਰ ਜਿਵੇਂ ਪੜ੍ਹਾਇਆ ਜਾਂਦਾ ਸੀ, ਤਾਂ ਉਹ ਇੱਥੇ ਆਇਆ ਸ਼ਬਦ। ਤਾਂ ਉਹ ਸ਼ਬਦ ਜਦ ਆਇਆ ਤਾਂ ਫਿਰ ਉਹਦੇ ਬਾਰੇ ਸੋਚਣਾ ਕਰਨਾ ਸ਼ੁਰੂ ਹੋਇਆ। ਹੁਣ ਤਾਂ ਮੁਕੰਮਲ ਰੂਪ ਦੇ ਵਿੱਚ ਤੁਹਾਡੇ ਧਰਮ ਦੇ ਵਿੱਚ ਵੀ ਅਤੇ ਬੋਲੀਆਂ ਦੇ ਜਿਹੜੇ ਵਿਸ਼ੇ ਨੇ ਉਹਨਾਂ ਵਿੱਚ ਵੀ ਸੱਭਿਆਚਾਰ ਇੱਕ ਵੱਡਾ ਹਿੱਸਾ। ਹੁਣ ਪੰਜਾਬੀ MA ਦੇ ਵਿੱਚ ਸੱਭਿਆਚਾਰ ਬਾਰੇ 1 ਜਾਂ 2 ਪੇਪਰ ਪੱਕੇ ਪੜ੍ਹਾਏ ਜਾਂਦੇ ਨੇ। ਤਾਂ ਇਸ ਤਰੀਕੇ ਹੁਣ ਜਦੋਂ ਦੁਨੀਆ ਦੇ ਵਿੱਚ ਜਿਹੜੀ ਬਾਕੀ ਅਧਿਐਨ ਵੀ ਹੋ ਰਿਹਾ ਤਾਂ ਉਸ ਨੂੰ ਆਖਿਆ ਵੀ ਕਲਚਰਲ ਸਟੱਡੀਜ਼ ਜਾਂਦਾ, ਜਿਹੜੀ ਸਮਾਜ ਵਿਗਿਆਨਾਂ ਨਾਲ ਸੰਬੰਧਿਤ, ਰਾਜਨੀਤੀ ਨਾਲ ਸੰਬੰਧਿਤ, ਮਨੋਵਿਗਿਆਨ ਨਾਲ ਸੰਬੰਧਿਤ, ਇਹ ਜਿਹੜੇ ਸਾਰੇ ਅਧਿਐਨ ਨੇ ਇਹਨਾਂ ਨੂੰ ਕਲਚਰਲ ਸਟੱਡੀਜ਼ ਆਖ ਲਿਆ ਜਾਂਦਾ। ਤਾਂ ਇਸ ਲਈ ਹੁਣ ਇਸ ਘੜੀ ਫਿਰ ਇਹ ਸਮਝਣਾ ਬਹੁਤ ਜ਼ਰੂਰੀ ਆ ਵੀ ਸੱਭਿਆਚਾਰ ਹੁੰਦਾ ਕੀ ਆ, ਕਿਸ ਨੂੰ ਆਖਦੇ ਨੇ। ਅਤੇ ਜਿਹੜੇ ਸਮਾਜ ਸ਼ਾਸਤਰੀ ਨੇ ਉਹ ਇਹ ਆਖਦੇ ਨੇ ਕਿ ਬੰਦੇ ਦੇ ਕੋਲ 2 ਵਾਤਾਵਰਨ ਨੇ। ਇੱਕ ਤਾਂ ਉਹ ਜਿਹੜਾ ਕੁਦਰਤੀ ਵਾਤਾਵਰਨ ਹੈ, ਜੋ ਸਾਨੂੰ ਕੁਦਰਤ ਨੇ ਦਿੱਤਾ ਹੋਇਆ, ਹੈ ਨਾ, ਵੀ ਧਰਤੀ ਹੈ, ਮਿੱਟੀ ਹੈ, ਫੁੱਲ ਬੂਟੇ, ਪਸ਼ੂ ਪੰਛੀ, ਜੰਗਲ, ਹੋਰ ਸਾਰਾ ਕੁਝ। ਅਤੇ ਇੱਕ ਦੂਜਾ ਵਾਤਾਵਰਨ ਉਹ ਹੈ ਜਿਹੜਾ ਮਨੁੱਖ ਨੇ ਆਪ ਘੜਿਆ, ਆਪ ਬਣਾਇਆ, ਜਿਵੇਂ ਬੋਲੀ ਹੋ ਗਈ, ਰਿਸ਼ਤੇ ਹੋ ਗਏ, ਰਾਜਨੀਤੀ ਹੋ ਗਈ, ਸਮਾਜ ਹੋ ਗਿਆ, ਕਿੱਤੇ ਹੋ ਗਏ, ਇਹ ਜਿਹੜਾ ਸਾਰਾ ਕੁਝ ਹੈ ਇੱਕ ਇਹ ਬਣਾਇਆ। ਉਹ ਕਹਿੰਦੇ ਵੀ ਜਿਹੜਾ ਜੀਵਨ ਦਾ ਮੂਲ ਹੈ, ਅਤੇ ਉਹ ਫਿਰ ਇਹ ਸੱਭਿਆਚਾਰ ਬਣਦਾ ਜਿਹੜਾ ਮਨੁੱਖ ਨੇ ਆਪ ਬਣਾਇਆ। ਉਹ ਮਨੁੱਖ ਦੁਆਰਾ ਇਸ ਕੁਦਰਤ ਦੇ ਉੱਤੇ ਉਸਾਰੇ ਹੋਏ ਢਾਂਚੇ ਨੂੰ ਸੱਭਿਆਚਾਰ ਆਖਦੇ ਨੇ। ਨਾ ਜਿਹੜਾ ਅੰਗਰੇਜ਼ੀ ਲਫ਼ਜ਼ ਹੈ ਸਾਡੇ ਕੋਲ ਕਲਚਰ, ਇਹ ਲਤੀਨੀ ਬੋਲੀ ਦਾ ਪਹਿਲਾਂ, ਅਤੇ ਇਹਦਾ ਅਰਥ ਹੈ ਅਸਲੋਂ ਫੈਲਾਅ ਜਾਂ ਵਿਸਥਾਰ, ਜਾਂ ਫਿਰ ਮਤਲਬ ਤਾਜ਼ਾ ਕਰਨਾ ਕਿਸੇ ਚੀਜ਼ ਨੂੰ, ਠੀਕ ਹੈ ਨਾ, ਤਾਜ਼ਾ ਕਰਨਾ, ਅਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਨੂੰ ਤਿੱਖੇ ਕਰਨਾ। ਤਾਂ ਜਦੋਂ ਸੱਭਿਆਚਾਰ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਹੁਣ ਇਹਦੇ ਲਫ਼ਜ਼ ਤੋਂ ਹੀ ਵੇਖੋ ਤੁਸੀਂ ਵੀ ਸੱਭਿਆਚਾਰ, ਹੈ ਨਾ, ਤਾਂ ਇਹ ਕਹਿੰਦੇ ਵੀ ਇਹਦਾ ਮਤਲਬ ਹੈ ਸੱਭਿਆ ਹੋਣਾ। ਤਾਂ ਸੱਭਿਆ ਹੋਣਾ ਤਾਂ ਇੱਕ ਤਰੀਕੇ ਨਾਲ ਇਹ ਐਸੀ ਗੱਲ ਵੀ ਕੁਝ ਅਜਿਹੇ ਸਮਾਜਿਕ ਜਾਂ ਮਨੁੱਖ ਦੁਆਰਾ ਬਣਾਏ ਹੋਏ ਢਾਂਚੇ, ਤੱਤ, ਵਰਤਾਰੇ, ਗੱਲਾਂ ਬਾਤਾਂ, ਉਹ ਜਿਹੜਾ ਬੰਦੇ ਨੂੰ ਸੱਭਿਆ ਬਣਾਉਂਦਾ, ਜਿਹੜਾ ਬੰਦੇ ਨੂੰ ਇੱਕ ਬੰਦੇ ਵਰਗਾ ਬਣਾਉਂਦਾ। ਇਹ ਧਾਰਨਾ ਆਉਂਦੀ ਸਿਰਫ ਉਸੇ ਪਾਸਿਓਂ ਹੈ ਜਿਹੜੇ ਪਾਸੇ ਵਿਗਿਆਨ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਮਨੁੱਖ ਪਹਿਲਾਂ ਪਸ਼ੂ ਸੀ, ਠੀਕ ਹੈ। ਤਾਂ ਉਹ ਇਸੇ ਤਰੀਕੇ ਜਿਹੜਾ ਉਹ ਵਿਕਾਸਵਾਦ ਦਾ ਸਿਧਾਂਤ ਆ ਉਹਦੇ ਤਹਿਤ ਆ ਰਹੀ ਆ ਵੀ ਸੱਭਿਆਚਾਰ ਪੈਦਾ ਹੋਇਆ ਹੌਲੀ ਹੌਲੀ, ਅਤੇ ਉਹਦੇ ਵਿੱਚ ਫਿਰ ਅਗਾਂਹ ਵਿਕਸਿਤ ਹੋ ਕੇ ਸੱਭਿਆਚਾਰ ਨੇ ਅਤੇ ਬੰਦੇ ਨੂੰ ਵਧੀਆ ਬਣਾਉਂਦਾ
ਬਣਾ ਰਿਹਾ ਹਾਂ, ਉਹ ਕਿੰਨਾ ਕੁ ਵਧੀਆ ਬਣਿਆ ਉਹਦੇ ਬਾਰੇ ਆਪਾਂ ਫੇਰ ਗੱਲ ਕਰਦੇ ਹਾਂ। ਤਾਂ ਜਦੋਂ ਅਸੀਂ ਇਹ ਗੱਲ ਵੇਖਦੇ ਹਾਂ ਕਿ ਸੱਭਿਆਚਾਰ ਉਹ ਹੈ ਜਿਹੜਾ ਬੰਦੇ ਨੂੰ ਸੱਭਿਆ ਬਣਾਉਂਦਾ, ਤਾਂ ਜਦੋਂ ਅਸੀਂ ਵੇਖਦੇ ਹਾਂ ਕਿ ਸੱਭਿਆਚਾਰ ਬਾਰੇ ਜਿਹੜਾ ਅਧਿਐਨ ਆ ਉਹ ਤਾਂ ਬੜੀ ਦੇਰੀ ਨਾਲ ਸ਼ੁਰੂ ਹੋਇਆ, ਪਰ ਜਿਹੜੇ ਬੰਦੇ ਨੂੰ ਸੱਭਿਆ ਬਣਾਉਣ ਦੇ ਪੁਰਾਣੇ ਤੋਂ ਪੁਰਾਣੇ ਹਵਾਲੇ ਨੇ ਉਹ ਧਰਮਾਂ 'ਚੋਂ ਮਿਲਦੇ ਨੇ। ਤੁਸੀਂ ਇਸਲਾਮ ਦੇ ਵਿੱਚ ਵੇਖੋ, ਹਜ਼ਰਤ ਮੁਹੰਮਦ ਸਾਹਿਬ ਪਹਿਲੇ ਐਸੇ ਬੰਦੇ ਨੇ ਜਿਨ੍ਹਾਂ ਨੇ ਇੱਕ ਗੁਲਾਮ ਨੂੰ ਆਜ਼ਾਦੀ ਦਿੱਤੀ ਹੈ ਨਾ, ਹਜ਼ਰਤ ਬਿਲਾਲ ਤੋਂ ਅਜ਼ਾਨ ਦਵਾਈ, ਉਹ ਸਾਖੀ ਤੁਹਾਨੂੰ ਯਾਦ ਹੋ। ਤਾਂ ਉਹ ਕੀ ਗੱਲ ਹੈ ਕਿ ਉਹ ਬੰਦਿਆਂ ਨੂੰ ਆਜ਼ਾਦੀ ਵਾਲੇ ਪਾਸੇ, ਬੰਦਿਆਂ ਨੂੰ ਜਿਉਣ ਦੇ, ਸਾਰੇ ਬੰਦਿਆਂ ਨੂੰ ਬਰਾਬਰ ਦੇ ਹੱਕਾਂ ਵਾਲੇ ਪਾਸੇ ਨੂੰ ਧਰਮ ਲੈ ਕੇ ਗਏ ਪਹਿਲਾਂ ਵੀ ਜਿਹੜਾ ਇਹ ਮੰਨਿਆ ਜਾਂਦਾ ਨਾ ਵੀ ਬੰਦਾ ਜਾਹਲ ਸੀ ਜਾਂ ਬੰਦਾ ਜੰਗਲੀ ਸੀ, ਤਾਂ ਉਸ ਨੂੰ ਸੱਭਿਅਕ ਬਣਾਉਣ ਦੇ ਜਿਹੜੇ ਪਹਿਲੇ ਹਵਾਲੇ ਨੇ ਉਹ ਧਰਮਾਂ ਵਿੱਚ ਨੇ। ਯੂਰਪ ਨੂੰ ਈਸਾਈਅਤ ਦੀ ਬੜੀ ਵੱਡੀ ਦੇਣ ਹੈ। ਅਤੇ ਇੱਥੇ ਜਦੋਂ ਅਸੀਂ ਜਪਜੀ ਸਾਹਿਬ ਵੀ ਪੜ੍ਹਦੇ ਹਾਂ ਤਾਂ ਆਪਣੇ ਪਹਿਲਾ ਸਵਾਲ ਇਹ ਆਉਂਦਾ ਵੀ ਕਿਵਸ ਚਾਰਾ ਹੋਈ ਹੈ ਨਾ, ਤਾਂ ਉਹ ਜਿਹੜੇ ਸਵਾਲਾਂ ਦਾ ਹੱਲ ਹੈ ਤਾਂ ਉਹ ਮੰਨਿਆ ਜਾਂਦਾ ਵੀ ਉਹ ਸੱਭਿਆਚਾਰ ਹੈ। ਅਤੇ ਇਹ ਸੱਭਿਆਚਾਰ ਬਾਰੇ ਜਿਹੜੀ ਮੁੱਢਲੀ ਗੱਲ ਹੈ, ਜਿੱਥੋਂ ਤੱਕ ਬੰਦੇ ਨੂੰ ਅੱਜ ਤੱਕ ਦੇ ਗਿਆਨ 'ਚ ਪਤਾ, ਤਾਂ ਉਹਦੇ ਪਹਿਲੇ ਹਵਾਲੇ ਧਰਮ 'ਚੋਂ ਨੇ। ਦੂਸਰੀ ਗੱਲ ਇਹ ਮੰਨੀ ਜਾਂਦੀ ਹੈ ਕਿ ਸੱਭਿਆਚਾਰ ਉਹ ਹੈ ਵੀ ਜਿਹੜਾ ਬੰਦੇ ਨੂੰ ਘੜਦਾ, ਢਲਾਈ ਕਰਦਾ। ਪਹਿਲੀ ਗੱਲ ਦੇ ਵਰਗੀ ਹੈ ਇਹ, ਬੰਦੇ ਨੂੰ ਘੜਦਾ, ਉਹਦੀ ਢਲਾਈ ਕਰਦਾ। ਉਹ ਢਲਾਈ ਕਰਨ ਖਾਤਰ ਬੰਦੇ ਨੇ ਫਿਰ ਕਿੰਨੇ ਹੀ ਢਾਂਚੇ ਬਣਾ ਲਏ, ਸਮਾਜ ਬਣਾ ਲਿਆ, ਰਿਸ਼ਤਾ ਨਾਤਾ ਪ੍ਰਬੰਧ ਬਣਾ ਲਿਆ, ਘਰ ਬਣਾ ਲਿਆ, ਵਿਦਿਅਕ ਢਾਂਚਾ ਬਣਾ ਲਿਆ, ਹੈ ਨਾ। ਇਹ ਸਾਰੇ ਕੀ ਨੇ? ਇਹ ਬੰਦੇ ਨੂੰ ਕੁਝ ਨਾ ਕੁਝ ਸਿਖਾਉਂਦੇ ਨੇ, ਢਾਲਦੇ ਨੇ, ਘੜਦੇ ਨੇ। ਤਾਂ ਜਿਵੇਂ ਹੁਣ ਸਾਨੂੰ ਪਤਾ ਵੀ ਸਮਾਜ ਰਾਹੀਂ, ਸਮਾਜ ਸਾਨੂੰ ਕਿੰਨੀਆਂ ਗੱਲਾਂ ਤੋਂ ਰੋਕਦਾ ਹੈ ਨਾ। ਹਾਲਾਂਕਿ ਹੁਣ ਜਿਹੜਾ ਨਵਾਂ ਚਿੰਤਨ ਆਇਆ, ਚਾਹੇ ਔਰਤਵਾਦੀ ਚਿੰਤਨ ਆਇਆ, ਨਾਰੀਵਾਦੀ ਕਹਿੰਦੇ ਨੇ ਜਿਹਨੂੰ, ਅਤੇ ਚਾਹੇ ਕੁਝ ਹੋਰ ਚਿੰਤਨ ਆਏ, ਉਹ ਇਸ ਗੱਲ 'ਤੇ ਇਤਰਾਜ਼ ਜਤਾਉਂਦੇ ਨੇ ਕਿ ਜਿਹੜਾ ਸਮਾਜ ਮਨੁੱਖ ਦੀ ਘਾੜਤ ਕਰਦਾ ਅਤੇ ਉਹ ਗਲਤ ਹੈ, ਉਹਦੇ ਵਿੱਚ ਬਹੁਤ ਕੁਝ ਮਾੜਾ ਵਾਪਰਦਾ। ਪਰ ਫਿਰ ਵੀ ਸਮਾਜ ਦੇ ਵਿੱਚ ਬਹੁਤ ਕੁਝ ਚੰਗੇ ਵਾਪਰਨ ਦੇ ਵੀ ਹਵਾਲੇ ਨੇ, ਹੈ ਨਾ। ਅਤੇ ਮਨੁੱਖੀ ਸਮਾਜ ਹੈ ਜਿਹੜਾ, ਉਹ ਬੰਦੇ ਦੀ ਘਾੜਤ ਕਰਦਾ, ਉਹਨੂੰ ਸੇਧ ਦਿੰਦਾ ਕਿਸੇ ਨਾ ਕਿਸੇ ਪਾਸੇ। ਅਤੇ ਇਸ ਤਰ੍ਹਾਂ ਰਿਸ਼ਤੇ ਨਾਤੇ ਨੇ ਜਿਹੜੇ, ਕਿੱਤੇ ਨੇ ਜਿਹੜੇ, ਜਿਵੇਂ ਹੁਣ ਮੰਨ ਲਓ ਵੀ ਅਸੀਂ ਕੋਈ ਨਾ ਕੋਈ ਕੰਮ ਸਿੱਖਿਆ, ਅਤੇ ਇੱਥੇ ਕਿੱਤੇ ਪਹਿਲਾਂ ਪਿਤਾ ਪੁਰਖੀ ਸੀ, ਉਹ ਪਿਤਾ ਪੁਰਖੀ ਕਿੱਤੇ ਇੱਕ ਤਰੀਕੇ ਨਾਲ ਬੱਚਿਆਂ ਨੂੰ ਮੁੱਢ ਤੋਂ ਹੀ ਘੜਨ ਲੱਗ ਜਾਂਦੇ ਸੀ। ਹੁਣ ਸਾਡੇ ਸਾਹਮਣੇ ਮੁਸ਼ਕਿਲ ਇਹ ਆ ਗਈ ਕਿ ਹੁਣ ਅਸੀਂ ਬੱਚੇ ਨੂੰ ਪੜ੍ਹਨ ਲਾਉਂਦੇ ਹਾਂ, ਪੜ੍ਹਨ ਲਾ ਦਿੱਤਾ, ਪੜ੍ਹਨ ਲਾਉਣ ਤੋਂ ਬਾਅਦ ਫਿਰ ਕਿਸੇ ਖਾਸ ਪੜਾਅ 'ਤੇ ਜਾ ਕੇ ਅਸੀਂ ਉਹਨੂੰ ਕੰਮ ਸਿਖਾਉਂਦੇ ਹਾਂ, ਉੱਥੇ ਬਹੁਤ ਮੁਸ਼ਕਿਲਾਂ ਆਉਂਦੀਆਂ ਨੇ। ਪਰ ਇੱਥੇ ਜਿਹੜਾ ਪੁਰਾਣਾ ਢਾਂਚਾ ਸੀ, ਅਤੇ ਉਹ ਮੁੱਢ ਤੋਂ ਹੀ ਬੰਦੇ ਨੂੰ ਉਸੇ ਪਾਸੇ ਲੈ ਜਾਂਦਾ ਸੀ, ਜਿੱਥੋਂ ਆਪਾਂ ਇੱਕ ਲੰਬੇ ਅਧਿਐਨ ਤੋਂ ਬਾਅਦ ਹੁਣ ਜਿਹੜੀ ਵਿੱਦਿਆ ਹੈ ਉਹ ਵਿਸ਼ੇਸ਼ਤਾ ਵੱਲ ਨੂੰ ਚਲੀ ਗਈ ਨਾ, ਜਿਹਨੂੰ ਸਪੈਸ਼ਲਾਈਜੇਸ਼ਨ ਕਹਿੰਦੇ ਹੋ ਤੁਸੀਂ, ਠੀਕ ਹੈ। BA ਆਨਰਜ਼ ਇਨ ਸੋਸ਼ਲ ਸਾਇੰਸ, BSc ਆਨਰਜ਼ ਇਨ ਮੈਥਮੈਟਿਕਸ, BSc ਆਨਰਜ਼ ਇਨ ਕੈਮਿਸਟਰੀ, ਇਹ ਕੀ ਹੈ? ਸਪੈਸ਼ਲਾਈਜੇਸ਼ਨ ਹੋ ਗਈਆਂ, ਹੈ ਨਾ। ਵੀ ਬਾਇਓਟੈਕਨੋਲੋਜੀ, ਫੂਡ ਪ੍ਰੋਸੈਸਿੰਗ ਟੈਕਨੋਲੋਜੀ, ਨੈਨੋ ਟੈਕਨੋਲੋਜੀ, ਇਹ ਸਪੈਸ਼ਲਾਈਜੇਸ਼ਨ ਹੋ ਗਈਆਂ। ਤਾਂ ਇਸ ਤਰ੍ਹਾਂ ਜਿਹੜਾ ਪਹਿਲਾਂ ਕਿੱਤਿਆਂ ਦੇ ਵਿੱਚ ਬੰਦਿਆਂ ਦੀ ਘਾੜਤ ਦਾ ਇੱਕ ਪ੍ਰਬੰਧ ਸੀ, ਉਹ ਆਪਣੇ ਆਪ ਦੇ ਵਿੱਚ ਸਪੈਸ਼ਲਾਈਜੇਸ਼ਨ ਵੀ ਹੀ ਸੀ, ਅਤੇ ਉਹ ਇੰਨੀ ਮਜ਼ਬੂਤ ਸੀ ਕਿ ਉਹਦੇ ਵਿੱਚ ਬੰਦੇ ਨੂੰ ਜਿਹੜੀ ਪਰੰਪਰਾ ਸੀ, ਵਿਰਸਾ ਸੀ, ਉਹਦਾ ਸਾਰਾ ਕੁਝ ਮਿਲ ਜਾਂਦਾ ਸੀ। ਤਾਂ ਉਹ ਇੱਕ ਤਰੀਕੇ ਜਿਹੜਾ ਸਮਾਜਿਕ ਢਾਂਚਾ ਸੀ ਉਹ ਬੰਦੇ ਨੂੰ ਘੜਦਾ ਸੀ। ਇਸ ਘਾੜਤ ਦੇ ਵਿੱਚ ਦੂਜਾ ਢਾਂਚਾ ਹੈ ਸੀ, ਉਹ ਹੈ ਸੀ ਗਿਆਨ ਦਾ। ਜਿਵੇਂ ਹੁਣ ਆਪਾਂ ਸਾਰਿਆਂ ਨੇ ਛੋਟੀਆਂ ਕਲਾਸਾਂ ਦੇ ਵਿੱਚ ਪੰਚਤੰਤਰ ਦੀਆਂ ਕਹਾਣੀਆਂ ਪੜ੍ਹੀਆਂ ਹੋਣਗੀਆਂ ਨਾ, ਵੀ ਚਿੜੀ ਅਤੇ ਕਾਂ ਦੀ, ਪਿਆਸਾ ਕਾਂ, ਹੈ ਨਾ, ਖਰਗੋਸ਼, ਹੈ ਨਾ, ਚੂਹੇ ਦੀ, ਸ਼ੇਰ ਦੀ, ਇਸ ਤਰ੍ਹਾਂ ਕਿੰਨੀਆਂ ਕਹਾਣੀਆਂ ਪੜ੍ਹੀਆਂ ਨੇ। ਉਹ ਪੰਚਤੰਤਰ ਦੀਆਂ ਕਹਾਣੀਆਂ ਸੀ ਜਿਹੜੀਆਂ ਸਾਰੀਆਂ, ਉਹ ਵੀ ਮਨੁੱਖ ਨੂੰ ਇੱਦਾਂ ਘੜਨ ਵਾਲੇ ਪਾਸੇ ਲੈ ਕੇ ਜਾਂਦੀਆਂ ਸੀ ਕਿ ਉਹ ਮਨੁੱਖ ਦੀ ਬੁੱਧੀ ਨੂੰ ਤਰਾਸ਼ਦੀਆਂ ਸੀ, ਉਹਨੂੰ। ਜਿਵੇਂ ਹੁਣ ਅਖੀਰ ਦੇ ਵਿੱਚ ਵੀ ਬੰਦੇ ਨੇ ਅਖੀਰ ਨੂੰ ਤਾਂ ਤੱਤ ਸਾਰ ਹੀ ਲੈਣਾ ਨਾ ਸ਼ਾਇਦ ਹਰ ਗੱਲ ਦਾ, ਅਤੇ ਉਹ ਤੱਤ ਸਾਰ ਹੈ ਜਿਹੜਾ ਉਹ ਬੰਦੇ ਨੂੰ ਦਿੱਤਾ ਜਾਂਦਾ ਸੀ ਸੱਭਿਆਚਾਰਕ ਤੌਰ। ਅੱਛਾ, ਜਦੋਂ ਸੱਭਿਆਚਾਰ ਬਾਰੇ ਹੋਰ ਗੱਲਾਂ ਕਰਦੇ ਹਾਂ ਤਾਂ ਫਿਰ ਕੀ ਵੀ, ਕਿਉਂਕਿ ਹਰੇਕ ਘੜਨ ਵਾਲੀ ਸ਼ੈ, ਹਰੇਕ ਘੜਨ ਵਾਲੇ ਸਮਾਜ, ਹਰੇਕ ਘੜਨ ਵਾਲੇ ਗਿਆਨ
ਉਹ ਸਾਰੇ ਇੱਕੋ ਜਿਹੇ ਨਹੀਂ ਹੋ ਸਕਦੇ। ਇਸ ਲਈ ਉਹਨਾਂ ਦੇ ਵਿੱਚ ਵੱਖਰਤਾਵਾਂ ਹੁੰਦੀਆਂ ਨੇ। ਉਹ ਵੱਖਰਤਾਵਾਂ ਕਿਉਂ ਹੁੰਦੀਆਂ ਨੇ ਉਹਦੇ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ। ਪਰ ਜਿਹੜੀਆਂ ਉਹ ਵੱਖਰਤਾਵਾਂ ਨੇ ਉਹ ਬੰਦਿਆਂ ਨੂੰ ਇੱਕ ਤੋਂ ਦੂਜੇ ਨਾਲੋਂ ਨਿਖੇੜਦੀਆਂ ਨੇ, ਇੱਕ ਸਮੂਹ ਨੂੰ ਦੂਜੇ ਸਮੂਹ ਨਾਲੋਂ ਨਿਖੇੜਦੀਆਂ ਨੇ। ਜਿਵੇਂ ਅਸੀਂ ਇੱਥੇ ਪਹਿਲਾਂ ਆਮ ਸੁਣਦੇ ਹਾਂ ਕਿ ਪੰਜਾਬ ਦੇ ਵਿੱਚ 12 ਕੋਹਾਂ 'ਤੇ ਬੋਲੀ ਬਦਲ ਜਾਂਦੀ ਹੈ, ਠੀਕ ਹੈ ਨਾ। ਪਿੰਡ ਦੇ ਵਿੱਚ ਵੀ ਇੱਦਾਂ ਹੁੰਦਾ ਵੀ ਇੱਕ ਪੱਤੀ ਨਾਲੋਂ ਦੂਜੀ ਪੱਤੀ ਦੇ ਬੰਦਿਆਂ ਦੇ ਸੁਭਾਅ ਦਾ ਫਰਕ ਹੁੰਦਾ ਹੈ ਨਾ। ਤਾਂ ਕੰਮ ਦਾ ਫਰਕ ਹੁੰਦਾ। ਮੰਨ ਲਓ ਵੀ ਕਿਸੇ ਦੀ ਜ਼ਮੀਨ ਕਿਸੇ ਪਾਸੇ ਆ ਤਾਂ ਉਹਨਾਂ ਦੇ ਸੁਭਾਅ ਅਤੇ ਦੂਜੇ ਬੰਦਿਆਂ ਦੇ ਸੁਭਾਅ ਉਹ ਅੱਡੋ ਅੱਡ ਨੇ, ਫਰਕ ਵਾਲੇ। ਤਾਂ ਇਹ ਕੀ ਹੈ ਕਿ ਜਿਹੜਾ ਸੱਭਿਆਚਾਰ ਹੈ ਇਹ ਬੰਦਿਆਂ ਨੂੰ ਬੰਦਿਆਂ ਨਾਲੋਂ, ਸਮੂਹਾਂ ਨੂੰ ਸਮੂਹਾਂ ਨਾਲੋਂ ਨਿਖੇੜਨ ਦਾ ਇੱਕ ਕਾਰਕ ਬਣਦਾ। ਇਹੀ ਗੱਲ ਫਿਰ ਬਾਅਦ ਵਿੱਚ ਜਦੋਂ ਅਸੀਂ ਜਿਹੜੀ ਗੱਲ ਖਾਤਰ ਹੁਣ ਦੁਨੀਆ ਦੇ ਵਿੱਚ ਬਹੁਤ ਸੱਭਿਆਚਾਰ ਲੜ ਰਹੇ ਨੇ ਉਹਦਾ ਕਾਰਨ ਬਣਦੀ ਆ, ਉਹ ਹੈਗੀ ਪਛਾਣ। ਕਿਉਂਕਿ ਜਦੋਂ ਸੱਭਿਆਚਾਰ ਇੱਕ ਤੋਂ ਦੂਜੇ ਨਾਲੋਂ ਨਿਖੇੜਦਾ ਤਾਂ ਇਹਦਾ ਮਤਲਬ ਉਹ ਕਿਸੇ ਖਾਸ ਸਮੂਹ ਦੀ, ਖਾਸ ਬੰਦੇ ਦੀ ਪਛਾਣ ਘੜ ਰਿਹਾ। ਅਤੇ ਜੇ ਉਹ ਪਛਾਣ ਰੁਲ ਗਈ ਤਾਂ ਫਿਰ ਇਹਦਾ ਮਤਲਬ ਉਹ ਬੇਅਰਥ ਹੋ ਗਿਆ, ਨਿਰਾਰਥਕ ਹੋ ਗਿਆ ਸੱਭਿਆਚਾਰ। ਤਾਂ ਇਸ ਲਈ ਕੋਈ ਸੱਭਿਆਚਾਰ ਜਦੋਂ ਉਹਨੂੰ ਤੁਸੀਂ ਪਛਾਣਨਾ ਤਾਂ ਉਹਦਾ ਵੱਖਰਤਾ ਵਾਲਾ ਤੱਤ ਹੈ, ਇਹ ਬਹੁਤ ਕੇਂਦਰੀ ਤੱਤ ਹੈ। ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇੱਕ ਹੋਰ ਕੁਛ ਬੰਦੇ ਜਦ ਸੱਭਿਆਚਾਰ ਦੀ ਪਰਿਭਾਸ਼ਾ ਦਿੰਦੇ ਨੇ ਉਹ ਇਹ ਕਹਿੰਦੇ ਨੇ ਕਿ ਸੱਭਿਆਚਾਰ ਨਾ ਮਨੁੱਖ ਦਾ ਸਿੱਖਿਆ ਹੋਇਆ ਭਾਗ ਹੈ। ਇਹ ਉਹਨੂੰ ਮਤਲਬ ਨਸਲੀ ਤੌਰ 'ਤੇ, ਜੈਵਿਕ ਤੌਰ 'ਤੇ, ਕੁਦਰਤੀ ਤੌਰ 'ਤੇ ਆਪ ਹੀ ਨਹੀਂ ਮਿਲਦਾ ਹੈ। ਉਹ ਬੰਦੇ ਦਾ ਸਿੱਖਿਆ ਹੋਇਆ ਭਾਗ ਹੈ। ਅਤੇ ਇਸ ਲਈ ਉਹਨੇ ਉਹੀ ਸਿੱਖਣਾ ਵੀ ਜਿਸ ਸਮਾਜ ਵਿੱਚ ਉਹ ਰਹਿੰਦਾ। ਇਹਦੇ ਖਾਤਰ ਸਮਾਜ ਵਿਗਿਆਨੀ ਬਹੁਤ ਮਿਸਾਲਾਂ ਵੀ ਦਿੰਦੇ ਨੇ ਬਈ ਕਿਸੇ ਬੱਚੇ ਨੂੰ ਉਹਨੂੰ ਬਘਿਆੜਾਂ ਵਿੱਚ ਛੱਡ ਦਿਓ ਅਤੇ ਉਹਦਾ ਜਿਹੜੀ ਆਵਾਜ਼ ਹੈ ਉਹ ਬਘਿਆੜਾਂ ਵਰਗੀ ਹੋ ਜਾਣੀ ਆ, ਉਹਦੀ ਬੋਲੀ ਉੱਦਾਂ ਦੀ ਹੋ ਜਾਣੀ ਆ, ਉਹਦੇ ਵਿੱਚ ਅਤੇ ਫਰਕ ਪੈ ਜਾਣੇ ਨੇ। ਤਾਂ ਇਸ ਤਰ੍ਹਾਂ ਦੂਸਰੇ ਨੇ ਜਿਹੜੇ ਉਹਨਾਂ ਦਾ ਵੀ ਇੱਦਾਂ ਹੋ ਜਾਣਾ। ਵੱਡੇ ਪੱਧਰ ਦੇ ਉੱਤੇ ਇਹ ਇੱਦਾਂ ਵਾਪਰਦਾ ਕਿ ਸਾਰੇ ਬੰਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਸ ਥਾਂ 'ਤੇ ਰਹਿੰਦੇ ਨੇ ਉਹਦੇ 'ਤੇ ਉਹਦਾ ਉਹੀ ਰੂਪ ਆ ਜਾਂਦਾ। ਇੱਕ ਅਗਲੀ ਗੱਲ ਇਹ ਹੈ ਵੀ ਸੱਭਿਆਚਾਰ ਮਨੁੱਖ ਦੀਆਂ ਲੋੜਾਂ ਕਰਕੇ ਬਣਿਆ, ਕਿ ਮਨੁੱਖ ਦੀਆਂ ਜਿਹੜੀਆਂ ਲੋੜਾਂ ਸੀ ਉਹਨੇ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਖਾਤਰ ਇੱਕ ਸੱਭਿਆਚਾਰਕ ਢਾਂਚਾ ਖੜ੍ਹਾ ਕਰ ਲਿਆ। ਇੱਕੋ ਬੰਦਾ ਸਾਰਾ ਕੁਝ ਨਾ ਬਣਾ ਸਕਦਾ, ਨਾ ਸਾਰਾ ਕੁਝ ਕਰ ਸਕਦਾ। ਤਾਂ ਬੰਦਿਆਂ ਨੇ ਆਪਸ ਵਿੱਚ ਸਹਿਚਾਰ ਬਣਾਉਣ ਖਾਤਰ ਅਤੇ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਨ ਖਾਤਰ ਅਤੇ ਉਹ ਸੱਭਿਆਚਾਰ ਬਣਾ ਲਿਆ। ਜਿਵੇਂ ਇੱਕ ਬਹੁਤ ਪੁਰਾਣਾ ਹੈਗਾ ਵੀ ਜਿਵੇਂ ਭੁੱਖ ਹੈ, ਪਿਆਸ ਹੈ ਅਤੇ ਰੱਖਿਆ ਹੈ ਨਾ, ਅਤੇ ਸੰਤਾਨ ਪੈਦਾ ਕਰਨ ਦੀਆਂ ਇਹ ਲੋੜਾਂ ਸੀ ਮਨੁੱਖ ਦੀਆਂ। ਅਤੇ ਇਹ ਲੋੜਾਂ ਪੂਰੀਆਂ ਕਰਨ ਖਾਤਰ ਮਨੁੱਖ ਨੇ ਸੱਭਿਆਚਾਰ ਬਣਾ ਲਿਆ। ਜਿਵੇਂ ਰੱਖਿਆ ਵਾਲਾ ਮਾਮਲਾ ਇਹ ਤਾਂ ਆਪਾਂ ਨੂੰ ਸਿੱਧੇ ਰੂਪ ਵਿੱਚ ਸਮਝ ਆਉਂਦਾ ਵੀ ਇਹ ਸਮੂਹ ਤੋਂ ਬਿਨਾਂ ਸੰਭਵ ਨਹੀਂ ਹੈ, ਠੀਕ ਆ। ਤਾਂ ਜਿਹੜੇ ਪੁਰਾਣੀਆਂ ਸਾਨੂੰ ਜਿੰਨੀਆਂ ਕੁ ਮਿਸਾਲਾਂ ਮਿਲਦੀਆਂ ਨੇ ਅਜੇ ਤੱਕ ਵੀ ਜਿਹੜੀਆਂ ਕਬੀਲਿਆਂ ਦੀਆਂ ਉਹ ਇਹੀ ਨੇ ਕਿ ਉਹ ਇਕੱਠੇ ਹੋ ਕੇ ਹਮਲਾ ਕਰਦੇ ਸੀ ਅਤੇ ਇਕੱਠੇ ਹੋ ਕੇ ਹਮਲੇ ਰੋਕਦੇ ਸੀ। ਅਤੇ ਸਾਡੇ ਵੀ ਇੱਥੇ ਪੰਜਾਬ ਦੇ ਵਿੱਚ ਜਦੋਂ ਤੁਸੀਂ ਹੁਣ ਵੇਖੋ ਤਾਂ ਇੱਥੇ ਬੰਦਿਆਂ ਦਾ ਨਿੱਜੀ ਕਿਰਦਾਰ ਹੋਰ ਤਰ੍ਹਾਂ ਦਾ, ਸਮੂਹਿਕ ਕਿਰਦਾਰ ਹੋਰ ਤਰ੍ਹਾਂ ਦਾ, ਠੀਕ ਹੈ। ਨਿੱਜੀ ਕਿਰਦਾਰ ਵਿੱਚ ਬੰਦੇ ਬਹੁਤ ਮਾੜੇ ਵੀ ਹੋ ਸਕਦੇ ਨੇ, ਪਰ ਜਦੋਂ ਉਹ ਸਮੂਹ ਦੇ ਵਿੱਚ ਇਕੱਠੇ ਹੁੰਦੇ ਨੇ, ਚਾਹੇ ਸੰਗਤ 'ਚ ਕਹਿ ਲਓ, ਚਾਹੇ ਇਕੱਠ 'ਚ ਕਹਿ ਲਓ, ਚਾਹੇ ਪੰਚਾਇਤ 'ਚ ਕਹਿ ਲਓ, ਤਾਂ ਉਹ ਜਿਹੜੀ ਸਮਾਜਿਕ ਮਰਿਆਦਾ ਅਤੇ ਸੱਭਿਆਚਾਰਕ ਦਾਇਰੇ ਨੇ, ਮਾਪਦੰਡ ਨੇ, ਕੀਮਤਾਂ ਨੇ, ਉਹਨਾਂ ਤੋਂ ਬਾਹਲਾ ਲਾਂਭੇ ਨਹੀਂ ਜਾਂਦੇ। ਦੋਵੇਂ ਕਾਰਨ ਲਾ ਲਓ, ਜਾਂ ਤਾਂ ਉਹ ਤੋਂ ਡਰਦੇ ਹੋ ਸਕਦੇ ਨੇ ਜਾਂ ਫਿਰ ਉਹਨਾਂ ਦੇ ਅੰਦਰ ਉਸ ਸੱਭਿਆਚਾਰਕ ਕੀਮਤ ਪ੍ਰਬੰਧ ਦੀ ਕੋਈ ਇੱਜ਼ਤ ਹੋ ਸਕਦੀ ਹੈ। ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਸ ਕਰਕੇ ਇਹ ਵੇਖਿਆ ਜਾਂਦਾ। ਇਹ ਗੱਲ ਵੀ ਸਾਡੇ ਸਾਹਮਣੇ ਆ ਕਿ ਜਿਹੜਾ ਸੱਭਿਆਚਾਰ ਹੈ ਇਹ ਕੁਛ ਬੰਦੇ ਇਹ ਆਖਦੇ ਨੇ ਕਿ ਇਹ ਬਣਿਆ ਹੀ ਕੀਮਤਾਂ ਕਰਕੇ ਹੈ। ਜਿਹੜੀਆਂ ਮਨੁੱਖ ਦੀਆਂ ਕੀਮਤਾਂ ਨੇ ਨਾ, ਵੈਲਿਊਜ਼ ਕਹਿੰਦੇ ਨੇ ਜਿਹਨੂੰ, ਹੈ ਨਾ, ਮੋਰਲ ਵੈਲਿਊ ਜਿਵੇਂ ਇੱਕ ਕਿਸਮ ਹੈ ਵੈਲਿਊਜ਼ ਦੀ, ਅਤੇ ਉਹ ਕੀਮਤਾਂ ਮਨੁੱਖ ਨੂੰ ਖਾਸ ਰੂਪ ਦੇ ਵਿੱਚ ਬੰਨ੍ਹਦੀਆਂ ਨੇ। ਜਿਵੇਂ ਹੁਣ ਆਹ ਕੱਪੜੇ ਨੇ ਇਹ ਧਾਗਿਆਂ ਨਾਲ ਸਿਉਂਤੇ ਹੋਏ ਨੇ, ਇਸ ਤਰ੍ਹਾਂ ਜਿਹੜਾ ਸੱਭਿਆਚਾਰ ਆ ਉਹ ਆਪਸ ਵਿੱਚ ਕੀਮਤਾਂ ਨਾਲ ਸਿਉਂਤਾ ਹੁੰਦਾ। ਵੀ ਪੰਜਾਬ ਦੇ ਲੋਕਾਂ ਨੂੰ
ਆਪਦੇ ਪੰਜਾਬ ਦੇ ਬੰਦਿਆਂ ਨਾਲ ਜਿਹੜੀਆਂ ਚੀਜ਼ਾਂ ਨੇ ਬੰਨਿਆ ਹੋਇਆ ਉਹ ਕੀਮਤਾਂ ਨੇ। ਮੰਨ ਲਓ ਵੀ ਤੁਸੀਂ ਪ੍ਰਦੇਸ਼ ਚਲੇ ਜਾਓ, ਪ੍ਰਦੇਸ਼ ਵਿੱਚ ਗਏ ਅਤੇ ਉੱਥੇ ਤੁਹਾਨੂੰ ਬੰਦੇ ਮਿਲੇ ਕੁਛ ਆਪਣੇ ਲਹਿੰਦੇ ਪੰਜਾਬ ਦੇ ਮਿਲ ਗਏ, ਅਤੇ ਲਹਿੰਦੇ ਪੰਜਾਬ ਦਿਆਂ ਨੂੰ ਜਦੋਂ ਤੁਸੀਂ ਮਿਲੇ ਤਾਂ ਤੁਹਾਡੇ ਵਿੱਚ ਆਪਣੱਤ ਜਾਗੀ, ਚਾਹੇ ਤੁਸੀਂ ਪਹਿਲਾਂ ਕਦੇ ਵੀ ਨਹੀਂ ਸੀ ਮਿਲੇ, ਪਰ ਉਹ ਤੁਹਾਡੇ ਪੁਰਾਣੇ ਬਜ਼ੁਰਗਾਂ ਦੀਆਂ ਜੁੜੀਆਂ ਹੋਈਆਂ ਜਿਹੜੀਆਂ ਕੀਮਤਾਂ ਸੀ, ਜਿਹੜੇ ਰਿਸ਼ਤੇ ਸੀ, ਉਹਨਾਂ ਨਾਲ ਉਹ ਬੰਨਿਆ ਹੋਇਆ, ਤੁਹਾਨੂੰ ਆਪਣਾ ਆਪਣਾ ਲੱਗਿਆ। ਅਤੇ ਉਹੀ ਕਾਰਨ ਹੈ ਕਿ ਜਿਹੜੀਆਂ ਇਹ ਕੀਮਤਾਂ ਨੇ ਮਨੁੱਖ ਦੀਆਂ, ਅਤੇ ਉਹ ਸੱਭਿਆਚਾਰ ਨੂੰ ਬੰਨ੍ਹ ਕੇ ਰੱਖਦੀਆਂ ਨੇ। ਸੱਭਿਆਚਾਰਾਂ ਦੇ ਵਿੱਚ ਖੰਡਿਆ ਕਦੋਂ ਵਾਪਰਦਾ, ਟੁੱਟ ਭੱਜ ਕਿਵੇਂ ਵਾਪਰਦੀ ਆ? ਉਹ ਉਦੋਂ ਵਾਪਰਦੀ ਆ ਜਦੋਂ ਉਹ ਆਪਦੇ ਕੀਮਤ ਪ੍ਰਬੰਧ ਤੋਂ ਦੂਰ ਹੋ ਜਾਂਦੇ ਨੇ। ਜਿਵੇਂ ਪੰਜਾਬੀ ਗੀਤਾਂ ਦਾ ਹੀ ਮਾਮਲਾ ਹੈ। ਪੰਜਾਬੀ ਗੀਤਾਂ ਦੇ ਉੱਤੇ ਪੰਜਾਬੀ ਲੋਕ ਹੀ ਕਿੰਨਾ ਉਜਰ ਜਤਾ ਰਹੇ ਨੇ, ਹੈ ਨਾ, ਵੀ ਇਹ ਪੰਜਾਬ ਦੀ ਮਾਣ ਮਰਿਆਦਾ, ਪੰਜਾਬ ਦੇ ਨੈਤਿਕ ਪ੍ਰਬੰਧ, ਪੰਜਾਬ ਦੀ ਸਮਾਜਿਕਤਾ, ਅਤੇ ਉਹਦੇ ਤੋਂ ਇਹ ਕੁਛ ਹਟ ਰਹੇ ਨੇ ਜਾਂ ਖਰਾਬੀ ਕਰ ਰਹੇ ਨੇ। ਤਾਂ ਉਹਦਾ ਕਾਰਨ ਹੀ ਇਹੀ ਹੈ ਕਿ ਉਹ ਕੀਮਤ ਪ੍ਰਬੰਧ ਦੇ ਅਨੁਸਾਰ ਹੀ ਹੋ ਕੇ ਨਹੀਂ ਚੱਲ ਰਹੇ। ਕੀਮਤਾਂ ਵੀ ਅਗਾਂਹ ਕਈ ਕਿਸਮ ਦੀਆਂ ਹੁੰਦੀਆਂ ਨੇ, ਇੱਕ ਕੁਝ ਖਾਸ ਖਿੱਤੇ ਦੀਆਂ ਹੁੰਦੀਆਂ ਨੇ, ਇੱਕ ਸਾਰੀ ਦੁਨੀਆ ਦੀਆਂ ਸਾਂਝੀਆਂ ਹੁੰਦੀਆਂ ਨੇ। ਜਿਵੇਂ ਮੰਨ ਲਓ ਸੱਚ ਬੋਲਣਾ, ਹੈ ਨਾ, ਕਿਸੇ ਕਮਜ਼ੋਰ ਦੀ ਰੱਖਿਆ ਕਰਨੀ, ਇਹ ਸਾਰੀ ਦੁਨੀਆ ਦੇ ਵਿੱਚ ਨੇ ਕੀਮਤਾਂ। ਜੇ ਕਮਜ਼ੋਰ ਦੀ ਰੱਖਿਆ ਕਰਨ ਦੀ ਕੀਮਤ ਨਾ ਹੋਵੇ ਤਾਂ ਨਵਾਂ ਕੋਈ ਜੰਮੇ ਹੀ ਨਾ, ਕਿਉਂਕਿ ਨਵਾਂ ਜੰਮਣ ਵਾਲਾ ਤਾਂ ਹਰ ਕੋਈ ਕਮਜ਼ੋਰ ਹੈ ਨਾ, ਅਤੇ ਉਹਨੂੰ ਜੇ ਕੋਈ ਬਚਾ ਕੇ ਵੱਡਾ ਕਰਕੇ ਲੈ ਕੇ ਆਉਂਦਾ ਤਾਂ ਉਹ ਉਹੀ ਕੀਮਤ ਲੈ ਕੇ ਆਉਂਦੀ ਹੈ। ਤਾਂ ਇਸ ਤਰ੍ਹਾਂ ਜਦੋਂ ਅਸੀਂ ਵੇਖਦੇ ਹਾਂ ਕਿ ਇਹ ਜਿਹੜਾ ਸੱਭਿਆਚਾਰ ਹੈ ਤਾਂ ਇਹ ਇਸ ਤਰ੍ਹਾਂ ਦਾ ਢਾਂਚਾ, ਅਤੇ ਇਹਦੇ ਵਿੱਚ ਕੁਛ ਅਖੀਰ ਨੂੰ ਕਾਰਲ ਮਾਰਕਸ ਇੱਕ ਬਹੁਤ ਵੱਡਾ ਚਿੰਤਕ ਹੋਇਆ, ਹੈ ਨਾ, ਅਤੇ ਉਹ ਕਹਿੰਦਾ ਵੀ ਬੰਦਾ ਹੈ ਜਿਹੜਾ, ਬੰਦੇ ਦੀ ਜਿਹੜੀ ਸੱਭਿਆਚਾਰਕ ਤਾਕਤ ਦਾ ਪ੍ਰਗਟਾਅ ਹੈ ਉਹ ਉਦੋਂ ਹੀ ਹੁੰਦਾ ਜਦੋਂ ਉਹਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਹੋ ਜਾਂਦੀ ਹੈ। ਜੇ ਮੰਨ ਲਓ ਵੀ ਬੰਦਾ ਭੁੱਖਾ ਹੈ ਅਤੇ ਤੁਸੀਂ ਉਹਦੇ ਕੋਲੋਂ ਬਹੁਤ ਸੋਹਜ ਦੀ ਅਤੇ ਬਹੁਤ ਸਲੀਕੇ ਦੀ ਆਸ ਕਰੋ, ਇਹ ਨਹੀਂ ਹੋ ਸਕਦਾ, ਠੀਕ ਹੈ। ਅਤੇ ਭੁੱਖ ਪਿਆਸ ਇਸ ਤਰ੍ਹਾਂ ਦੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਤੋਂ ਬਾਅਦ ਫਿਰ ਬੰਦੇ ਦੇ ਅੰਦਰ ਇਹ ਕੀਮਤ ਆ ਜਾਂਦੀ ਹੈ। ਤਾਂ ਇਹ ਕੁਛ ਸੱਭਿਆਚਾਰ ਦੇ ਬਾਰੇ ਜਿਹੜੀਆਂ ਮੁੱਢਲੇ ਨੁਕਤੇ ਨੇ, ਹੈ ਨਾ। ਫਿਰ ਜਦੋਂ ਬੰਦੇ ਸੱਭਿਆਚਾਰ ਦੀ ਪਰਿਭਾਸ਼ਾ ਕਰਨ ਲੱਗੇ, ਪਰਿਭਾਸ਼ਾ ਹੁੰਦਾ ਵੀ ਕਿਸੇ ਗੱਲ ਦੀ ਪਛਾਣ ਦੱਸਣੀ, ਹੈ ਨਾ, ਕਿਸੇ ਗੱਲ ਦੀ ਤਾਰੀਫ ਕਰਨੀ ਅਤੇ ਉਹਦਾ ਤੁਆਰਫ ਕਰਾਉਣਾ, ਉਹਦੇ ਬਾਰੇ ਜਾਣਕਾਰੀ ਦੇਣਾ, ਘੱਟ ਤੋਂ ਘੱਟ ਸ਼ਬਦਾਂ ਵਿੱਚ ਤੁਸੀਂ ਕੋਈ ਜਾਣਕਾਰੀ ਦੇਣੀ, ਉਹਨੂੰ ਪਰਿਭਾਸ਼ਾ ਕਹਿੰਦੇ ਨੇ, ਹੈ ਨਾ। ਤਾਂ ਇਹਦੇ ਬਾਰੇ ਬੜੀ ਪੁਰਾਣੀ ਇੱਕ ਮਸ਼ਹੂਰ ਪਰਿਭਾਸ਼ਾ ਉਹ ਹੈਗੀ E.V. ਟੇਲਰ ਦੀ। ਉਹ ਕਹਿੰਦਾ ਵੀ ਸੱਭਿਆਚਾਰ ਉਹ ਹੁੰਦਾ ਵੀ ਜਿਹਦੇ ਵਿੱਚ ਗਿਆਨ, ਕਲਾ, ਵਿਸ਼ਵਾਸ, ਨੈਤਿਕਤਾ, ਕਾਨੂੰਨ, ਰੀਤੀ ਰਿਵਾਜ, ਬੰਦੇ ਦੀਆਂ ਆਦਤਾਂ, ਬੰਦੇ ਦੀਆਂ ਯੋਗਤਾਵਾਂ, ਇਹ ਸਾਰੀਆਂ ਸ਼ਾਮਿਲ ਹੁੰਦੀਆਂ। ਤਾਂ ਇਹਦੇ ਵਿੱਚ ਇੱਕ ਗੱਲ ਇਹ ਹੈ ਵੀ ਜਦੋਂ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਵੇਖੋਗੇ ਤਾਂ ਇਹ ਸਾਰੇ ਬੰਦੇ ਦੇ ਭੌਤਿਕ ਤੱਤ ਨੇ। ਇਸ ਲਈ ਜਿਹੜੀ ਇਹ ਪਰਿਭਾਸ਼ਾ ਜਿਹੜਾ ਮਨੁੱਖੀ ਜ਼ਿੰਦਗੀ ਦਾ ਅਭੌਤਿਕ ਤੱਤ ਹੈ ਜਾਂ ਪਾਰ ਭੌਤਿਕ ਤੱਤ ਹੈ, ਉਸ ਨੂੰ ਆਪਣੇ ਵਿੱਚ ਸ਼ਾਮਿਲ ਨਹੀਂ ਕਰ ਰਹੀ। ਇਸ ਲਈ ਮੁੱਢਲੇ ਰੂਪ ਦੇ ਵਿੱਚ ਹੀ ਜਿਹੜਾ ਸੱਭਿਆਚਾਰ ਪਰਿਭਾਸ਼ਿਕ ਤੌਰ 'ਤੇ ਉਹ ਧਰਮ ਦੀ ਜਿਹੜੀ ਸਾਰੀ ਪਰੰਪਰਾ ਸੀ ਉਹਨੂੰ ਛੱਡ ਕੇ ਤੁਰਦਾ, ਉਹਨੂੰ ਨਾਲ ਲੈ ਕੇ ਨਹੀਂ ਤੁਰਦਾ, ਕਿਉਂਕਿ ਕੋਈ ਵੀ ਧਰਮ ਐਸਾ ਨਹੀਂ ਜਿਹੜਾ ਰੂਹਾਨੀਅਤ, ਆਤਮਾ, ਅਗੰਮਤਾ ਉਹਦੀ ਗੱਲ ਨਾ ਕਰਦਾ ਹੋਵੇ, ਸਾਰੇ ਹੀ ਕਰਦੇ ਨੇ, ਹੈ ਨਾ। ਇਸ ਲਈ ਇੱਥੇ ਇੱਕ ਜਿਹੜੀ ਮੁੱਢਲੀ ਪਰਿਭਾਸ਼ਾ ਦੇ ਵਿੱਚ ਇਹ ਬਿੱਥ ਪੈਂਦੀ ਹੈ। ਤਾਂ ਇਹ ਗੱਲ ਮੈਂ ਤੁਹਾਡੇ ਨਾਲ ਪਹਿਲਾਂ ਕਰੀਏ ਸੀ ਕਿ ਇਹ ਆਧੁਨਿਕ ਸਮੇਂ ਦਾ ਸੰਕਲਪ ਹੈ ਸੱਭਿਆਚਾਰ, ਅਤੇ ਸਮਾਜ ਵਿਗਿਆਨੀ ਨੇ ਜਿਹੜੇ ਉਹਨਾਂ ਨੇ ਸੱਭਿਆਚਾਰਕ ਢਾਂਚੇ ਨੂੰ ਭੌਤਿਕ ਤੱਤਾਂ 'ਤੇ ਖੜ੍ਹਾ ਕੀਤਾ ਅਤੇ ਧਰਮ ਤੋਂ ਬਿਨਾਂ ਖੜ੍ਹਾ ਕੀਤਾ। ਇਹਦੇ ਪਿੱਛੇ ਇੱਕ ਕਾਰਨ ਇਹ ਵੀ ਹੋ ਸਕਦਾ ਕਿ ਜਿਹੜਾ ਆਧੁਨਿਕ ਚਿੰਤਨ ਸੀ, ਆਧੁਨਿਕ ਚਿੰਤਨ ਪੁਰਾਣੇ ਚਿੰਤਨ ਨਾਲੋਂ ਖਾਸ ਕਰ ਧਰਮ ਚਿੰਤਨ ਨਾਲੋਂ ਵਿੱਥ ਪਾ ਕੇ ਤੁਰਦਾ ਸੀ। ਜਿਹੜੇ ਧਰਮ ਚਿੰਤਨ ਵਾਲੇ ਬੰਦੇ ਸੀ ਉਹਨਾਂ ਨੇ ਇਸ ਗੱਲ ਦਾ ਕਾਫੀ ਹੱਦ ਤੱਕ ਜ਼ੋਰ ਲਾਇਆ, ਉਹਨਾਂ ਨੇ ਟੱਕਰ ਦਿੱਤੀ ਵੀ ਇਹ ਜਿਹਨੂੰ ਤੁਸੀਂ ਆਖ ਰਹੇ ਹੋ ਸੱਭਿਆਚਾਰ, ਇਹ ਇੱਦਾਂ ਨਹੀਂ ਹੈ ਵੀ ਇਹ ਬਿਨਾਂ ਧਰਮ ਤੋਂ ਖੜ੍ਹਿਆ ਰਹਿ ਸਕਦਾ। ਉਹ ਕਹਿੰਦੇ ਵੀ ਇਹ ਬਿਨਾਂ ਧਰਮ ਤੋਂ ਨਹੀਂ ਖੜ੍ਹ ਸਕਦਾ। ਇੱਥੇ ਪ੍ਰੋਫੈਸਰ ਪੂਰਨ ਸਿੰਘ ਦਾ ਹਵਾਲਾ ਤੁਸੀਂ ਦੇ ਸਕਦੇ ਹੋ ਕਿ ਪ੍ਰੋਫੈਸਰ ਪੂਰਨ ਸਿੰਘ ਦੀ ਜਦੋਂ ਤੁਸੀਂ ਲਿਖਤ ਨੂੰ ਪੜ੍ਹਦੇ ਹੋ ਤਾਂ ਉਹਦੇ ਵਿੱਚ ਉਹ ਗੱਲਾਂ ਬਹੁਤ ਕਰਦਾ ਕਿ ਮਨੁੱਖ ਉਚੇਰੀ ਅਵਸਥਾ ਵੱਲ ਨੂੰ ਕਿਵੇਂ ਜਾਵੇ। ਤਾਂ ਉਹਦੇ ਵਿੱਚ ਜਿੰਨੇ ਹਵਾਲੇ ਨੇ ਉਹ ਸਾਰੇ ਧਰਮਾਂ ਦੇ ਨੇ, ਬੁੱਧ ਦੇ ਨੇ, ਈਸਾ ਦੇ ਨੇ,
इस्लाम दे ने, सिੱਖੀ ਦੇ ਤਾਂ ਚਲਹਾਣੇ। ਜਦ ਤੁਸੀਂ ਦੇਖਦੇ ਹੋ ਤਾਂ ਉਹ ਜਿਹੜੇ ਇਹ ਧਰਮ ਵਾਲੇ ਬੰਦੇ ਸੀ, ਉਹ ਸੱਭਿਆਚਾਰ ਦੇ ਵਿੱਚ, ਸੱਭਿਆਚਾਰ ਮਤਲਬ ਬੰਦੇ ਦੀ ਜ਼ਿੰਦਗੀ ਵਿੱਚ ਉਹ ਰੂਹਾਨੀ ਤੱਤ 'ਤੇ ਜ਼ੋਰ ਦਿੰਦੇ ਸੀ ਵੀ ਰੂਹਾਨੀਅਤ ਹੈ ਜਿਹੜੀ ਉਹ ਮਨੁੱਖ ਨੂੰ ਲੈ ਕੇ ਜਾਂਦੀ ਆ ਅੱਗੇ। ਅਤੇ ਜਿਹੜੀ ਬੰਦੇ ਦੇ ਅੰਦਰ, ਜਿਵੇਂ ਆਪਾਂ ਜਪਜੀ ਸਾਹਿਬ ਵੀ ਪੜ੍ਹਦੇ ਹਾਂ ਅਤੇ ਉਹਦੇ ਵਿੱਚ ਧਰਤੀ ਦਾ ਗੁਣ ਮੰਨਿਆ ਗਿਆ ਇਸ ਪ੍ਰਕਿਰਤੀ ਦਾ ਵੀ ਦਇਆ, ਹੈ ਨਾ, ਵੀ ਧੌਲ ਧਰਮ ਦਇਆ ਕਾ ਪੂਤ। ਅਤੇ ਦਇਆ ਇੱਕ ਕੇਂਦਰੀ ਤੱਤ ਹੈ। ਅਤੇ ਉਹ ਦਇਆ ਜਦੋਂ ਸੱਭਿਆਚਾਰ ਦਾ ਵੀ ਕੇਂਦਰੀ ਤੱਤ ਹੈ ਦਇਆ। ਨਹੀਂ ਤਾਂ ਫਿਰ ਇਹ ਹੋਵੇ ਵੀ ਦੁਨੀਆ ਦੇ ਉੱਤੇ ਜਿਹੜੀਆਂ ਤਾਕਤਵਰ ਧਿਰਾਂ ਹੋਣ ਉਹ ਆਪਦੇ ਹਿਸਾਬ ਨਾਲ ਸਾਰਾ ਕੁਝ ਚਲਾ ਲੈਣ। ਅਤੇ ਉਹ ਠੀਕ ਕਿਉਂ ਚੱਲ ਰਿਹਾ? ਕਿਉਂਕਿ ਦਇਆ ਦਾ ਜਿਹੜਾ ਦਬਾਅ ਹੈ, ਜਿਹੜਾ ਦਇਆ ਦਾ ਦਬਾਅ ਹੈ, ਅਤੇ ਉਹੀ ਦਬਾਅ ਹੈ ਜਿਹੜਾ ਉਹ ਮਨੁੱਖ ਦੇ ਅੰਦਰ ਦੋਵੇਂ ਭਾਂਤ ਦੀਆਂ ਬਿਰਤੀਆਂ ਨੇ, ਹੈ ਨਾ। ਉਹਦੇ ਅੰਦਰ ਗੁਣ ਵੀ ਨੇ, ਉਹਦੇ ਅੰਦਰ ਔਗਣ ਵੀ ਨੇ। ਅਤੇ ਔਗਣਾਂ ਨੂੰ ਰੋਕਣਾ ਅਤੇ ਗੁਣਾਂ ਨੂੰ ਚਮਕਾਉਣਾ ਇਹੀ ਮਨੁੱਖ ਦਾ ਕਰਮ ਹੈ। ਅਤੇ ਉਸ ਖਾਤਰ ਜਿਹੜਾ ਪੁਰਾਣਾ ਇਤਿਹਾਸ ਹੈ ਉਹਦੇ ਵਿੱਚ ਧਰਮ ਨੇ ਮਨੁੱਖ ਦੇ ਵਿੱਚ ਹਿੱਸਾ ਪਾਇਆ, ਅਤੇ ਸੱਭਿਆਚਾਰ ਉਹੀ ਛਾਇਆ ਇੱਕ ਤਰੀਕੇ ਨਾਲ। ਅਤੇ ਜਦੋਂ ਤੁਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕਰਦੇ ਹੋ ਤਾਂ ਜਿਹੜੀਆਂ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਕਿਤਾਬਾਂ ਨੇ ਉਹ ਵਧੇਰੇ ਕਰਕੇ ਉਹ ਪੱਛਮੀ ਚਿੰਤਕਾਂ ਦੇ ਹਵਾਲੇ ਨਾਲ ਹੀ ਤੁਰਦੀਆਂ ਨੇ। ਅਤੇ ਇੱਧਰਲੇ ਜਿਹੜੇ ਹਵਾਲੇ ਨੇ ਜੀਵਨ ਦੇ ਉਹ ਕੇਵਲ ਸਿੱਧ ਕਰਨ ਲਈ ਨੇ, ਸਿਧਾਂਤ ਵਜੋਂ ਇੱਧਰਲੇ ਹਵਾਲੇ ਨਹੀਂ ਹਨ। ਮੰਨ ਲਓ ਵੀ ਜੇ ਸਿਧਾਂਤ ਵਜੋਂ ਇੱਧਰਲਾ ਹਵਾਲਾ ਆਉਂਦਾ ਤਾਂ ਬੜੇ ਕੇਂਦਰੀ ਰੂਪ ਦੇ ਵਿੱਚ ਇਹ ਗੱਲ ਆਉਣੀ ਸੀ ਕਿ ਇੱਥੇ ਦੀ ਜਿਹੜੀ ਜ਼ਿੰਦਗੀ ਹੈ, ਐਸੀ ਗੱਲ ਥੋੜ੍ਹਾ ਆ ਵੀ ਇੱਥੇ ਸਾਰੇ ਲੋਕ ਪਹਿਲਾਂ ਜਾਹਲੇ ਸੀ, ਹੈ ਨਾ, ਵੀ ਪੱਛਮ ਦੇ ਆਉਣ ਤੋਂ ਪਹਿਲਾਂ ਇੱਥੇ ਜਾਹਲ ਥੋੜ੍ਹਾ ਸੀ। ਉਹ ਸਾਰੇ ਬੜੀ ਉੱਚੀ ਸੱਭਿਅਤਾ। ਪੰਜਾਬ ਦੀ ਜੇ ਤੁਸੀਂ ਮਿਸਾਲ ਵੇਖਣੀ ਹੋਵੇ, ਤੁਸੀਂ ਹੜੱਪਾ ਸੱਭਿਅਤਾ ਦੀ ਮਿਸਾਲ ਵੇਖ ਲਓ, ਅਤੇ ਬੜੇ ਵਧੀਆ ਅਤੇ ਬੜੇ ਸਚਿਆਰੇ ਲੋਕ ਸੀ, ਇਹ ਮੰਨਿਆ ਜਾਂਦਾ। ਉਹਨਾਂ ਬਾਰੇ ਜਿਹੜੀਆਂ ਕੁਛ ਗੱਲਾਂ ਆਈਆਂ ਨੇ, ਜਿਹੜੀਆਂ ਹੁਣ ਤੱਕ ਨਿਕਲ ਕੇ ਆਈਆਂ ਨੇ, ਤਾਂ ਇਸ ਲਈ ਇਹ ਜਿਹੜਾ ਸੱਭਿਆਚਾਰ ਚਿੰਤਨ ਹੈ ਉਹਦੇ ਵਿੱਚ ਇਹ ਗੱਲ ਨਹੀਂ ਆਈ ਹੈਗੀ। ਇਹ ਤੁਹਾਡੇ ਵਿਦਿਆਰਥੀਆਂ ਲਈ ਇਹ ਇੱਕ ਖੋਜ ਦਾ ਵਿਸ਼ਾ ਵੀ ਹੈ। ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਖੇਤਰ ਦੇ ਵਿੱਚ ਖੋਜ ਕਰ ਸਕਦੇ ਹੋ ਅਤੇ ਵੱਧ ਤੋਂ ਵੱਧ ਗੱਲਾਂ ਨੇ ਜਿਹੜੀਆਂ ਉਹ ਲੈ ਕੇ ਆ ਸਕਦੇ ਹੋ। ਹੁਣ ਜਦੋਂ ਤੁਸੀਂ ਮੋਟੇ ਰੂਪ ਦੇ ਵਿੱਚ ਸੱਭਿਆਚਾਰ ਨੂੰ ਸਮਝਿਆ ਹੋਵੇ ਤਾਂ ਇਹ ਹੈ ਕਿ ਜਿਹੜੀ ਮਨੁੱਖ ਦੀ ਮੁਕੰਮਲ ਜ਼ਿੰਦਗੀ ਹੈ ਉਹਦੇ ਵਿੱਚ ਚਾਹੇ ਕਲਾ ਹੈ, ਚਾਹੇ ਨੈਤਿਕਤਾ, ਚਾਹੇ ਕਿੱਤੇ ਨੇ, ਚਾਹੇ ਗਿਆਨ ਹੈ, ਚਾਹੇ ਵਿਸ਼ਵਾਸ ਹੈ, ਚਾਹੇ ਉਹਦਾ ਕੋਈ ਕਰਮ ਹੈ, ਚਾਹੇ ਉਹਦੀ ਕੋਈ ਆਦਤ ਹੈ, ਚਾਹੇ ਉਹਦੀ ਕੋਈ ਯੋਗਤਾ ਸਮਰੱਥਾ ਹੈ, ਇਹ ਸਾਰੀਆਂ ਚੀਜ਼ਾਂ ਕੀ ਨੇ? ਇਹ ਸੱਭਿਆਚਾਰ ਨੇ। ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਬਣਾਉਣ ਵਾਲਾ ਕਾਰਕ ਮੰਨਿਆ ਜਾਂਦਾ ਸੀ ਰੂਹਾਨੀਅਤ, ਅਤੇ ਹੁਣ ਉਹਨੂੰ ਬਣਾਉਣ ਵਾਲਾ ਕਾਰਕ ਜਿਹੜੇ ਮਨੁੱਖੀ ਰਿਸ਼ਤੇ ਮੰਨੇ ਜਾਂਦੇ ਨੇ, ਠੀਕ ਹੈ, ਜਾਂ ਮਨੁੱਖ ਦੀਆਂ ਲੋੜਾਂ ਮੰਨੀਆਂ ਜਾਂਦੀਆਂ। ਤਾਂ ਇਸੇ ਨੁਕਤੇ ਤੋਂ ਜਦੋਂ ਹੁਣ ਅਸੀਂ ਵੇਖਦੇ ਹਾਂ ਵੀ ਸੱਭਿਆਚਾਰ, ਅਗਲੇ ਨੁਕਤੇ 'ਤੇ ਆਪਾਂ ਪਹੁੰਚ ਗਏ ਕਿ ਸੱਭਿਆਚਾਰ ਦੀ ਘਾੜਤ ਕਿਵੇਂ ਹੁੰਦੀ ਹੈ, ਸੱਭਿਆਚਾਰ ਬਣਦਾ ਕਿਵੇਂ, ਕਿਹੜੇ ਇਹੋ ਜਿਹੇ ਕਾਰਕ ਨੇ ਜਿਨ੍ਹਾਂ ਕਰਕੇ ਸੱਭਿਆਚਾਰ ਬਣਦਾ। ਮੰਨ ਲਓ ਵੀ ਆਪਾਂ ਪਹਿਲਾਂ 2-3 ਗੱਲਾਂ ਵੇਖ ਲਈਆਂ ਵੀ ਇੱਕ ਤਾਂ ਸੱਭਿਆਚਾਰ ਨਿਖੜਵਾਂ ਹੁੰਦਾ, ਹੈ ਨਾ, ਅਤੇ ਇੱਕ ਉਹ ਲੋਕਾਂ ਨੂੰ ਬੰਨ੍ਹ ਕੇ ਰੱਖਦਾ। ਤਾਂ ਉਹ ਕਿਹੜੇ ਕਾਰਕ ਨੇ ਇਹੋ ਜਿਹੇ ਜਿਨ੍ਹਾਂ ਕਰਕੇ ਸੱਭਿਆਚਾਰ ਬਣਦਾ, ਉਹਨਾਂ ਬਾਰੇ ਆਪਾਂ ਗੱਲ ਕਰੀਏ। ਤਾਂ ਜਿਹੜੇ ਸੱਭਿਆਚਾਰ ਚਿੰਤਕ ਨੇ ਉਹਨਾਂ ਨੇ ਇੱਕ ਗੱਲ 'ਤੇ ਜ਼ੋਰ ਦਿੱਤਾ ਕਿ ਸੱਭਿਆਚਾਰ ਦਾ ਜਿਹੜਾ ਬੁਨਿਆਦ ਹੁੰਦੀ ਹੈ ਉਹ ਹੁੰਦਾ ਭੂਗੋਲ। ਉਹ ਭੂਗੋਲ ਹੁੰਦਾ ਕਿਸੇ ਖਿੱਤੇ ਦਾ। ਜੇ ਖਿੱਤਾ ਮਾਰੂਥਲ ਦਾ ਹੈ ਤਾਂ ਉੱਥੋਂ ਦੇ ਲੋਕਾਂ ਦੀਆਂ ਆਦਤਾਂ ਦਰਿਆਵਾਂ ਵਾਲੇ ਖਿੱਤੇ ਨਾਲੋਂ ਵੱਖਰੀਆਂ ਹੋਣਗੀਆਂ, ਉਹਨਾਂ ਦੀਆਂ ਲੋੜਾਂ ਵੀ ਵੱਖਰੀਆਂ ਹੋਣਗੀਆਂ, ਉਹਨਾਂ ਦਾ ਜਿਉਣ ਵੀ ਵੱਖਰਾ ਹੋਊਗਾ, ਸਾਰਾ ਕੁਝ ਵੱਖਰਾ ਹੋਊਗਾ। ਤਾਂ ਜਿਹੜਾ ਭੂਗੋਲ ਹੈ, ਭੂਗੋਲ 'ਚ ਕੀ ਹੁੰਦਾ? ਮੌਸਮ ਹੁੰਦਾ, ਜਲਵਾਯੂ ਹੁੰਦਾ, ਹੈ ਨਾ। ਮੌਸਮ ਤਾਂ ਰੁੱਤਾਂ ਹੋ ਗਈਆਂ, ਜਲਵਾਯੂ ਹੋ ਗਿਆ ਜਿਹੜਾ ਪੌਣ ਪਾਣੀ, ਜਿਹੜਾ ਮੀਂਹ ਵਗੈਰਾ, ਨਮੀ ਨੂਮੀ ਵਾਲਾ, ਹੈ ਨਾ, ਅਤੇ ਮਿੱਟੀ ਹੋ ਗਈ, ਹੈ ਨਾ, ਬਨਸਪਤੀ ਹੋ ਗਈ, ਅਤੇ ਜੀਵ ਜੰਤੂ ਹੋ ਗਏ। ਇਹ ਸਾਰਾ ਕੁਝ ਭੂਗੋਲ ਦੇ ਵਿੱਚ ਸ਼ਾਮਲ ਹੈ ਨਾ। ਅਤੇ ਪਾਣੀ ਕਿਹੋ ਜਿਹਾ, ਜਿਵੇਂ ਮੰਨ ਲਓ ਵੀ ਹੁਣ ਤੁਸੀਂ ਵੇਖੋ ਵੀ ਇੱਥੇ ਪੰਜਾਬ ਦਾ ਜਿਹੜਾ ਪਹਿਲਾ ਪਾਣੀ ਸੀ, ਪੱਤਣ ਦਾ ਮੁੱਢਲੇ ਪਾਣੀ ਦਾ, ਉਹ ਮਿੱਠਾ ਪਾਣੀ ਸੀ ਅਤੇ ਹੌਲਾ ਪਾਣੀ ਸੀ,
ਠੀਕ ਹੈ। ਤੇ ਜੇ ਤੁਸੀਂ ਬੰਗਾਲ ਦੇ ਵਿੱਚ ਜਾਓ ਤਾਂ ਬੰਗਾਲ ਦੇ ਵਿੱਚ ਪਾਣੀ ਭਾਰਾ ਬਹੁਤ ਜ਼ਿਆਦਾ। ਤੇ ਇਹ ਮੈਂ ਸੁਣਿਆ ਕਹਿੰਦੇ ਬੰਗਾਲ ਵਾਲੇ ਮਤਲਬ ਆਮ ਤੌਰ 'ਤੇ ਜਿਹੜੀਆਂ ਸਧਾਰਨ ਚੀਜ਼ਾਂ ਨੇ ਉਹਨਾਂ ਨਾਲ ਵੀ ਮਿਰਚਾਂ ਵੱਧ ਖਾਂਦੇ ਨੇ। ਉਹਦਾ ਕਾਰਨ ਕੀ ਆ? ਕਿਉਂਕਿ ਉਹ ਭਾਰਾ ਪਾਣੀ ਨਾਲ ਬਣੀਆਂ ਹੋਈਆਂ ਚੀਜ਼ਾਂ ਬਿਨਾਂ ਭਾਰੀ ਮਿਰਚ ਤੋਂ ਪਚਦੀਆਂ ਹੀ ਨਹੀਂ ਹਨ। ਅਤੇ ਹੌਲੇ ਪਾਣੀ ਵਾਲਿਆਂ ਨੂੰ ਨਹੀਂ ਉਸ ਤਰ੍ਹਾਂ ਦੀ ਦਿੱਕਤ ਆਉਂਦੀ ਹੈ। ਤਾਂ ਜਿਹੜਾ ਉੱਥੋਂ ਦਾ ਪੌਣ ਪਾਣੀ ਆ ਉਹ ਮਿੱਟੀ ਹੈ, ਉਹ ਬੰਦਿਆਂ ਦੀਆਂ ਸਾਰੀਆਂ ਚੀਜ਼ਾਂ ਦੀ ਘਾੜਤ ਕਰਦਾ। ਭੂਗੋਲ ਕੀ ਘੜਦਾ? ਜਿਹੜਾ ਬੰਦੇ ਦਾ ਘਰ ਹੈ, ਬੰਦੇ ਦਾ ਕਿੱਤਾ ਹੈ, ਖਾਣ ਪੀਣ ਹੈ, ਪਹਿਰਾਵਾ ਹੈ, ਉਹਦੇ ਸਰੀਰ ਦੀ ਦੇਹ ਦੀ ਬਣਤਰ ਅਤੇ ਉਹਦਾ ਵਿਹਾਰ, ਇਹ ਸਾਰਾ ਕੁਝ ਉਹ ਭੂਗੋਲ ਦੇ ਵਿੱਚ ਘੜਿਆ ਜਾਂਦਾ। ਬੰਦੇ ਦਾ ਘਰ ਭੂਗੋਲ ਦੇ ਮੁਤਾਬਕ ਇਹੋ। ਤੁਸੀਂ ਵੇਖਦੇ ਹੋ ਪੱਛਮ ਦੇ ਵਿੱਚ ਜਿਹੜੇ ਦੇਸੀ ਬਰਫ਼ ਪੈਂਦੀ ਆ ਉਹਨਾਂ ਦੇ ਘਰ ਤਿਕੋਣੇ ਹੁੰਦੇ ਨੇ ਨਾ। ਅਤੇ ਆਪਾਂ ਜੇ ਇੱਥੇ ਤਿਕੋਣਾ ਪਾਉਣਾ ਹੋਵੇ ਤਾਂ ਟੌਰ ਵਜੋਂ ਪਾ ਲੈਂਦੇ ਹਾਂ, ਉਂਝ ਆਪਾਂ ਨੂੰ ਲੋੜ ਨਹੀਂ ਹੁੰਦੀ ਉਹਦੀ ਤਿਕੋਣੇ ਨੂੰ ਪਾਉਣ ਦੀ। ਅਤੇ ਜਿੱਥੇ ਮੰਨ ਲਓ ਵੀ ਜਿਹੜੇ ਦੇਸ਼ਾਂ ਵਿੱਚ ਭੂਚਾਲ ਆਉਂਦੇ ਨੇ ਅਤੇ ਉੱਥੇ ਉਹ ਘਰ ਹੌਲੇ ਪਾਉਂਦੇ ਨੇ ਲੱਕੜ ਦੇ, ਉੱਥੇ ਉਹ ਆਪਣੇ ਵਾਂਗੂ ਪੱਥਰ ਦੇ ਨਹੀਂ ਪਾਉਂਦੇ। ਜਿਹੜਾ ਮਨੁੱਖ ਦਾ ਘਰ ਵੀ ਆ ਅਤੇ ਉਹ ਉੱਥੋਂ ਦੇ ਭੂਗੋਲ 'ਤੇ, ਉੱਥੋਂ ਦੇ ਭੂਗੋਲ ਦੀਆਂ ਹਾਲਤਾਂ 'ਤੇ, ਉਹਦੇ 'ਤੇ ਨਿਰਭਰ ਹੁੰਦਾ। ਕਿੱਤੇ ਵੀ ਉੱਦਾਂ ਦੀ ਬਣਦੇ ਨੇ। ਹੁਣ ਇੱਥੇ ਕਿੱਤੇ ਨੇ ਜਿਹੜੇ ਪੰਜਾਬ ਦੇ ਵਿੱਚ, ਹੁਣ ਤਾਂ ਚਲੋ ਕਿੱਤਿਆਂ ਦਾ ਖਲਤ ਮਲਤ ਹੋ ਗਿਆ ਕੰਮ, ਪਰ ਪਹਿਲਾਂ ਇੱਥੇ ਸਾਰੇ ਦਾ ਸਾਰਾ ਕੁਝ ਖੇਤੀ 'ਤੇ ਕੇਂਦਰਿਤ ਸੀ। ਕੇਂਦਰ ਵਿੱਚ ਖੇਤੀ ਸੀ, ਚਾਹੇ ਕੋਈ ਵੀ ਜਾਤ ਵਰਨ ਹੋਵੇ, ਉਹਦੇ ਕੇਂਦਰ ਵਿੱਚ ਖੇਤੀ ਸੀ ਅਤੇ ਖੇਤੀ ਨਾਲ ਸਾਰਾ ਕੁਝ ਜੁੜਿਆ ਹੁੰਦਾ ਸੀ। ਠੀਕ ਹੈ। ਅਤੇ ਖੇਤੀ ਇੱਥੋਂ ਦੇ ਭੂਗੋਲ 'ਤੇ ਨਿਰਭਰ ਸੀ ਅਤੇ ਉਸ ਹਿਸਾਬ ਨਾਲ ਇੱਥੇ ਫਸਲਾਂ ਹੁੰਦੀਆਂ ਸੀ। ਅਤੇ ਉਹਦੇ ਕਰਕੇ ਹੀ ਫਿਰ ਸਾਰਾ ਰਿਸ਼ਤਾ ਨਾਤਾ ਪ੍ਰਬੰਧ ਸੀ, ਹੈ ਨਾ। ਵੀ ਜਿਵੇਂ ਲੁਹਾਰ, ਤਰਖਾਣ ਅਤੇ ਸੁਨਿਆਰ, ਘੁਮਾਰਾ ਕਿੱਤਾ, ਇਹ ਸਾਰੇ ਜਿਹੜੇ ਕਿੱਤੇ ਨੇ, ਇਹ ਕਿੱਤਿਆਂ ਦੀ ਜਾਤ ਦੇ ਨੁਕਤੇ ਤੋਂ ਇੱਕ ਆਪਣੀ ਵਿਆਖਿਆ, ਪਰ ਜਦੋਂ ਤੁਸੀਂ ਇਹਦੀ ਕਿੱਤੇ ਦੇ ਨੁਕਤੇ ਤੋਂ ਵਿਆਖਿਆ ਵੇਖੋ, ਪੰਜਾਬ ਦੇ ਪਿੰਡ ਦੀ ਬਣਤਰ ਦੇ ਨੁਕਤੇ ਤੋਂ ਵਿਆਖਿਆ ਵੇਖੋ ਤਾਂ ਹੋਰ ਹੈ। ਉਹ ਵਿਰੋਧ ਦੀ ਜਾਂ ਨਫ਼ਰਤ ਦੀ ਨਹੀਂ ਹੈ ਜਾਂ ਵਿਤਕਰੇ ਦੀ ਨਹੀਂ ਹੈ, ਉਹ ਸਾਂਝ ਦੀ ਹੈ। ਅਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਦੂਜੇ ਕਿੱਤੇ ਵਾਲੇ ਦੀ ਇੱਜ਼ਤ ਹੁੰਦੀ ਸੀ। ਮੈਂ ਬਹੁਤ ਹੀ ਇਹੋ ਜਿਹੇ ਹੁਣ ਪੰਜਾਬ ਦੇ ਵਿੱਚ ਇਹ ਮੰਨਿਆ ਜਾਂਦਾ ਨਾ ਵੀ ਜੱਟਾਂ ਦੀ ਡੋਮੀਨੈਂਸ ਹੈ, ਜੱਟਾਂ ਦੀ ਚੌਧਰ ਹੈ। ਮੇਰੇ ਪਿੰਡ ਵਿੱਚ ਕਈ ਇਸ ਤਰ੍ਹਾਂ ਦੇ ਬੰਦਿਆਂ ਨੂੰ ਜਾਣਦਾ। ਇੱਕ ਸਾਡੇ ਬਾਬਾ ਲੁਹਾਰ ਹੁੰਦਾ ਸੀ, ਮੈਂ ਬਹੁਤ ਹੀ ਜੱਟਾਂ ਨੂੰ ਉਹ ਗਾਲਾਂ ਕੱਢਦਾ ਵੇਖਿਆ ਅਤੇ ਉਹਨਾਂ ਦੇ ਉਹ ਗੰਡਾਸੇ ਚੱਕ ਕੇ ਬਾਹਰ ਮਾਰਦਾ ਸੀ ਵੀ ਜਦ ਤੂੰ ਤੋਂ ਪੈਸੇ ਤਾਂ ਦਿੱਤੇ ਨਹੀਂ ਜਾਂਦੇ, ਮੈਂ ਨਹੀਂ ਤੇਰੇ ਗੰਡਾਸੇ ਤਿੱਖੇ ਕਰਨੇ ਹਨ। ਇਸ ਤਰ੍ਹਾਂ ਦੀ ਗੱਲ ਮਤਲਬ ਜਦੋਂ ਅਸੀਂ ਹੁਣ ਆਧੁਨਿਕ ਸਮੇਂ ਦੇ ਵਿੱਚ ਅਸੀਂ ਨਵੀਆਂ ਵਿਆਖਿਆਵਾਂ ਦੇ ਨਾਲ ਗੱਲ ਰੱਖਦੇ ਹਾਂ ਤਾਂ ਉਹਦਾ ਹੋਰ ਮਤਲਬ ਹੈ, ਪਰ ਜਦੋਂ ਤੁਸੀਂ ਪਿੰਡ ਦੇ ਮੂਲ ਅੰਕੜੇ ਵੇਖੋ ਤਾਂ ਉਹਦਾ ਮਤਲਬ ਹੋਰ ਹੁੰਦਾ। ਇਹੀ ਸਾਡੀ ਇੱਕ ਦਿੱਕਤ ਵੀ ਆਉਂਦੀ ਹੈ ਕਿ ਸਾਡੇ ਚਿੰਤਨ ਦੀ ਦਿਸ਼ਾ ਕਿਤਾਬਾਂ ਤੋਂ ਨਿਰਧਾਰਿਤ ਹੋਣ ਕਰਕੇ ਹੋਰ ਪਾਸੇ ਚਲੀ ਜਾਂਦੀ ਹੈ। ਜੇ ਸਾਡੇ ਚਿੰਤਨ ਦੀ ਦਿਸ਼ਾ ਪਿੰਡ ਤੋਂ, ਪਿੰਡ ਦੀ ਅਸਲੀਅਤ ਤੋਂ ਹੋਵੇ ਤਾਂ ਹੋਰ ਪਾਸੇ ਜਾਵੇਗੀ। ਐਸੀ ਗੱਲ ਨਹੀਂ ਵੀ ਪੰਜਾਬ ਦੇ ਪਿੰਡਾਂ 'ਚ ਵਿਤਕਰੇ ਨਹੀਂ ਹਨ, ਹੈ ਨਾ, ਪਰ ਉਹਨਾਂ ਵਿਤਕਰਿਆਂ ਦੇ ਵਿੱਚ ਬਹੁਤ ਸਾਂਝਾਂ ਦੀ ਗੁੰਜਾਇਸ਼ ਵੀ ਪਈ ਹੈ, ਉਹ ਗੱਲਾਂ ਵੇਖਣ ਵਾਲੀਆਂ ਨੇ। ਇਸ ਤਰ੍ਹਾਂ ਜਿਹੜਾ ਖਾਣ ਪੀਣ ਹੈ, ਖਾਣ ਪੀਣ ਵੀ ਭੂਗੋਲ 'ਤੇ ਹੀ ਨਿਰਭਰ ਹੁੰਦਾ, ਕਿਸੇ ਸੱਭਿਆਚਾਰ ਦਾ ਕੇਂਦਰੀ ਤੱਤ ਹੁੰਦਾ। ਇਹ ਤੁਹਾਡੇ ਨਾਲ ਜਿਹੜੀਆਂ ਮੈਂ ਗੱਲਾਂ ਦੱਸੀ ਜਾ ਰਿਹਾ, ਇਹ ਸੱਭਿਆਚਾਰ ਦੇ ਅਗਾਂਹ ਤੱਤ ਵੀ ਨੇ। ਹੁਣ ਖਾਣ ਪੀਣ ਵੀ ਉਹਦੇ 'ਤੇ ਹੁੰਦਾ। ਹੁਣ ਅਸੀਂ ਦੇਖੋ ਆਟਾ ਕਿੰਨਾ ਖਾਂਦੇ ਆਪਾਂ, ਹੈ ਨਾ, ਪਰ ਦੱਖਣ ਵਾਲੇ ਸਾਡੇ ਜਿੰਨਾ ਆਟਾ ਨਹੀਂ ਖਾਂਦੇ, ਪੱਛਮ ਵਾਲੇ ਵੀ ਸਾਡੇ ਜਿੰਨਾ ਆਟਾ ਨਹੀਂ ਖਾਂਦੇ, ਅਤੇ ਪਹਾੜ ਵਾਲੇ ਵੀ ਸਾਡੇ ਜਿੰਨਾ ਆਟਾ ਨਹੀਂ ਖਾਂਦੇ। ਜਿਹੜੇ ਮੱਧ ਭਾਰਤ ਵਾਲੇ ਨੇ ਉਹ ਵੀ ਸਾਡੇ ਜਿੰਨਾ ਆਟਾ ਨਹੀਂ ਖਾਂਦੇ, ਉਹ ਚੌਲ ਖਾਂਦੇ ਨੇ, ਹੈ ਨਾ। ਇਹ ਕੀ ਕਾਰਨ ਹੈ? ਅਤੇ ਮਨੁੱਖ ਦਾ ਜਿਹੜਾ ਖਾਣ ਪੀਣ ਹੈ, ਜਿਵੇਂ ਜਿੱਥੇ ਬਹੁਤ ਜ਼ਿਆਦਾ ਠੰਡ ਪੈਂਦੀ ਹੈ ਅਤੇ ਉਹ ਬੰਦਿਆਂ ਦਾ ਖਾਣ ਪੀਣ ਬਿਲਕੁਲ ਹੋਰ ਤਰ੍ਹਾਂ ਦਾ ਹੋਊਗਾ, ਅਤੇ ਜਿੱਥੇ ਗਰਮੀ ਪੈਂਦੀ ਆ ਉੱਥੇ ਖਾਣ ਪੀਣ ਬਿਲਕੁਲ ਹੋਰ ਤਰ੍ਹਾਂ ਦਾ ਹੋਊਗਾ। ਤਾਂ ਇਸ ਤਰ੍ਹਾਂ ਜਿਹੜਾ ਭੂਗੋਲ ਹੈ ਉਹ ਮਨੁੱਖ ਦੇ ਖਾਣ ਪੀਣ ਦੀ, ਪਹਿਰਾਵੇ ਦੀ ਘਾੜਤ ਘੜਦਾ। ਜਿਵੇਂ ਹੁਣ ਸਾਡੇ ਬੰਦੇ ਇੱਥੇ ਧੋਤੀਆਂ ਪਾਉਂਦੇ ਸੀ, ਜਿਹੜੇ ਹੁਣ ਤੁਸੀਂ ਵੇਖੋ ਆ ਜਿਹੜਾ ਗਰਮ ਇਲਾਕਾ ਹੈ ਉਹ ਇਲਾਕੇ ਦੇ ਲੋਕ ਧੋਤੀਆਂ ਪਾਉਂਦੇ ਨੇ, ਤਾਂ ਤੁਹਾਨੂੰ ਲੱਗਦਾ ਵੀ ਜਿੱਥੇ ਮੰਨ ਲਓ ਬਰਫ਼ ਪੈਂਦੀ ਹੋਵੇ ਉੱਥੇ ਧੋਤੀਆਂ ਨਾਲ ਸਰ ਜੂਗਾ? ਨਹੀਂ ਸਰਦਾ। ਤਾਂ ਇਸ ਲਈ ਕੁੱਲ ਮਿਲਾ ਕੇ ਜਿਹੜਾ ਇਹ ਪਹਿਰਾਵਾ, ਇਹਦੇ 'ਤੇ ਵੀ ਸਾਰਾ ਅਸਰ ਪਾਉਂਦਾ। ਸਭ ਤੋਂ ਮਹੱਤਵਪੂਰਨ ਗੱਲ ਇਹ ਅਗਾਂਹ ਆਪਾਂ ਨਸਲ ਦੇ ਵਿੱਚ ਕਰਾਂਗੇ, ਬੰਦੇ ਦੀ ਦੇਹ 'ਤੇ ਵੀ ਭੂਗੋਲ ਅਸਰ ਪਾਉਂਦਾ। ਜਿਵੇਂ ਜਿਹੜੇ ਪਹਾੜੀ ਇਲਾਕਿਆਂ ਦੇ ਰਹਿਣ ਵਾਲੇ ਲੋਕ ਨੇ ਅਤੇ ਉਹਨਾਂ ਦੇ ਕੱਦ ਨੀਵੇਂ ਨੇ, ਛੋਟੇ ਨੇ। ਪਹਾੜ ਦੀ ਜਿਹੜੀ ਗਊ ਹੈ
ਉਹਦਾ ਵੀ ਕੱਦ, ਤੁਸੀਂ ਮੰਨ ਲਓ ਹਿਮਾਚਲ ਪ੍ਰਦੇਸ਼ ਚਲੇ ਜਾਓ, ਮੈਂ ਕੁਛ ਦਿਨ ਰਿਹਾ ਹਿਮਾਚਲ ਪ੍ਰਦੇਸ਼ 'ਚ, ਉੱਥੇ ਜਿਹੜੀਆਂ ਗਾਵਾਂ ਨੇ ਉਹਨਾਂ ਦੇ ਕੱਦ ਛੋਟੇ ਨੇ, ਆਪਣੀ ਗਾਂ ਹੋ ਜਾਂਦੀ ਹੈ ਐਡੀ ਵੱਡੀ, ਆਪਣੀ ਗਾਂ ਦੇ ਵਿੱਚੋਂ ਤਾਂ 4 ਗਊਆਂ ਨਿਕਲ ਆਉਣ। ਉਹਦਾ ਕਾਰਨ ਕੀ ਆ, ਉਹਨੇ ਮਤਲਬ ਕੋਈ ਜਿਹੜਾ ਪੈਰ ਹੈ ਉਹ ਬਰਾਬਰ ਨਹੀਂ ਧਰਨਾ, ਕੋਈ ਉੱਚਾ ਧਰਨਾ, ਕੋਈ ਨੀਵਾਂ ਧਰਨਾ, ਭਾਰੀ ਦੇ ਉੱਥੇ ਚੱਲਦੀ ਨਹੀਂ, ਉਹਨੂੰ ਕਿਸੇ ਨੇ ਸਿਖਾਇਆ ਨਹੀਂ ਹੈ, ਉਹ ਕੁਦਰਤ ਨੇ ਉੱਥੇ ਉਹਦੀ ਲੋੜ ਮੁਤਾਬਕ ਆਪ ਹੀ ਘੜ ਦਿੱਤੀ। ਤਾਂ ਇਸ ਲਈ ਜਿਹੜਾ ਮਨੁੱਖ ਦਾ ਚਾਹੇ ਅਗਾਂਹ ਵਿਵਹਾਰ ਵੀ ਹੈ ਮਨੁੱਖ ਦਾ, ਉਹਦੇ ਰੀਤੀ ਰਿਵਾਜ ਵੀ, ਉਹ ਸਾਰੇ ਉੱਦਾਂ ਹੀ ਘੜੇ ਜਾਂਦੇ ਨੇ। ਠੀਕ ਹੈ ਨਾ। ਮਾਰੂਥਲ ਵਾਲਿਆਂ ਦੇ ਰੀਤੀ ਰਿਵਾਜ ਸਾਡੇ ਨਾਲੋਂ, ਪਾਣੀ ਵਾਲਿਆਂ ਨਾਲੋਂ ਵੱਖਰੇ ਹੋਣਗੇ। ਇੱਥੇ ਪਾਣੀ ਵਾਰਿਆ ਜਾਂਦਾ, ਹੋ ਸਕਦਾ ਉੱਥੇ ਬਾਹਰ ਵਾਰਿਆ ਜਾਂਦਾ ਹੋਵੇ। ਠੀਕ ਹੈ। ਹੁਣ ਇੱਥੇ ਜਦੋਂ ਵਿਆਹ ਹੁੰਦੇ ਨੇ ਤਾਂ ਖੂਹ ਦੇ ਵਿੱਚੋਂ ਪਾਣੀ ਕੱਢ ਕੇ ਲੈ ਕੇ ਆਉਣ ਦਾ ਕਿੰਨੇ ਪਿੰਡਾਂ ਦੇ ਵਿੱਚ ਰਿਵਾਜ ਹੈ, ਬਹੁਤ ਕੁਝ ਹੈ। ਅੱਛਾ, ਦੂਸਰਾ ਜਿਹੜਾ ਸੱਭਿਆਚਾਰ ਨੂੰ ਬਣਾਉਣ ਵਾਲਾ ਕਾਰਕ ਹੈ, ਪਹਿਲਾ ਭੂਗੋਲ ਹੈ, ਦੂਸਰਾ ਹੈ ਨਸਲ। ਨਸਲ ਅਤੇ ਭੂਗੋਲ ਦਾ ਹੁੰਦਾ ਹੀ ਹੈ, ਹੈ ਨਾ। ਅਤੇ ਉਂਝ ਤਾਂ ਇਹ ਜਿਹੜਾ ਵਿਸ਼ਾ ਹੈ ਇਹ ਵਿਗਿਆਨ ਦਾ, ਅਤੇ ਵਿਗਿਆਨ ਵਾਲੇ ਫਿਰ ਮਨੁੱਖ ਦੇ ਜੀਨ ਦੀ ਗੱਲ ਕਰਦੇ ਨੇ, ਅਤੇ ਉਹਦੇ ਜੀਨ ਦੇ ਉੱਤੇ ਪੈਣ ਵਾਲੇ ਅਸਰਾਂ ਦੀ ਗੱਲ ਕਰਦੇ ਨੇ। ਜੀਨ ਉਂਝ ਤਾਂ ਮਨੁੱਖ ਐਸੀ ਸ਼ੈ ਆ ਵੀ ਇਹ ਬਹੁਤ ਛੇਤੀ ਸਿੱਖ ਜਾਂਦਾ, ਤੁਰਤ ਪੈਰ ਬਹੁਤ ਗੱਲਾਂ ਸਿੱਖ ਜਾਂਦਾ, ਮਨੁੱਖ ਦੀ ਸਿੱਖਣ ਦੀ ਸਮਰੱਥਾ ਬਹੁਤ ਜ਼ਿਆਦਾ। ਪਰ ਜਿਹੜਾ ਜੀਨ ਦਾ ਸੁਭਾਅ ਹੁੰਦਾ ਉਹ ਬਹੁਤ ਹੌਲੀ ਸਿੱਖਦਾ ਉਹ, ਅਤੇ ਬੰਦਾ ਆਪ ਚਾਹੇ ਜੋ ਮਰਜ਼ੀ ਸਿੱਖ ਜਾਵੇ, ਉਹਦੇ ਨਿਆਣੇ ਹੋ ਸਕਦਾ ਉਹੋ ਜਿਹੀ ਜੰਮਣ ਜਿਹੋ ਜਿਹਾ ਉਹ ਉਹਦੇ ਆਪਣੇ ਪੁਰਖੇ ਸੀ। ਨਹੀਂ ਤਾਂ ਫਿਰ ਜੇ ਇੱਦਾਂ ਹੁੰਦਾ ਵੀ ਇੰਨਾ ਸਿੱਖ ਜਾਣ ਵਾਲਾ ਹੁੰਦਾ, ਫਿਰ ਤਾਂ ਨਹੀਂ, ਸਿਆਣੇ ਬੰਦਿਆਂ ਦੇ ਬੱਚੇ ਬਹੁਤ ਸਿਆਣੇ ਹੀ ਜੰਮੇ ਸੀ, ਪਰ ਇੱਦਾਂ ਨਹੀਂ ਵਾਪਰਦਾ ਨਾ। ਅਤੇ ਜਿਹੜਾ ਜੀਨ ਦਾ ਸੁਭਾਅ ਹੈ ਅਤੇ ਉਹਦੇ ਵਿੱਚ ਉਹਦਾ ਆਕਾਰ, ਉਹਦਾ ਰੰਗ, ਉਹਦੇ ਨਕਸ਼ ਉਹ ਘੜੇ ਜਾਂਦੇ ਨੇ, ਅਤੇ ਇਹ ਵੀ ਅਗਾਂਹ ਮਨੁੱਖ ਦੇ ਸੱਭਿਆਚਾਰ ਦਾ ਹਿੱਸਾ ਹੁੰਦੇ ਨੇ। ਮਨੁੱਖ ਦਾ ਹੀ ਜਦ ਰੂਪ ਨੇ ਤਾਂ ਇਹ ਸੱਭਿਆਚਾਰ ਦਾ ਹਿੱਸਾ ਆਪਣੇ ਆਪ ਵਿੱਚ ਇਹ ਹੋਣਾ ਹੀ ਨੇ। ਅੱਛਾ, ਤੀਸਰਾ ਜਿਹੜਾ ਸੱਭਿਆਚਾਰ ਨੂੰ ਬਣਾਉਣ ਵਾਲਾ ਕਾਰਕ ਹੁੰਦਾ ਉਹ ਹੁੰਦਾ ਵਿਰਾਸਤ। ਇਹ ਸਭ ਤੋਂ ਵੱਧ ਜ਼ੋਰ ਵਾਲੀ ਸ਼ੈ ਇਹੀ ਹੈ। ਅਤੇ ਵਿਰਾਸਤ ਕਈ ਰੂਪਾਂ ਵਿੱਚ ਹੁੰਦੀ ਹੈ। ਇੱਕ ਤਾਂ ਪਦਾਰਥਕ ਹੋ ਜਾਂਦੀ ਹੈ, ਹੈ ਨਾ, ਵੀ ਜਿਹੜੇ ਪੂਰਬਲੇ ਤੁਹਾਡੇ ਬਜ਼ੁਰਗ ਸੀ ਉਹਨਾਂ ਨੇ ਕੀ ਪਦਾਰਥਕ ਤੌਰ 'ਤੇ ਕੀ ਸਿਰਜਿਆ, ਤੁਹਾਨੂੰ ਕਿੱਤੇ ਵਜੋਂ ਕੀ ਦਿੱਤਾ, ਤੁਹਾਨੂੰ ਧਰਤੀ ਉਹਨਾਂ ਨੇ ਕਿਹੋ ਜਿਹੀ ਦਿੱਤੀ। ਠੀਕ ਹੈ। ਅਤੇ ਹੋਰ ਉਹਨਾਂ ਨੇ ਤੁਹਾਨੂੰ ਮਤਲਬ ਸੰਸਥਾਵਾਂ ਕਿਹੋ ਜਿਹੀਆਂ ਦਿੱਤੀਆਂ, ਕਿੰਨਾ ਕੁਝ ਹੈ ਜਿਹੜਾ ਉਹ ਤੁਹਾਨੂੰ ਦਿੱਤਾ ਉਹਨੇ। ਇਹ ਪਦਾਰਥਕ ਵਿਰਾਸਤ ਹੋ ਗਈ ਸਾਨੂੰ ਇੱਕ ਮਿਲਣ ਵਾਲੀ। ਦੂਸਰੀ ਹੈ ਮਾਨਸਿਕ ਵਿਰਾਸਤ। ਮਾਨਸਿਕ ਵਿਰਾਸਤ ਧੱਕੇ ਨਾਲ ਅੱਗੇ ਨਹੀਂ ਤੋਰੀ ਜਾ ਸਕਦੀ। ਮਾਨਸਿਕ ਵਿਰਾਸਤ ਅਵਚੇਤਨ ਜਿਹੜਾ ਹੁੰਦਾ ਨਾ ਉਹਦੇ ਨਾਲ ਜੁੜੀ ਹੁੰਦੀ ਹੈ। ਅਤੇ ਜਿਹੜਾ ਜਿਵੇਂ ਪੰਜਾਬ ਦਾ ਸਮੂਹਿਕ ਅਵਚੇਤਨ ਹੈ, ਜਿਵੇਂ ਹੁਣ ਵੀ ਆਪਾਂ ਵੇਖਿਆ ਪਿਛਲੇ ਸਮੇਂ ਦੇ ਵਿੱਚ ਕਿਸਾਨ ਮੋਰਚਾ ਲੱਗਿਆ ਅਤੇ ਪੰਜਾਬ ਦਾ ਆਮ ਤੋਂ ਆਮ ਬੰਦਾ ਵੀ ਉਹਦਾ ਹਿੱਸਾ ਬਣ ਗਿਆ। ਕਿਉਂ ਬਣ ਗਿਆ? ਕਿਉਂਕਿ ਇੱਥੇ ਇਤਿਹਾਸਕ ਤੌਰ 'ਤੇ ਇੱਕ ਐਸੇ ਮਨ ਦੀ ਘਾੜਤ ਹੋਈ ਹੈ ਜਿਹਦੇ ਵਿੱਚ ਸਿੱਖੀ ਦਾ ਮੂਲ ਆਧਾਰ ਹੈ, ਜਾਂ ਜਿਹੜੀ ਪਰੰਪਰਾ ਹੈ ਸਾਡੇ ਕੋਲ, ਅਤੇ ਉਹਦੇ ਖਿਲਾਫ, ਇੱਕ ਸੱਤਾ ਦੇ ਖਿਲਾਫ, ਇੱਕ ਤਾਕਤ ਜਿਹੜੀ ਜ਼ਬਰ ਕਰਦੀ ਆ, ਉਹਦੇ ਖਿਲਾਫ ਲੜਨ ਵਾਲੇ ਤੱਤ ਦੀ ਥਾਂ ਹੈਗੀ ਆ। ਉਂਝ ਚਾਹੇ ਆਮ ਹਾਲਤਾਂ ਕਰਕੇ, ਜਿਹਨੂੰ ਚਾਹੇ ਤੁਸੀਂ ਲਾ ਲਓ ਵੀ ਨਸ਼ੇ ਵਿੱਚ ਮੰਨ ਲਓ, ਜਾਂ ਹੋਰ ਆ ਗੀਤਾਂ ਵਾਲਾ ਜਿਹੜਾ ਨਵਾਂ ਸੱਭਿਆਚਾਰ ਆ, ਪਾਪੂਲਰ ਸੱਭਿਆਚਾਰ, ਉਹਦੇ ਵਿੱਚ ਖਲਤ ਮਲਤ ਮੰਨ ਲਓ, ਪਰ ਉਹਦੇ ਬਾਵਜੂਦ ਵੀ ਉਹਦਾ ਇੱਕ ਪ੍ਰਗਟਾਅ ਹੋਇਆ ਉਸ ਵੇਲੇ 'ਚ। ਉਹ ਪ੍ਰਗਟਾਅ ਇਸੇ ਕਰਕੇ ਹੋਇਆ ਕਿ ਉਹਦੀ ਵਿਰਾਸਤ ਸਮੂਹਿਕ ਅਵਚੇਤਨ ਵਜੋਂ ਪਈ ਸੀ। ਜਿਹੜੇ ਬੰਦੇ ਨਹੀਂ ਵੀ ਕਿਸਾਨ ਸੀ ਉਹ ਵੀ ਪਹੁੰਚੇ। ਇਹ ਸਮੂਹਿਕ ਅਵਚੇਤਨ ਕਰਕੇ ਵਾਪਰਿਆ। ਸਮੂਹਿਕ ਅਵਚੇਤਨ ਹੁੰਦਾ ਵੀ ਸਾਂਝਾ, ਠੀਕ ਹੈ ਨਾ, ਉਹ ਸਾਂਝਾ ਹੁੰਦਾ, ਸਮੂਹਿਕ ਚੇਤਾ ਕਹਿ ਲਓ, ਹੈ ਨਾ, ਯਾਦ ਕਹਿ ਲਓ। ਅੱਛਾ, ਇੱਕ ਵਿਰਾਸਤ ਦਾ ਹਿੱਸਾ ਹੁੰਦਾ ਜਿਹੜੀ ਬੋਲੀ ਅਤੇ ਲਿਪੀ। ਜਿਹੜੀ ਬੋਲੀ ਅਤੇ ਲਿਪੀ ਇਹ ਬੰਦੇ ਦੀ ਵਿਰਾਸਤ ਵਿੱਚੋਂ ਵੱਡੀ ਸ਼ੈ ਆ, ਕੇਂਦਰੀ ਸ਼ੈ ਆ। ਅਤੇ ਬੋਲੀ ਅਤੇ ਲਿਪੀ ਬਾਰੇ ਜੇ ਤੁਸੀਂ ਇੱਕ ਸੰਕੇਤ ਮਾਤਰੇ ਗੱਲ ਸਮਝਣੀ ਹੋਵੇ ਤਾਂ ਉਹ ਇਹ ਹੈ ਕਿ ਇਹ ਮਨੁੱਖ ਨੂੰ ਤ੍ਰੈਕਾਲੀ ਬਣਾਉਂਦੀ ਹੈ। ਇੱਕ ਥਾਂ ਤੋਂ ਚੱਕ ਕੇ ਦੂਜੇ ਥਾਂ ਤੱਕ ਗਿਆਨ ਨੂੰ ਪਹੁੰਚਾ ਦਿੰਦੀ ਹੈ। ਜਿਵੇਂ ਸਾਡੇ ਪੁਰਖਿਆਂ ਦਾ ਗਿਆਨ, ਮੰਨ ਲਓ ਗੁਰੂ ਨਾਨਕ ਸਾਹਿਬ ਦੀ ਗੱਲ ਪੜ੍ਹਨ ਬੋਲਣ ਦੇ ਅਸੀਂ ਅੱਜ ਸਮਰੱਥ ਹਾਂ। ਕਿਉਂ? ਕਿਉਂਕਿ ਸਾਡੇ ਕੋਲ ਬੋਲੀ ਅਤੇ ਲਿਪੀ ਹੈ ਸੀ, ਜਿਹਦੇ ਕਰਕੇ ਸਾਡੇ ਕੋਲ ਗੱਲ ਅੱਜ ਹੈ। ਜਿਹੜੀ ਅੱਜ ਗੱਲ ਹੈ ਉਹ ਅੱਗੇ ਖਾਤਰ ਸਾਂਭੀ ਗਈ। ਬੋਲੀ ਅਤੇ ਲਿਪੀ ਇਸ ਤਰ੍ਹਾਂ ਵਿਰਾਸਤ ਨੂੰ ਬਣਾ ਦਿੰਦੇ ਨੇ, ਹੈ ਨਾ। ਜਿਵੇਂ ਮੰਨ ਲਓ ਬਹੁਤ ਕੁਝ ਨਸਲ ਵਜੋਂ ਤੁਰਦਾ,
ਤਾਂ ਬੋਲੀ ਅਤੇ ਲਿਪੀ ਗਿਆਨ ਵਜੋਂ ਬੰਨ੍ਹ ਕੇ ਬਹੁਤ ਕੁਝ, ਗਿਆਨ ਦੀਆਂ ਪੋਟਲੀਆਂ ਬਹੁਤ ਬੰਨ੍ਹ ਕੇ ਤੁਰਦੀ ਹੈ, ਅਤੇ ਇਹ ਵਿਰਾਸਤ ਦਾ ਇੱਕ ਵੱਡਾ ਹਿੱਸਾ ਹੁੰਦਾ। ਬਾਕੀ ਵਿਰਾਸਤ ਵਿੱਚ ਕੁਝ ਪ੍ਰਵਾਨਗੀਆਂ, ਕੁਝ ਮਨਾਹੀਆਂ ਜਿਹੜੀਆਂ ਮਨੁੱਖ ਮੌਖਿਕ ਤੌਰ 'ਤੇ ਮੰਨ ਲੈਂਦਾ ਜਾਂ ਦੱਸ ਦਿੰਦੇ ਹਨ। ਮਤਲਬ ਵੀ ਕੁਝ ਚੀਜ਼ਾਂ ਨੇ, ਜਿਵੇਂ ਹੁਣ ਵੱਡਿਆਂ ਦੀ ਇੱਜ਼ਤ ਕਰਨੀ, ਇਹਦੀ ਪ੍ਰਵਾਨਗੀ ਇਹ ਸਾਨੂੰ ਮਿਲੀ ਹੋਈ ਹੈ ਨਾ। ਇਹਦੇ ਉਲਟ ਮੰਨ ਲਓ ਵੀ ਕਿਸੇ ਵੱਡੇ ਬੰਦੇ ਨੂੰ ਮੰਦਾ ਬੋਲਣਾ ਜਾਂ ਕਿਸੇ ਨੀਵੇਂ ਤੋਂ ਖੋਹ ਕੇ ਖਾਣਾ, ਇਹਦੀ ਪ੍ਰਵਾਨਗੀ ਨਹੀਂ ਹੈ। ਇਹ ਮਨਾਹੀਆਂ ਨੇ ਨਾ, ਪ੍ਰਵਾਨਗੀਆਂ ਮਨਾਹੀਆਂ ਨੇ ਜਿਹੜੀਆਂ ਇਹ ਚੱਲਦੀਆਂ ਨੇ। ਤਾਂ ਇਹ ਇੱਕ ਬੜਾ ਵੱਡਾ ਵਰਤਾਰਾ ਹੈ, ਅਤੇ ਜਿਹੜਾ ਸੱਭਿਆਚਾਰ ਦੀ ਘਾੜਤ ਕਰਦਾ ਹੈ ਨਾ। ਵਿਰਾਸਤ ਬਾਰੇ ਆਪਣੇ ਆਪ ਦੇ ਵਿੱਚ ਕਈ ਕਿਤਾਬਾਂ ਮਿਲਦੀਆਂ ਨੇ, ਤੁਸੀਂ ਵੇਖ ਸਕਦੇ ਹੋ, ਜਿਹਨੂੰ ਵਿਰਸਾ ਕਹਿੰਦੇ ਨੇ ਹੈ ਨਾ। ਅਤੇ ਉਹ ਵਿਰਸੇ ਦੇ ਹੁਣ ਕਿੱਤੇ ਦਾ ਆਪਣਾ ਵਿਰਸਾ ਹੈ, ਹਰੇਕ ਕਿੱਤੇ ਦਾ ਆਪਣਾ ਵਿਰਸਾ ਹੈ, ਹਰੇਕ ਪਰਿਵਾਰ ਦਾ ਆਪਣਾ ਵਿਰਸਾ ਹੈ, ਪਿੰਡ ਦਾ ਆਪਣਾ ਵਿਰਸਾ ਹੈ, ਸਾਰੇ ਪੰਜਾਬ ਦਾ ਆਪਣਾ ਵਿਰਸਾ ਹੈ, ਪੰਜਾਬ ਦੇ ਇੱਕ ਖਿੱਤੇ ਦਾ ਆਪਣਾ ਵਿਰਸਾ। ਮੰਨ ਲਓ ਪੋਠੋਹਾਰ ਵਾਲਿਆਂ ਦਾ ਵੱਖਰਾ ਹੈ ਨਾ, ਬਾਂਗਰ ਵਾਲਿਆਂ ਦਾ ਬਿਲਕੁਲ ਵੱਖਰਾ, ਠੀਕ ਹੈ, ਪੁਆਧ ਵਾਲਿਆਂ ਦਾ ਹੋਰ ਤਰ੍ਹਾਂ ਦਾ। ਇਸ ਤਰ੍ਹਾਂ ਇਹ ਜਿਹੜੇ ਵਿਰਸੇ ਦੇ ਕਿੰਨੇ ਹੀ ਰੂਪ ਅਤੇ ਤੱਤ ਨੇ, ਇਹ ਮੋਟੀਆਂ-ਮੋਟੀਆਂ ਜਿਹੀਆਂ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਅੱਛਾ, ਹੁਣ ਤੀਜਾ ਨੁਕਤਾ ਇਹ ਆ ਗਿਆ ਤੁਹਾਡੇ ਸਾਹਮਣੇ ਵੀ ਜੇ ਸਾਨੂੰ ਕੋਈ ਬੰਦਾ ਕਹਿ ਦੇਵੇ ਸੱਭਿਆਚਾਰ ਬਾਰੇ ਗੱਲ ਕਰਨ ਨੂੰ, ਤਾਂ ਸੱਭਿਆਚਾਰ ਨੂੰ ਪਛਾਣਨਾ ਕਿਵੇਂ ਆ? ਕਿਉਂਕਿ ਹੁਣ ਸਾਡੇ ਸਾਹਮਣੇ ਇੱਕ ਮੁਸ਼ਕਿਲ ਇਹ ਆਈ ਹੋਈ ਆ ਕਿ ਹਰੇਕ ਗਾਉਣ ਵਾਲਾ ਆਪਣੇ ਆਪ ਨੂੰ ਸੱਭਿਆਚਾਰਕ ਗਾਇਕ ਲਿਖ ਲੈਂਦਾ, ਠੀਕ ਹੈ। ਤਾਂ ਇਸ ਲਈ ਕਿਹੜੀ ਚੀਜ਼ ਸੱਭਿਆਚਾਰਕ ਹੈ ਅਤੇ ਕਿਹੜੀ ਚੀਜ਼ ਸੱਭਿਆਚਾਰਕ ਨਹੀਂ ਹੈ, ਉਹਦੇ ਖਾਤਰ ਤੁਹਾਨੂੰ ਗੱਲ ਵੇਖਣ ਦੀ ਲੋੜ ਬਹੁਤ, ਤਾਂ ਜੋ ਫਿਰ ਸਾਨੂੰ ਇਸ ਗੱਲ ਦੇ ਵਿੱਚ ਸਾਫ਼ ਰੂਪ ਦੇ ਵਿੱਚ ਪਤਾ ਹੋਣਾ ਚਾਹੀਦਾ ਵੀ ਸੱਭਿਆਚਾਰ ਨੂੰ ਪਛਾਣਨ ਵਾਲੇ ਲੱਛਣ ਕਿਹੜੇ-ਕਿਹੜੇ ਨੇ। ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ। ਉਹ 5-6 ਲੱਛਣ ਨੇ। ਪਹਿਲਾ ਲੱਛਣ ਤਾਂ ਇਹ ਹੈ ਵੀ ਜਿਹੜੀ ਆਪਾਂ ਪਹਿਲਾਂ ਗੱਲ ਕਰੀ ਸੀ ਕਿ ਸੱਭਿਆਚਾਰ ਬੰਦੇ ਨੂੰ ਬੰਦਾ ਬਣਾਉਂਦਾ ਹੈ ਨਾ। ਬੰਦੇ ਨੂੰ ਬੰਦਾ ਬਣਾਉਣ ਦੀ ਜਿਹੜੀ ਪੁਰਾਣੀ ਵਿਧੀ ਆ ਉਹਨੂੰ ਤਾਂ ਬੰਦਗੀ ਕਿਹਾ ਜਾਂਦਾ ਹੈ ਨਾ, ਜਿਹੜੀ ਅਰਬੀ ਪਰੰਪਰਾ ਤੋਂ ਆਈ ਆ ਬੰਦਗੀ ਹੈ ਨਾ। ਪਰ ਹੁਣ ਜਿਹੜਾ ਨਵਾਂ ਚਿੰਤਨ ਹੈ ਉਹ ਬੰਦਗੀ ਨੂੰ ਨਹੀਂ ਮੰਨਦਾ ਹੈ ਨਾ, ਉਹ ਹੋਰ ਤਰੀਕੇ ਕਹਿੰਦੇ ਨੇ, ਕਿਉਂਕਿ ਉਹਦਾ ਫਰਕ ਪੈ ਗਿਆ ਧਰਮ ਨਾਲੋਂ। ਪਰ ਇਹ ਗੱਲ ਅਜੇ ਵੀ ਸੱਚ ਹੈ ਕਿ ਬੰਦੇ ਨੂੰ ਬੰਦਾ ਬਣਾਉਣ ਵਾਲਾ ਜਿਹੜਾ ਪ੍ਰਬੰਧ ਹੈ, ਢਾਂਚਾ ਹੈ, ਉਹ ਸੱਭਿਆਚਾਰ ਹੁੰਦਾ। ਬੰਦੇ ਨੂੰ ਪਾਪੀ ਤੋਂ ਪੁੰਨੀ ਬਣਾ ਦੇਵੇ, ਮਾੜੇ ਤੋਂ ਚੰਗਾ ਬਣਾ ਦੇਵੇ, ਅਸ਼ੁੱਧ ਤੋਂ ਸ਼ੁੱਧ ਬਣਾ ਦੇਵੇ, ਇਹ ਸਾਰਾ ਕੁਝ ਕਰਨ ਵਾਲਾ ਜਿਹੜਾ ਢਾਂਚਾ ਹੈ, ਅਤੇ ਇਹਨੂੰ ਸੱਭਿਆਚਾਰ ਆਖਿਆ ਜਾਂਦਾ। ਜਿਹੜਾ ਕੋਈ ਕੰਮ, ਜਿਹੜਾ ਕੋਈ ਕਿੱਤਾ, ਜਿਹੜਾ ਕੋਈ ਸੰਕਲਪ ਜਾਂ ਜਿਹੜਾ ਵੀ ਕੋਈ ਵਰਤਾਰਾ ਇਹ ਕੰਮ ਨਹੀਂ ਕਰ ਰਿਹਾ ਜਾਂ ਇਹਦੋਂ ਉਲਟ ਤੁਰ ਰਿਹਾ, ਤਾਂ ਇਹਦਾ ਮਤਲਬ ਉਹ ਸੱਭਿਆਚਾਰ ਨਹੀਂ ਹੈ, ਠੀਕ ਹੈ। ਇੱਕ ਨੁਕਤਾ ਇਹ ਹੋ ਗਿਆ। ਇਹਦੇ ਬਾਰੇ ਇੱਕ ਸਵਾਲ ਇਹ ਵੀ ਅਜੇ ਤੱਕ ਕਿ ਸੱਭਿਆਚਾਰ ਕੇਵਲ ਬੰਦਿਆਂ ਦਾ ਹੀ ਅਜੇ ਤੱਕ, ਪਰ ਇਸ ਮਾਮਲੇ ਬਾਰੇ ਸਾਫ਼ ਗੱਲ ਇਹ ਹੈ ਵੀ ਬੰਦੇ ਨੂੰ ਅਜੇ ਇੰਨਾ ਹੀ ਪਤਾ ਕਿ ਸੱਭਿਆਚਾਰ ਬੰਦਿਆਂ ਦਾ ਹੀ ਹੈ। ਬਾਕੀ ਜੀਵਾਂ ਦੇ ਵੀ ਰਿਸ਼ਤੇ ਹਨ, ਉਹ ਵਿਗਿਆਨ ਬੜੀ ਦੂਰ ਤੱਕ ਪਹੁੰਚ ਗਈ, ਉਹਦੇ ਬਾਰੇ ਸਾਨੂੰ ਉਨੀ ਜਾਣਕਾਰੀ ਨਹੀਂ ਹੈ, ਉਹ ਵਿਗਿਆਨ ਵਾਲੇ ਵਿਸ਼ੇਸ਼ਕ ਦੱਸ ਸਕਦੇ ਨੇ, ਕਿਉਂਕਿ ਉਹਨਾਂ ਨੇ ਤਾਂ ਜਿਹੜੀਆਂ ਚੀਜ਼ਾਂ ਨੂੰ ਹੁਣ ਤੱਕ ਅਸੀਂ ਨਿਰਜੀਵ ਦੱਸਦੇ ਸੀ, ਉਹਨਾਂ ਦੇ ਵੀ ਸਜੀਵ ਜਿਹੜੇ ਰਿਐਕਸ਼ਨ ਨੇ, ਪ੍ਰਤੀਕਿਰਿਆਵਾਂ ਨੇ, ਉਹ ਦਰਜ ਕਰਨ ਲੱਗ ਗਏ। ਚਲੋ ਅੱਛਾ, ਦੂਸਰੀ ਗੱਲ, ਸੱਭਿਆਚਾਰ ਦਾ ਦੂਸਰਾ ਨੁਕਤਾ ਇਹ ਹੁੰਦਾ ਕਿ ਇਹ ਇੱਕ ਪ੍ਰਬੰਧ ਹੁੰਦਾ, ਇਹ ਇੱਕ ਢਾਂਚਾ ਹੁੰਦਾ। ਪ੍ਰਬੰਧ ਦਾ ਇੱਕ ਲੱਛਣ ਇਹ ਹੁੰਦਾ ਕਿ ਪ੍ਰਬੰਧ ਦੇ ਵਿੱਚ ਕਈ ਪੁਰਜੇ ਹੁੰਦੇ ਨੇ। ਜਿਵੇਂ ਮਸ਼ੀਨ ਚੱਲਦੀ ਹੈ ਨਾ, ਉਸ ਤਰ੍ਹਾਂ ਪ੍ਰਬੰਧ ਦੇ ਵਿੱਚ ਕਈ ਪੁਰਜੇ ਹੁੰਦੇ ਨੇ। ਉਹ ਪੁਰਜੇ ਉਹਦੇ ਅੰਗ ਹੁੰਦੇ ਨੇ, ਉਹ ਪੁਰਜਿਆਂ ਨਾਲ ਉਹ ਚੱਲਦਾ। ਉਹਦੇ ਵਿੱਚੋਂ ਜੇ ਕੋਈ ਪੁਰਜਾ ਖਰਾਬ ਹੋ ਗਿਆ ਤਾਂ ਫਿਰ ਇਹਦਾ ਮਤਲਬ ਸਾਰੇ ਸੱਭਿਆਚਾਰ 'ਤੇ ਅਸਰ ਪੈਣਾ। ਉਹ ਫਿਰ ਅਗਾਂਹ ਉਸ ਪੁਰਜੇ ਦੀ ਅਹਿਮੀਅਤ 'ਤੇ ਨਿਰਭਰ ਹੈ ਵੀ ਉਹ ਪੁਰਜਾ ਕਿੰਨਾ ਕੁ ਅਹਿਮ ਹੈ। ਜੇ ਉਹ ਘੱਟ ਅਹਿਮ ਹੈ ਤਾਂ ਘੱਟ ਮਾੜਾ ਅਸਰ ਪਊਗਾ, ਜੇ ਉਹ ਪੁਰਜਾ ਵੱਧ ਅਹਿਮ ਹੈ ਤਾਂ ਵੱਧ ਮਾੜਾ ਅਸਰ ਪਊਗਾ। ਅਤੇ ਕਿਹੜੇ ਪੁਰਜੇ ਨੇ? ਜਿਵੇਂ ਸੰਸਥਾਵਾਂ ਹੁੰਦੀਆਂ ਨੇ ਕਿਸੇ ਸੱਭਿਆਚਾਰ ਦਾ, ਉਹ ਇੱਕ ਉਹਦਾ ਕੇਂਦਰੀ ਪੁਰਜਾ ਹੁੰਦੀਆਂ ਨੇ। ਸੰਸਥਾਵਾਂ ਦੇ ਵਿੱਚੋਂ ਇੱਕ ਤਾਂ ਰਿਸ਼ਤਾ ਨਾਤਾ ਪ੍ਰਬੰਧ, ਇਹਨੂੰ ਸੰਸਥਾ ਮੰਨਿਆ ਜਾਂਦਾ। ਇੱਕ ਸੱਭਿਆਚਾਰ ਦੇ ਵਿੱਚ ਜਿਹੜਾ ਨਿਆਂ ਦਾ ਪ੍ਰਬੰਧ ਹੁੰਦਾ, ਉਹ ਵੀ ਇੱਕ ਸੰਸਥਾ ਹੁੰਦੀ ਹੈ। ਹੁਣ ਜਿਹੜੀਆਂ ਸਾਡੇ ਪੁਰਾਣਾ ਨਿਆਂ ਦਾ ਪ੍ਰਬੰਧ ਪਿੰਡ ਪੰਚਾਇਤ ਹੁੰਦੀ ਸੀ ਨਾ,
ਪਰ ਇਹਦੇ ਵਿੱਚ ਸੱਥ ਦੇ ਵਿੱਚ ਉਹ ਜੇ ਸੱਚੀ ਗੱਲ ਨਹੀਂ ਸੀ ਕਰਦੇ ਤਾਂ ਅਗਲਾ ਚੌਧਰੀ ਨਹੀਂ ਸੀ ਰਹਿੰਦਾ, ਕਿਉਂਕਿ ਪਿੰਡ ਦੇ ਵਿੱਚ ਮਾਨਤਾ ਹੀ ਇਸ ਗੱਲ ਦੀ ਹੁੰਦੀ ਸੀ ਅਤੇ ਬੰਦੇ ਨੇ ਨਿਆਂ ਕਰਨਾ। ਤਾਂ ਇਸੇ ਕਰਕੇ ਤੁਸੀਂ ਬਹੁਤ ਵਾਰੀ ਇਹ ਸੁਣਿਆ ਹੋਊ ਵੀ ਜਿਹੜੇ ਪੁਰਾਣੇ ਬੰਦੇ ਸੀ, ਤੁਸੀਂ ਫਿਲਮਾਂ ਫੁਲਮਾਂ 'ਚ ਜਾਂ ਹੋਰ ਵੀ ਥਾਂ ਵੇਖਿਆ ਹੋਊ ਵੀ ਜਿਹੜੀ ਬੰਦੇ ਦੇ ਮੂੰਹੋਂ ਗੱਲ ਨਿਕਲ ਗਈ ਅਤੇ ਉਹ ਗੱਲ ਨੂੰ ਪੁਗਾਉਣ ਖਾਤਰ ਉਹ ਆਪਣੇ ਬੱਚਿਆਂ ਦਾ ਕਤਲ ਕਰਨ ਤੱਕ ਜਾਂਦੇ ਸੀ। ਇੱਕ ਦੋ ਫਿਲਮਾਂ ਦੇ ਵਿੱਚ ਮੈਂ ਇੱਦਾਂ ਵੇਖਿਆ ਵੀ ਬੰਦਾ ਜਿਹੜਾ ਚੌਧਰੀ ਹੁੰਦਾ ਉਹ ਪਹਿਲਾਂ ਕਹਿੰਦਾ ਹੁੰਦਾ ਸੀ ਵੀ ਇਸ ਗੱਲ ਲਈ ਤਾਂ ਮੌਤ ਦੀ ਸਜ਼ਾ ਬਣਦੀ ਹੈ, ਅਤੇ ਉਹ ਫਿਰ ਉਹ ਬੰਦੇ ਕਹਿ ਦਿੰਦੇ ਨੇ ਵੀ ਇਹ ਗੁਨਾਹ ਤੇਰੇ ਪੁੱਤ ਨੇ ਕੀਤਾ, ਉਹ ਕਹਿੰਦਾ ਫਿਰ ਇਹਦੇ ਲਈ ਵੀ ਇਹੀ ਹੈ। ਤਾਂ ਜਿਹੜਾ ਨਿਆਂ ਹੈ ਅਤੇ ਨਿਆਂ ਸੰਸਥਾ ਕਿਸੇ ਸੱਭਿਆਚਾਰ ਦਾ ਬਹੁਤ ਕੇਂਦਰੀ ਤੱਤ ਹੁੰਦੀ ਹੈ। ਜੇ ਨਿਆਂ ਖਰਾਬ ਹੋ ਗਿਆ ਤਾਂ ਫਿਰ ਉਹ ਸੱਭਿਆਚਾਰ ਦੇ ਵਿੱਚ ਵਿਗਾੜ ਪੈਣੇ ਸੁਭਾਵਿਕ ਨੇ। ਨਿਆਂ ਬਾਰੇ ਤੁਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਸਕਦੇ ਹੋ, ਗੁਰਬਾਣੀ ਦੇ ਵਿੱਚ ਤੁਹਾਨੂੰ ਹਵਾਲੇ ਮਿਲਦੇ ਨੇ, ਹੈ ਨਾ, ਵੀ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ। ਤਾਂ ਇਸ ਤਰ੍ਹਾਂ ਇਹ ਜਿਹੜੇ ਲੋਕ ਨੇ ਜਿਹੜੇ ਨਿਆਂ ਨਾਲ ਜੁੜੇ ਹੋਏ ਨੇ, ਉਹਨਾਂ ਦਾ ਕੀ ਕਿਰਦਾਰ ਹੈ, ਉਹ ਕੀ ਕਰ ਰਹੇ ਨੇ। ਅਤੇ ਹੁਣ ਵਰਤਮਾਨ ਸਮੇਂ ਵਿੱਚ ਤੁਸੀਂ ਨਿਆਂ ਦੀ ਸੰਭਾਵਨਾ ਕਿੰਨੀ ਕੁ ਹੈ ਇਹ ਲਾ ਲਓ। ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਇਤਿਹਾਸ ਦੇ ਵਿੱਚ ਜਿੱਥੇ ਜਿੱਥੇ ਨਿਆਂ ਖਰਾਬ ਹੋਇਆ ਤਾਂ ਉੱਥੇ ਉੱਥੇ ਸੱਭਿਆਚਾਰ ਦੇ ਵਿੱਚ ਫਿਰ ਟਕਰਾਅ ਖੜੇ ਹੋਏ ਨੇ। ਆਖਰਕਾਰ ਮਨੁੱਖਾਂ ਨੇ, ਜੇ ਮਨੁੱਖ ਨੇ ਮਨੁੱਖ ਬਣਨਾ, ਜਿਹਨੂੰ ਹੁਣ ਨਵੇਂ ਰਾਜਨੀਤਿਕ ਬੋਲੀ ਦੇ ਵਿੱਚ ਪੀਸ ਆਖਿਆ ਜਾਂਦਾ, ਪੀਸ ਐਂਡ ਹਾਰਮਨੀ ਆਖਿਆ ਜਾਂਦਾ ਹੈ ਨਾ, ਤਾਂ ਉਹ ਤਾਂ ਹੀ ਆਊ ਜੇ ਇਨਸਾਫ ਹੈ। ਅਤੇ ਦੁਨੀਆ ਦੇ ਵਿੱਚ ਇਹ ਇੱਕ ਸਿਧਾਂਤ ਹੈ ਪੱਕੇ ਰੂਪ ਦੇ ਵਿੱਚ ਕਿ ਜੇ ਮਨੁੱਖਾਂ ਨੂੰ, ਜਿਹੜੇ ਮਨੁੱਖਾਂ ਕੋਲ ਤਾਕਤ ਨਹੀਂ ਹੈਗੀ, ਜੇ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ, ਜੇ ਉਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਦਾ, ਤਾਂ ਬੜਾ ਸੁਭਾਵਿਕ ਹੈ ਕਿ ਉਹ ਫਿਰ ਆਪਣਾ ਹੱਕ ਖੋਹਣਗੇ। ਜਾਂ ਤਾਂ ਉਹ ਮਰ ਜਾਣਗੇ, ਠੀਕ ਹੈ, ਜਾਂ ਉਹ ਗੁਲਾਮ ਹੋ ਕੇ ਜ਼ਿੰਦਗੀ ਜਿਉਣ ਲੱਗ ਜਾਣਗੇ, ਜਾਂ ਫਿਰ ਉਹ ਲੜਨਗੇ। ਤਾਂ ਇਸ ਲਈ ਇਹ ਇੱਕ ਮੁਕੰਮਲ ਸਿਧਾਂਤ ਹੈ। ਸਾਡੇ ਕੋਲ ਵੀ ਦਸਮ ਪਾਤਸ਼ਾਹ ਦੀ ਬਾਣੀ ਵਿੱਚ ਹੈ ਨਾ, ਚੂੰਕਾਰ ਅਜ਼ ਹਮ ਹੀਲ ਤੇ ਦਰ ਗੁਜਸਤ ਹਲਾਲ ਅਸਤ ਬਰਦਨ ਬ ਸ਼ਮਸ਼ੀਰ ਦਸਤ, ਉਹ ਤੁਸੀਂ ਪੜ੍ਹਿਆ ਹੀ ਆ ਨਾ। ਤਾਂ ਇਹ ਸਿਧਾਂਤ ਬਾਅਦ ਵਿੱਚ ਵੀ ਜਿਹੜੇ ਬੰਦਿਆਂ ਨੇ ਬਸਤੀਵਾਦੀ ਚਿੰਤਨ ਕੀਤਾ, ਬਸਤੀਵਾਦ ਦੇ ਵਰਤਾਰਿਆਂ ਦਾ ਅੰਦਾਜ਼ਾ ਲਾਇਆ, ਉਹਨਾਂ ਦਾ ਨਿਰਣਾ ਕੀਤਾ, ਤਾਂ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕੱਢ ਕੇ ਲੈ ਕੇ ਆਂਦੀ ਕਿ ਬਸਤੀਵਾਦ ਦੇ ਅਨਿਆਈ ਹੋਣ ਕਰਕੇ ਹੀ ਉਹਨਾਂ ਦੇ ਖਿਲਾਫ ਏਡੀਆਂ ਜੰਗਾਂ ਹੋਈਆਂ। ਤਾਂ ਸੱਭਿਆਚਾਰ ਦਾ ਜਿਹੜਾ ਮੁਕੰਮਲ ਪ੍ਰਬੰਧ ਹੁੰਦਾ, ਉਹ ਪ੍ਰਬੰਧ ਦਾ ਇੱਕ ਅਹਿਮ ਪੁਰਜਾ ਸੰਸਥਾਵਾਂ ਹੁੰਦੀਆਂ ਨੇ। ਸੰਸਥਾਵਾਂ ਦੇ ਵਿੱਚੋਂ ਇੱਕ ਅਹਿਮ ਸੰਸਥਾ ਨਿਆਂ ਪ੍ਰਬੰਧ ਹੁੰਦੀ ਹੈ। ਉਹ ਨਿਆਂ ਪ੍ਰਬੰਧ ਇੱਕ ਘਰ ਤੋਂ ਲੈ ਕੇ ਇੱਕ ਪੂਰੇ ਵੱਡੇ ਸਮਾਜ ਰਾਜ ਤੱਕ ਚੱਲਦੀ ਹੁੰਦੀ ਹੈ। ਜੇ ਘਰ 'ਚ ਵੀ ਤੁਸੀਂ ਦੋ ਬੱਚੇ ਨੇ, ਤੁਹਾਡੇ ਕੋਲ ਦੋਵਾਂ ਦੇ ਲਈ ਬਰਾਬਰ ਇਨਸਾਫ ਨਹੀਂ ਕਰਦੇ, ਤਾਂ ਦੂਜੇ ਦੇ ਮਨ ਦੇ ਵਿੱਚ ਵਿਤਕਰਾ ਬਣਦਾ ਜਾਣਾ, ਤਾਂ ਉਹ ਵਿਤਕਰਾ ਵੱਡਾ ਹੋ ਕੇ ਕਿਤੇ ਨਾ ਕਿਤੇ ਕਿਸੇ ਰੂਪ ਦੇ ਵਿੱਚ ਪ੍ਰਗਟ ਹੋਣਾ ਹੀ ਹੋਣਾ। ਤਾਂ ਸੰਸਥਾਵਾਂ ਦਾ ਦੂਸਰਾ ਪੁਰਜਾ ਹੁੰਦਾ ਕੀਮਤ ਸੰਬੰਧ, ਕਿ ਉਹ ਸੱਭਿਆਚਾਰ ਦੇ ਵਿੱਚ ਕੀਮਤਾਂ ਕਿਹੋ ਜਿਹੀਆਂ ਨੇ, ਉਹ ਕੀਮਤਾਂ ਦਾ ਪਾਲਣ ਕਿਹੋ ਜਿਹਾ ਹੋ ਰਿਹਾ। ਜਿਵੇਂ ਸਚਿਆਰ ਦੀ ਕੀਮਤ, ਮਨੁੱਖ ਦੇ ਫਰਜ਼, ਮਨੁੱਖ ਦੀਆਂ ਰੁਚੀਆਂ, ਉਹਦੇ ਹੱਕ, ਉਹਨੂੰ ਕਿਹੜੀਆਂ ਪਾਬੰਦੀਆਂ ਨੇ ਉਹਨਾਂ 'ਤੇ, ਉਹਨਾਂ ਨੂੰ ਕਿਹੜੀਆਂ ਗੱਲਾਂ ਕਰਨ ਦੀਆਂ ਖੁੱਲ੍ਹਾਂ ਨੇ। ਅਤੇ ਜੇ ਮਨੁੱਖ ਇਹ ਕੀਮਤਾਂ ਨੂੰ ਪਾਲਦੇ ਨੇ, ਅਤੇ ਜੇ ਕੀਮਤ ਪ੍ਰਬੰਧ, ਕੀਮਤ ਸੰਸਥਾ ਮਜ਼ਬੂਤ ਹੈ, ਤਾਂ ਉਹ ਸੱਭਿਆਚਾਰ ਆਪਣੇ ਠੀਕ ਰੂਪ ਦੇ ਵਿੱਚ ਹੈ। ਜਿੱਥੇ ਕੀਮਤ ਸੰਸਥਾ ਖਤਮ ਹੋ ਗਈ, ਜਿਵੇਂ ਹੁਣ ਆਪਣੇ ਅਜੇ ਵੀ ਪੰਜਾਬ ਦੇ ਵਿੱਚ ਗੱਲ ਚੱਲਦੀ ਆ ਵੀ ਜਿਹਨੇ ਜ਼ਮੀਰ ਵੇਚਤੀ, ਉਹਦਾ ਫਿਰ ਕੀ ਰਹਿ ਗਿਆ, ਹੈ ਨਾ। ਜ਼ਮੀਰ ਆਪਣੇ ਆਪ ਦੇ ਵਿੱਚ ਕੀਮਤ ਨੂੰ ਸਾਵੇਂ ਰੂਪ ਦੇ ਵਿੱਚ ਰੱਖਣ ਦਾ ਇੱਕ ਨਿਸ਼ਾਨ ਆ, ਇੱਕ ਚਿੰਨ੍ਹ ਹੈ ਕਿ ਜਿਹੜੀ ਕੀਮਤ ਹੈ ਉਹ ਮਨੁੱਖ ਨੂੰ ਜਿਉਂਦਾ ਰੱਖ ਰਹੀ ਹੈ, ਮਨੁੱਖ ਨੂੰ ਸਾਂਭ ਰਹੀ ਹੈ, ਮਨੁੱਖ ਨੂੰ ਖੂਬਸੂਰਤ ਬਣਾ ਰਹੀ ਹੈ। ਅੱਛਾ, ਸੱਭਿਆਚਾਰ ਦਾ ਜਿਹੜਾ ਤੀਜਾ ਲੱਛਣ ਹੈ ਉਹ ਇਹ ਹੈ ਕਿ ਮਨੁੱਖ ਭਟਕਣਹਾਰ ਹੈ, ਅਤੇ ਮਨੁੱਖ ਨੂੰ ਜ਼ਿੰਦਗੀ ਦਾ ਰਾਹ ਦਸੇਰਾ ਬਣਦਾ ਹੈ ਸੱਭਿਆਚਾਰ। ਕਿਉਂਕਿ ਮਨੁੱਖ ਦੀ ਇਹ ਸੰਭਾਵਨਾ ਪੱਕੀ ਇਹ ਮੰਨੀ ਗਈ ਹੈ ਕਿ ਪੈਰ ਦੇ ਉੱਤੇ ਕਿਸੇ ਵੀ ਥਾਂ 'ਤੇ ਇਹਦਾ ਪੈਰ ਖਿਸਕ ਸਕਦਾ। ਕਿਰਦਾਰ ਵਜੋਂ, ਕਿੱਤੇ ਵਜੋਂ, ਲਾਲਸਾ ਵਜੋਂ, ਹੰਕਾਰ ਵਜੋਂ, ਕਿਸੇ ਵੀ ਰੂਪ ਵਜੋਂ ਮਨੁੱਖ ਦਾ ਜਿਹੜਾ ਪੈਰ ਹੈ ਉਹ ਫਿਸਲ ਸਕਦਾ। ਅਤੇ ਜਿਹੜਾ ਸੱਭਿਆਚਾਰ ਹੈ ਉਹ ਮਨੁੱਖ ਨੂੰ ਦਿਸ਼ਾ ਦਿੰਦਾ। ਜਿਹੜਾ ਪੁਰਾਣਾ ਢਾਂਚਾ ਹੈ, ਅਤੇ ਉਹਦਾ ਮਤਲਬ ਹੀ ਇਹ ਹੁੰਦਾ ਵੀ ਉਹਨੇ ਇੱਕ ਚੌਖਟਾ ਬਣਾਇਆ ਹੁੰਦਾ,
ਤੇ ਉਹ ਚੌਖਟਾ ਮਨੁੱਖ ਨੂੰ ਦੇ ਦਿੰਦਾ, ਤੇ ਜਿਹੜੀ ਨਵੀਂ ਪੀੜ੍ਹੀ ਨੂੰ ਉਸ ਚੌਖਟੇ ਵਿੱਚੋਂ ਕੁਝ ਠੀਕ ਨਹੀਂ ਲੱਗਦਾ ਉਹ ਉਹਦੇ ਵਿੱਚ ਬਦਲਾਅ ਕਰ ਲੈਂਦੇ ਨੇ, ਬਾਕੀ ਚੌਖਟਾ ਉਹੀ ਰੱਖ ਲੈਂਦੇ ਨੇ। ਪਰ ਕਿਸੇ ਸੱਭਿਆਚਾਰ ਦੇ ਵਿੱਚ ਇੰਨੇ ਬਦਲਾਅ ਨਹੀਂ ਵਾਪਰਦੇ ਹੁੰਦੇ ਕਿ ਉਹ ਜਮਾਂ ਮੂਲੋਂ ਹੀ ਆਪਣੀਆਂ ਗੱਲਾਂ ਛੱਡ ਜਾਵੇ। ਜਿਵੇਂ ਪੰਜਾਬ ਦੇ ਵਿੱਚ ਜੇ ਹੁਣ ਤੁਸੀਂ ਵੇਖੋ, ਪੰਜਾਬ ਦੀ ਕੀਮਤ ਪ੍ਰਬੰਧ ਦੇ ਵਿੱਚ ਇੱਥੇ ਜਿਹੜੀ ਜ਼ਮੀਨ ਸੀ ਉਹ ਜ਼ਮੀਨ ਨੂੰ ਕਾਹਦੇ ਖਾਤਰ ਮੂਲ ਆਖਿਆ ਜਾਂਦਾ ਸੀ? ਜ਼ਮੀਨ ਦੀ ਪੈਦਾਵਾਰ ਵੇਖੀ ਜਾਂਦੀ ਸੀ, ਹੈ ਨਾ। ਪਹਿਲਾਂ ਤਾਂ ਇਹ ਵੇਖਿਆ ਜਾਂਦਾ ਸੀ ਵੀ ਕਿਹੜੇ ਬੰਦੇ ਦੀ ਕਿੰਨੀ ਜ਼ਮੀਨ ਹੈ, ਉਹਦੇ ਵਿੱਚੋਂ ਕਿੰਨੀ ਪੈਦਾਵਾਰ ਹੁੰਦੀ ਹੈ। ਅਤੇ ਫਿਰ ਹੌਲੀ ਹੌਲੀ ਸਾਰੀਆਂ ਪੰਜਾਬ ਦੇ ਵਿੱਚ ਜ਼ਮੀਨਾਂ ਆਬਾਦ ਹੋ ਗਈਆਂ ਵੱਡੇ ਪੱਧਰ 'ਤੇ, ਤਾਂ ਫਿਰ ਇਹ ਵੇਖਿਆ ਜਾਣ ਲੱਗ ਪਿਆ ਵੀ ਕਿਸੇ ਬੰਦੇ ਕੋਲ ਕਿੰਨੀ ਜ਼ਮੀਨ ਹੈ, ਠੀਕ ਹੈ, ਕਿਉਂਕਿ ਉਹ ਇਹ ਮੰਨ ਲਿਆ ਜਾਂਦਾ ਸੀ ਵੀ ਪੈਦਾਵਾਰ ਲਗਭਗ ਸਾਰੀਆਂ 'ਚ ਹੋਣ ਲੱਗ ਗਈ। ਤਾਂ ਦੂਸਰਾ ਇਹ ਸੀ। ਅਤੇ ਹੁਣ ਕੀਮਤ ਪ੍ਰਬੰਧ ਇੰਨਾ ਬਦਲ ਗਿਆ ਵੀ ਕਿਸੇ ਬੰਦੇ ਕੋਲੇ ਉਹ ਜ਼ਮੀਨ ਦੀ ਕੀਮਤ ਕੀ ਹੈ ਰੁਪਈਆਂ 'ਚ। ਹੁਣ ਤੁਸੀਂ ਇਹ ਵੇਖੋ ਵੀ ਮਨੁੱਖਾਂ ਨੇ ਜ਼ਮੀਨ ਦੀ ਕੀਮਤ ਪੈਦਾਵਾਰ ਦੀ ਥਾਂ 'ਤੇ ਉਹਦੀ ਵੇਚਣ ਦੇ ਰੂਪ ਵਿੱਚ ਕੀਮਤ ਪਾਉਣੀ ਸ਼ੁਰੂ ਕਰ ਲਈ। ਹੁਣ ਅੱਜ ਕੱਲ੍ਹ ਜੇ ਕੋਈ ਬੰਦਾ ਕਿਸੇ ਕੁੜੀ ਮੁੰਡੇ ਦਾ ਰਿਸ਼ਤਾ ਕਰਾਉਂਦਾ ਆਪਸ ਵਿੱਚ, ਤਾਂ ਅਗਾਂਹ ਜਦੋਂ ਉਹ ਜ਼ਮੀਨ ਦੱਸਦਾ ਤਾਂ ਫਿਰ ਉਹ ਨਾਲ ਇਹ ਵੀ ਦੱਸਦਾ ਵੀ ਭਾਈ ਫਲਾਨੀ ਸੜਕ 'ਤੇ ਆ, ਇੰਨੇ ਰੁਪਈਆਂ ਦੀ ਆ। ਇਹ ਗੱਲ ਪੰਜਾਬ ਦੀ ਬੁਨਿਆਦੀ ਕੀਮਤ ਹੈ ਉਹਦੇ ਖਿਲਾਫ ਵੀ ਪੰਜਾਬ ਦੇ ਬੰਦੇ ਨੂੰ ਇਹ ਕੀਮਤ ਸਾਡਾ ਨਿਸ਼ਾਨ ਕੀ ਹੈ ਕਿ ਇਹ ਬੰਦੇ ਨੂੰ ਇੱਦਾਂ ਦੱਸਦੀ ਹੈ ਵੀ ਪੰਜਾਬ ਦਾ ਬੰਦਾ ਭੋਗੀ ਹੋ ਚੁੱਕਿਆ, ਕਿਰਤੀ ਨਹੀਂ ਰਿਹਾ। ਹੁਣ ਜਿਹੜਾ ਪੁਰਾਣਾ ਬੰਦਾ ਹੋਊ ਉਹ ਤਾਂ ਇੱਦਾਂ ਸੋਚੂਗਾ ਨਾ ਵੀ ਕਿਰਤ ਦੇ ਹਿਸਾਬ ਨਾਲ ਬੰਦੇ ਨੇ ਕਿੰਨੀ ਕਿਰਤ ਕਰ ਲੈਣੀ ਆ। ਜਦੋਂ ਅਸੀਂ ਇਹ ਦੱਸਦੇ ਹਾਂ ਵੀ ਜ਼ਮੀਨ ਵੇਚ ਕੇ ਪੈਸੇ ਕਿੰਨੇ ਆ ਜਾਣੇ ਨੇ, ਤਾਂ ਇਹਦਾ ਮਤਲਬ ਉਹ ਬੰਦਾ ਭੋਗੀ ਹੋ ਚੁੱਕਿਆ। ਤਾਂ ਇਸ ਲਈ ਇਹ ਕੀਮਤ ਹੈ ਜਿਹੜੀ ਇਸ ਨੇ ਸਾਡੀ ਬੁਨਿਆਦੀ ਕੀਮਤ ਹੀ ਬਦਲ ਦਿੱਤੀ ਵੀ ਪੰਜਾਬ ਦਾ ਬੰਦਾ ਜਿਹੜਾ ਉਹ ਹੁਣ ਕਿਰਤ ਦੀ ਥਾਂ 'ਤੇ ਕਿਸੇ ਹੋਰ ਪਾਸੇ ਹੱਥ ਮਾਰਨ ਲੱਗਿਆ ਹੋਇਆ। ਇਸ ਲਈ ਪੰਜਾਬੀ ਸੱਭਿਆਚਾਰ ਦੇ ਵਿੱਚ ਬੜੀ ਵੱਡੀ ਰੁਕਾਵਟ ਜਾਂ ਕੋਈ ਹਿਲਜੁਲ ਆਈ ਹੋਈ ਆ ਜਿਹਨੂੰ ਸਾਂਭਣ ਦੀ ਲੋੜ ਕਿਹਾ ਜਾ ਸਕਦਾ। ਤਾਂ ਇਹ ਇੱਕ ਨੁਕਤਾ ਹੈ। ਅੱਛਾ, ਚੌਥਾ ਸੱਭਿਆਚਾਰ ਦਾ ਲੱਛਣ ਹੁੰਦਾ ਹੈ ਕਿ ਸੱਭਿਆਚਾਰ ਸਮੂਹਕ ਹੁੰਦਾ, ਕਿਉਂਕਿ ਸਾਂਝਾ ਮਨੁੱਖਾਂ ਦਾ, ਅਤੇ ਇਸੇ ਕਰਕੇ ਮਨੁੱਖਾਂ ਦੀ ਇੱਕ ਦੂਜੇ 'ਤੇ ਨਿਰਭਰਤਾ ਹੁੰਦੀ ਹੈ ਨਾ, ਜਿਹਦੇ ਬਾਰੇ ਆਪਾਂ ਪਹਿਲਾਂ ਗੱਲ ਕਰੀ ਸੀ ਵੀ ਇੱਕ ਕਿੱਤੇ ਦੀ ਦੂਜੇ ਕਿੱਤੇ 'ਤੇ ਨਿਰਭਰਤਾ ਹੁੰਦੀ ਸੀ। ਜਿਵੇਂ ਖੇਤੀ ਸੀ, ਖੇਤੀ ਦਾ ਕੰਮ ਹੀ ਜਿਵੇਂ ਹੁਣ ਸਾਡੇ ਕੋਲ ਰੁਪਈਆ ਆ ਗਿਆ ਨਾ, ਅਸੀਂ ਰੁਪਈਏ ਦੇ ਕੇ ਚੀਜ਼ ਖਰੀਦ ਲੈਂਦੇ ਹਾਂ। ਪਹਿਲਾਂ ਚੀਜ਼ਾਂ ਦੇ ਕੇ ਚੀਜ਼ ਖਰੀਦੀ ਜਾਂਦੀ ਸੀ, ਜਾਂ ਬੰਦੇ ਆਪਣੀ ਲੇਬਰ ਆਪਣੀ ਮਜ਼ਦੂਰੀ ਦਿੰਦੇ ਸੀ ਦੂਜੇ ਬੰਦੇ ਨੂੰ। ਮੈਨੂੰ ਸਾਡੇ ਬਜ਼ੁਰਗਾਂ ਨੇ ਦੱਸਿਆ ਵੀ ਜਦੋਂ ਅੱਗੇ ਘਲਾੜੀ ਚੱਲਦੀ ਹੁੰਦੀ ਸੀ ਤਾਂ ਪਹਿਲਾਂ ਘਲਾੜੀਆਂ ਲੱਕੜ ਦੀਆਂ ਹੁੰਦੀਆਂ ਸੀ। ਉਹ ਲੱਕੜ ਦੀਆਂ ਘਲਾੜੀਆਂ ਦਾ ਕਈ ਵਾਰੀ ਬੇਲਣਾ ਟੁੱਟ ਜਾਂਦਾ, ਰਾਤ ਨੂੰ ਵੀ ਟੁੱਟ ਜਾਂਦਾ ਸੀ। ਇਸ ਲਈ ਫਿਰ ਜਿਹੜਾ ਤਰਖਾਣ ਹੁੰਦਾ ਸੀ ਉਹ ਰਾਤ ਨੂੰ ਵੀ ਘਲਾੜੀ ਦੇ ਵਿੱਚ ਹਾਜ਼ਰ ਰਹਿੰਦਾ ਸੀ। ਜੇ ਮੰਨ ਲਓ ਵੀ ਰਾਤ ਨੂੰ ਵੀ ਬੇਲਣਾ ਟੁੱਟ ਗਿਆ ਤਾਂ ਉਸੇ ਵੇਲੇ ਕੋਈ ਮੂਲ ਵੱਢ ਕੇ, ਜਾਂ ਤੁਹਾਡੇ ਕੋਲੇ ਮੂਲ ਪਿਆ ਕੋਈ ਉਹ ਦਰਖਤ, ਤਾਂ ਉਸੇ ਵੇਲੇ ਬੇਲਣਾ ਤਿਆਰ ਕਰਕੇ ਕੰਮ ਚਲਾਇਆ ਜਾਂਦਾ ਸੀ। ਕਿਉਂਕਿ ਲੱਕੜ ਦੀਆਂ ਘਲਾੜੀਆਂ ਸੀ, ਥੋੜ੍ਹੀ ਪੜਿਆਈ ਕਰਦੀਆਂ ਸੀ, ਅਤੇ ਉਹਦੇ ਖਾਤਰ ਕੋਈ ਮਤਲਬ ਇੱਦਾਂ ਮੰਨਿਆ ਨਹੀਂ ਸੀ ਜਾਂਦਾ ਵੀ ਖੜੋਤ ਪੈ ਜਾਵੇ। ਬੰਦੇ ਗੰਨਾ ਵੱਧ ਬੀਜਦੇ ਸੀ ਅਤੇ ਵੱਧ ਪਰਿਵਾਰਾਂ ਦੀ ਸਾਂਝੀ ਘਲਾੜੀ ਹੁੰਦੀ ਸੀ। ਤਾਂ ਉਹ ਕੀ ਸੀ ਵੀ ਇਸ ਤਰੀਕੇ ਇਹ ਇੱਕ ਸਾਂਝਾ ਕੰਮ ਸੀ ਵੀ ਉਸ ਢਾਂਚੇ ਦਾ ਤਰਖਾਣ ਵੀ, ਲੁਹਾਰ ਵੀ ਓਡਾ ਹੀ ਵੱਡਾ ਹਿੱਸਾ ਸੀ ਜਿੱਡਾ ਉਹ ਘਲਾੜੀ ਦਾ ਮਾਲਕ ਕਹਿ ਲਓ, ਚਾਹੇ ਉਹ ਕਿਸਾਨ ਕਹਿ ਲਓ ਜਿਹਦਾ ਗੰਨਾ ਸੀ, ਉਹ ਓਡਾ ਹੀ ਵੱਡੇ ਮਾਲਕ ਹੁੰਦੇ ਸੀ। ਅਤੇ ਉਹਦੇ ਵਿੱਚ ਝੋਕਾ ਲਾਉਣ ਵਾਲਾ, ਉਹਦਾ ਪਕਾਵਾ ਘਲਾੜੀ ਦੇ ਵਿੱਚ ਜਿਹੜਾ ਗੁੜ ਪਕਾਉਣ ਵਾਲਾ, ਸ਼ੱਕਰ ਪਕਾਉਣ ਵਾਲਾ ਬੰਦਾ, ਉਹ ਸਾਰੇ। ਇਸ ਲਈ ਇਹ ਜਿਹੜੇ ਸੱਭਿਆਚਾਰ ਹੈ, ਸੱਭਿਆਚਾਰ ਦਾ ਇੱਕ ਲੱਛਣ ਹੈ ਸਮੂਹਿਕਤਾ। ਸਮੂਹਿਕਤਾ ਦੇ ਵਿੱਚ ਵੀ ਅਗਾਂਹ ਸਾਂਝ ਬੰਦਿਆਂ ਦੀ, ਹੈ ਨਾ। ਤਾਂ ਮਨੁੱਖ ਤਾਂ ਹੀ ਇੱਕ ਦੂਜੇ 'ਤੇ ਨਿਰਭਰ ਹੁੰਦਾ ਅਤੇ ਉਹ ਸਮੂਹਕ ਬਣਦਾ, ਹੈ ਨਾ। ਅੱਛਾ, ਜਿਹੜੇ ਹੁਣ ਤੱਕ ਗੁਰੂ ਪੈਗੰਬਰ ਆਏ ਇਤਿਹਾਸ ਦੇ ਵਿੱਚ, ਉਹਨਾਂ ਬਾਰੇ ਤੁਸੀਂ ਇੱਕ ਗੱਲ ਸਾਂਝੀ ਵੇਖੋ ਕਿ ਉਹਨਾਂ ਨੇ ਇੱਕ ਵੱਖਰੀ ਤਰ੍ਹਾਂ ਦੇ ਮਨੁੱਖੀ ਸਮੂਹ ਬਣਾਏ, ਹੈ ਨਾ, ਜਾਂ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਸੰਗਤੀ ਰੂਪ ਦਿੱਤਾ। ਜਿਹੜੀ ਰੂਹਾਨੀਅਤ ਹੈ, ਜਿਹੜਾ ਨਾਮ ਦਾ ਆਨੰਦ ਹੈ, ਜਿਹੜਾ ਧਰਮ ਦਾ ਆਨੰਦ ਹੈ, ਉਹ ਤਾਂ ਕੋਈ ਬੰਦਾ ਇਕੱਲਾ ਵੀ ਮਾਣ ਸਕਦਾ, ਹੈ ਨਾ। ਪਰ ਉਹ ਧਰਮ ਦਾ, ਰੂਹਾਨੀਅਤ ਦਾ ਆਨੰਦ ਇਕੱਲਾ ਮਾਣਨ ਦੀ ਥਾਂ 'ਤੇ ਇਹ
ਮਨੁੱਖੀ ਸਮੂਹ ਬਣੇ, ਸੰਗਤਾਂ ਬਣੀਆਂ। ਤਾਂ ਉਹ ਜਿਹੜੀ ਸੰਗਤ ਹੈ ਉਹਦਾ ਵੀ ਮਤਲਬ ਇੱਕ ਤਰੀਕੇ ਇਹ ਹੈ ਕਿ ਉਹ ਸਮੂਹਿਕ ਬਣਾਏ, ਮਨੁੱਖਾਂ ਦੇ ਵਿੱਚ ਸਾਂਝ ਪੈਦਾ ਕੀਤੀ। ਉਹ ਸਾਂਝ ਇਸ ਲਈ ਵੀ ਤਾਂ ਜੋ ਉਹ ਹੱਕ ਖਾਤਰ, ਸੱਚ ਖਾਤਰ, ਇਨਸਾਫ ਖਾਤਰ ਲੜ ਸਕਣ ਅਤੇ ਲੋਕਾਂ ਨੂੰ, ਬਾਕੀਆਂ ਨੂੰ ਇਨਸਾਫ ਦੇ ਸਕਣ। ਸਮੂਹਿਕਤਾ ਦਾ ਇੱਕ ਲੱਛਣ ਜਿਹਦੇ ਬਾਰੇ ਆਪਾਂ ਪਹਿਲਾਂ ਥੋੜ੍ਹੀ ਜਿਹੀ ਗੱਲ ਕਰ ਲਈ, ਉਹ ਇਹਦਾ ਸਮੂਹਿਕਤਾ ਦਾ ਜਿਹੜੀ ਚੇਤਾ ਹੁੰਦਾ ਨਾ, ਮਨੁੱਖੀ ਚੇਤਾ, ਉਹ ਸਮੂਹਿਕ ਵੀ ਹੁੰਦਾ। ਜਿਵੇਂ ਇਕੱਲੇ ਬੰਦੇ ਦਾ ਹੁੰਦਾ, ਆ ਹੁਣ 15 ਅਗਸਤ ਆ ਰਹੀ ਹੈ, ਤੁਸੀਂ ਵੇਖਿਓ ਪੰਜਾਬ ਵਾਲਿਆਂ ਦੀਆਂ ਸਾਰਿਆਂ ਦੀਆਂ ਆਹ ਜਿਹੜੀ ਵਿਜਲ ਸੱਥ ਦੇ ਉੱਤੇ ਜਿਹੜੀਆਂ ਪੋਸਟਾਂ ਆਉਣੀਆਂ ਨੇ, ਉਹਨਾਂ ਨੇ ਹਿੰਦੁਸਤਾਨ ਤਾਂ ਆਜ਼ਾਦੀ ਦਾ ਆਪਣਾ ਜਸ਼ਨ ਮਨਾ ਰਿਹਾ, ਪਾਕਿਸਤਾਨ ਵੀ ਆਪਣੀ ਆਜ਼ਾਦੀ ਦੇ ਜਸ਼ਨ ਮਨਾ ਲਵੇਗਾ 14 ਅਗਸਤ ਨੂੰ। ਪਰ ਜਿਹੜੇ ਪੰਜਾਬ ਵਾਲੇ ਨੇ ਇੱਧਰਲੇ ਅਤੇ ਉੱਧਰਲੇ, ਉਹ ਇਸ ਸਾਂਝੀ ਪੀੜ ਦੀਆਂ ਪੋਸਟਾਂ ਪਾਉਣਗੇ ਵੀ ਸਾਡੇ ਬੰਦਿਆਂ ਨੂੰ, ਸਾਡੇ ਪੁਰਖਿਆਂ ਨੂੰ ਕਿੱਡਾ ਦਰਦ ਝੱਲਣਾ ਪਿਆ। ਉਹ ਹੁਣ ਅੱਜ ਵਾਲਿਆਂ ਨਾਲ ਤਾਂ ਕੁਛ ਨਹੀਂ ਵਾਪਰਿਆ, ਪਰ ਉਹ ਸਾਂਝੀ ਪੀੜ ਮਨੁੱਖੀ ਅਵਚੇਤਨ ਦੇ ਵਿੱਚੋਂ ਸਾਂਝੇ ਰੂਪ ਦੇ ਵਿੱਚ ਸਾਡੇ ਤੱਕ ਆਈ ਹੋਈ ਹੈ। ਇਸ ਤਰ੍ਹਾਂ ਸਾਂਝੀ ਖੁਸ਼ੀ ਵੀ ਹੁੰਦੀ ਹੈ, ਸਾਂਝੇ ਗਮ ਹੁੰਦੇ ਨੇ, ਸਾਂਝੇ ਸੁੱਖ ਹੁੰਦੇ ਨੇ। ਅਤੇ ਇਹ ਜਿਹੜੀ ਸਾਂਝ ਹੈ, ਮਨ ਦੀ ਸਾਂਝ, ਅਤੇ ਉਹ ਮਨੁੱਖੀ ਸੱਭਿਆਚਾਰ ਦੇ ਵਿੱਚ ਇੱਕ ਥਾਂ ਤੋਂ ਅਗਾਂਹ ਜਦੋਂ ਜਾਂਦੀ ਆ, ਤਾਂ ਇਹ ਤੁਸੀਂ ਕਿਸੇ ਸੱਭਿਆਚਾਰ ਦਾ ਲੱਛਣ ਵਜੋਂ ਵੇਖ ਸਕਦੇ ਹੋ। ਜੇ ਕੋਈ ਬੰਦਾ ਜਾਂ ਕੋਈ ਸਮੂਹ ਜਾਂ ਕੋਈ ਧਿਰ ਆਪਣੇ ਪੁਰਖਿਆਂ ਦੇ ਉਹਨਾਂ ਗੁਣਾਂ ਨੂੰ ਛੱਡ ਰਹੀ ਆ, ਤਾਂ ਇਹਦਾ ਮਤਲਬ ਉਹਦੇ ਵਿੱਚ ਦਿੱਕਤ ਹੈ। ਜਾਂ ਉਹ ਉਸ ਸਮੂਹ ਤੋਂ ਟੁੱਟ ਰਹੀ ਆ, ਤਾਂ ਇਹਦਾ ਮਤਲਬ ਉਹਦੇ ਵਿੱਚ ਦਿੱਕਤ ਹੈ। ਠੀਕ ਹੈ ਨਾ, ਵੀ ਕੋਈ ਬੰਦਾ ਇੱਥੋਂ ਦੇ ਸਮੂਹਿਕ ਰੂਪ ਵਿੱਚ ਲੋਕਾਂ ਦੇ ਹੱਕਾਂ ਤੋਂ ਟੁੱਟ ਕੇ ਉਸ ਵੇਲੇ ਅੰਗਰੇਜ਼ਾਂ ਦੇ ਹੱਕਾਂ ਦੀ ਗੱਲ ਕਰਨ ਲੱਗ ਗਿਆ ਜਾਂ ਅੰਗਰੇਜ਼ਾਂ ਤੋਂ ਲਾਹੇ ਲੈਣ ਲੱਗ ਗਿਆ, ਤਾਂ ਇਹਦਾ ਮਤਲਬ ਉਹ ਪੰਜਾਬੀ ਸੱਭਿਆਚਾਰ ਦਾ ਹਿੱਸਾ ਨਹੀਂ ਰਿਹਾ, ਉਹ ਸੱਤਾ ਦੇ ਸੱਭਿਆਚਾਰ ਦਾ ਹਿੱਸਾ ਹੋ ਗਿਆ। ਇਸ ਤਰ੍ਹਾਂ ਵਰਤਮਾਨ ਸਮੇਂ ਵਿੱਚ ਜੋ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ, ਜੋ ਪੰਜਾਬ ਦੀ ਲੋੜ ਹੈ, ਜਿਹੜੇ ਮਨੁੱਖ, ਜਿਹੜੇ ਅਫਸਰ, ਜਿਹੜੇ ਰਾਜਨੀਤਿਕ ਬੰਦੇ ਇੱਥੇ ਪੰਜਾਬ ਦੀਆਂ ਲੋੜਾਂ ਨੂੰ ਛੱਡ ਕੇ ਸੱਤਾ ਦੀਆਂ ਲੋੜਾਂ ਦੇ ਨਾਲ ਜੁੜੇ ਹੋਏ ਨੇ, ਤਾਂ ਉਹ ਪੰਜਾਬ ਦੇ ਸੱਭਿਆਚਾਰ ਦਾ ਹਿੱਸਾ ਨਹੀਂ ਹਨ, ਉਹ ਸੱਤਾ ਦੇ ਸੱਭਿਆਚਾਰ ਦਾ ਹਿੱਸਾ ਨੇ। ਆ ਜਿਹੜਾ ਮੱਤੇਵਾੜਾ ਜੰਗਲ ਵਾਲਾ ਰੌਲਾ ਪਿਆ ਹੋਇਆ, ਅਤੇ ਸੱਤਾ ਉੱਥੇ ਜ਼ੋਰ ਲਾ ਰਹੀ ਹੈ ਵੀ ਉੱਥੇ ਜਿਹੜਾ ਟੈਕਸਟਾਈਲ ਪਾਰਕ ਹੈ ਉਹ ਬਣ ਜਾਵੇ, ਪਰ ਲੋਕ ਜ਼ੋਰ ਲਾ ਰਹੇ ਨੇ ਵੀ ਇਹਦੇ ਨਾਲ ਪੰਜਾਬ ਦਾ ਪਾਣੀ ਆ ਅਤੇ ਪੰਜਾਬ ਦਾ ਨੁਕਸਾਨ ਹੋਣਾ ਬੜਾ ਵੱਡਾ। ਅਤੇ ਉਹ ਕੀ ਕਾਰਨ ਹੈ? ਉਹਦੇ ਵਿੱਚ ਜਿਹੜੇ ਲੋਕ ਨੇ ਉਹ ਪੰਜਾਬ ਦੇ ਸੱਭਿਆਚਾਰ ਦੇ ਰੂਪ ਵਜੋਂ ਪ੍ਰਗਟ ਹੋ ਰਹੇ ਨੇ, ਜਿਹੜੇ ਉੱਥੇ ਲਾਉਣ ਦੇ ਵਿੱਚ ਹਾਮੀ ਨੇ ਅਤੇ ਉਹ ਸੱਤਾ ਦੇ ਸੱਭਿਆਚਾਰ ਦੇ ਰੂਪ ਵਿੱਚ ਪ੍ਰਗਟ ਹੋ ਰਹੇ ਨੇ, ਅਤੇ ਇਸ ਲਈ ਉਹ ਪੰਜਾਬ ਦੇ ਸੱਭਿਆਚਾਰ ਦਾ ਹਿੱਸਾ ਨਹੀਂ ਹਨ। ਇਸ ਤਰ੍ਹਾਂ ਤੁਸੀਂ ਜਦੋਂ ਸਮੂਹਿਕਤਾ ਦਾ ਲੱਛਣ ਪਰਖਣਾ ਹੋਵੇ, ਤਾਂ ਤੁਸੀਂ ਇਹ ਵੇਖ ਸਕਦੇ ਹੋ ਕਿ ਕਿਹੜੇ ਲੋਕ ਸਮੂਹਿਕ ਤੌਰ 'ਤੇ ਲੋਕਾਂ ਨਾਲ ਅਤੇ ਉਸ ਧਰਾਤਲ ਨਾਲ ਜੁੜੇ ਹੋਏ ਨੇ, ਕਿਹੜੇ ਉਸ ਧਰਾਤਲ ਦੇ ਉੱਤੇ ਨੁਕਸਾਨ ਕਰਨ ਵਾਲੇ ਦੂਜਿਆਂ ਨਾਲ ਜੁੜੇ ਹੋਏ ਨੇ, ਇਹ ਵੇਖ ਸਕਦੇ ਹੋ। ਅੱਛਾ, ਸੱਭਿਆਚਾਰ ਦਾ ਜਿਹੜਾ 5ਵਾਂ ਲੱਛਣ ਹੈ ਉਹ ਹੈ ਵੀ ਇਹ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦਾ ਹੁੰਦਾ। ਸੱਭਿਆਚਾਰ ਕਿਸੇ ਨੂੰ ਐਂ ਟੀਕਾ ਲਾ ਕੇ ਇੱਕੋ ਵਾਰੀ ਨਹੀਂ ਦਿੱਤਾ ਜਾ ਸਕਦਾ, ਜਾਂ ਚਾਹ ਦੇ ਕੱਪ ਵਜੋਂ ਨਹੀਂ ਪਿਆਇਆ ਜਾ ਸਕਦਾ। ਇਹ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦਾ। ਇਹਨੂੰ ਕੋਈ ਇੱਕ ਬੰਦਾ ਨਹੀਂ ਸਿਖਾ ਸਕਦਾ, ਕੋਈ ਇੱਕ ਸੰਸਥਾ ਨਹੀਂ ਸਿਖਾ ਸਕਦੀ, ਕੋਈ ਇੱਕ ਕਿੱਤਾ ਨਹੀਂ ਸਿਖਾ ਸਕਦਾ। ਇਹ ਸਾਰਿਆਂ ਦਾ ਸਾਂਝੇ ਰੂਪ ਦੇ ਵਿੱਚ ਹੌਲੀ ਹੌਲੀ ਤੁਰਦਾ। ਅਸੀਂ ਜਿਹੜਾ ਕੁਝ ਸਿੱਖਿਆ ਹੋਇਆ ਉਹ ਇੱਕੋ ਦਿਨ ਨਹੀਂ ਸਿੱਖਿਆ ਹੋਇਆ, ਇਹ ਲੰਬੇ ਸਮੇਂ ਵਿੱਚ ਸਿੱਖਿਆ ਜਾਂਦਾ, ਪਰ ਇਹਦੇ ਵਿੱਚ ਬਹੁਤ ਵੱਡੀਆਂ ਮੁਸ਼ਕਲਾਂ ਨੇ। ਕੋਈ ਸੱਭਿਆਚਾਰ ਆਪਣੇ ਆਪ ਖੁਦ ਬ ਖੁਦ ਪੀੜ੍ਹੀ ਦਰ ਪੀੜ੍ਹੀ ਸਾਰਾ ਨਹੀਂ ਜਾਂਦਾ ਹੁੰਦਾ, ਇਹਨੂੰ ਬੜੇ ਉਦਮ ਨਾਲ ਭੇਜਣਾ ਪੈਂਦਾ ਅੱਗੇ। ਉਹ ਉਦਮ ਮਿਹਨਤ ਨਾਲ ਕਰਨਾ ਪੈਂਦਾ, ਉਹਦੇ ਖਾਤਰ ਚਤੰਨ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਨੇ, ਨਹੀਂ ਫਿਰ ਉਹ ਹੇਠਾਂ ਡਿੱਗ ਜਾਂਦਾ। ਮੰਨ ਲਓ ਵੀ ਅੱਜ ਪੰਜਾਬ ਵਾਲੇ ਆਲਸੀ ਪੈ ਜਾਣ, ਜਾਂ ਪਿਛਲੇ 2 ਸਾਲ ਪਹਿਲਾਂ ਪੰਜਾਬ ਵਾਲੇ ਆਲਸੀ ਪੈ ਜਾਂਦੇ, ਤਾਂ ਇੱਥੇ ਦਾ ਜਿਹੜਾ ਖੇਤੀ ਢਾਂਚਾ ਸੀ ਉਹ ਬਿਲਕੁਲ ਬਦਲ ਜਾਣਾ ਸੀ। ਠੀਕ ਆ, ਉਹਨਾਂ ਨੇ ਉਦਮ ਕੀਤਾ, ਉਸ ਉਦਮ ਨਾਲ ਉਹ ਆਪਣੇ ਖੇਤੀ ਢਾਂਚੇ ਦੀ ਰੱਖਿਆ ਕੀਤੀ। ਇਹ ਨਹੀਂ ਪਤਾ ਵੀ ਅਜੇ ਕਿੰਨੀ ਕੁ ਰੱਖਿਆ ਹੋ ਗਈ, ਪਰ ਅਜੇ ਉਹ ਆਪਣੇ ਢਾਂਚੇ ਨੂੰ ਉਦਮ ਨਾਲ ਹੀ ਅੱਗੇ ਲੈ ਕੇ ਜਾਇਆ ਜਾ ਸਕਦਾ। ਅਤੇ ਜੇ ਉਹ ਚਤੰਨ ਕੋਸ਼ਿਸ਼ਾਂ ਨਹੀਂ ਕਰਾਂਗੇ, ਚਾਹੇ ਉਹ ਸਾਡੀ ਬੋਲੀ ਨਾਲ ਸੰਬੰਧਿਤ ਨੇ, ਚਾਹੇ ਉਹ ਸਾਡੀਆਂ ਖਾਣ ਪੀਣ ਨਾਲ ਸੰਬੰਧਿਤ ਨੇ, ਚਾਹੇ ਪਹਿਰਾਵੇ ਨਾਲ ਸੰਬੰਧਿਤ ਨੇ, ਚਾਹੇ ਰੀਤ ਰਸਮ ਨਾਲ ਸੰਬੰਧਿਤ ਨੇ, ਚਾਹੇ ਸਾਡੇ ਨਵੀਆਂ ਪੀੜ੍ਹੀਆਂ ਦੀ ਮਾਨਸਿਕ ਬਣਤਰ, ਗਿਆਨ, ਸਕੂਲ, ਵਿੱਦਿਆ ਉਹਨਾਂ ਨਾਲ ਸੰਬੰਧਿਤ ਨੇ, ਅਤੇ ਉਹਨਾਂ ਖਾਤਰ ਜੇ ਚਤੰਨ ਕੋਸ਼ਿਸ਼ਾਂ ਨਹੀਂ ਹੋਣਗੀਆਂ ਤਾਂ ਉਹਨਾਂ ਦੇ ਵਿੱਚ ਤਬਦੀਲੀ ਵਾਪਰ ਜਾਣੀ ਹੈ। ਜਿਵੇਂ ਹੁਣ ਤੁਸੀਂ ਲਾਓ, ਸਕੂਲਾਂ ਦੇ ਵਿੱਚ ਹੀ ਲਾਓ, ਤਾਂ ਜਿਹੜਾ ਪਾਠਕ੍ਰਮ ਹੈ
ਉਸ ਦੇ ਵਿੱਚ ਪੰਜਾਬ ਵਿੱਚ ਕੀ ਹੋ ਰਿਹਾ ਉਹ ਨਹੀਂ ਠੀਕ ਤਰੀਕੇ ਪੜ੍ਹਾਇਆ ਜਾ ਰਿਹਾ, ਜਾਂ ਪੰਜਾਬ ਦੇ ਬੱਚੇ ਨੂੰ ਕੀ ਲੋੜ ਆ ਉਹ ਨਹੀਂ ਠੀਕ ਪੜ੍ਹਾਇਆ ਜਾਂਦਾ। ਇਸੇ ਕਰਕੇ ਮੈਂ ਹੁਣ ਯੂਨੀਵਰਸਿਟੀ ਵਿੱਚ ਪੜ੍ਹਾਉਣਾ, ਸਾਡੇ ਸਾਹਮਣੇ ਮੁਸ਼ਕਿਲ ਇਹ ਆ ਜਾਂਦੀ ਹੈ ਵੀ ਬੱਚੇ ਨੇ 12 ਪੜ੍ਹੀਆਂ ਹੁੰਦੀਆਂ ਨੇ, 12 ਕਲਾਸਾਂ ਦੇ ਵਿੱਚ ਉਹ ਪੰਜਾਬੀ ਪੜ੍ਹਿਆ ਹੁੰਦਾ, ਪਰ ਉਹਨੂੰ ਇੱਕ ਅਰਜੀ ਵੀ ਠੀਕ ਨਹੀਂ ਲਿਖਣੀ ਆਉਂਦੀ ਹੁੰਦੀ। ਕਿਉਂ ਨਹੀਂ ਲਿਖਣੀ ਹੁੰਦੀ? ਕਿਉਂਕਿ ਉਸ ਨੂੰ ਜਿਹੜਾ ਪੀੜ੍ਹੀ ਦਰ ਪੀੜ੍ਹੀ ਅੱਗੇ ਮਿਲਣ ਵਾਲਾ ਢਾਂਚਾ ਸੀ ਉਹਦੇ ਵਿੱਚ ਇੱਕ ਵੱਡੀ ਖਲਲ ਪੈ ਗਈ। ਉਹ ਖਲਲ ਇੱਕ ਸਕੂਲ ਆ ਗਿਆ। ਨਹੀਂ ਹੋ ਸਕਦਾ ਵੀ ਇਦੋਂ ਵਧੀਆ ਲੋਕ ਘਰੇ ਪੰਜਾਬੀ ਸਿੱਖ ਜਾਣ, ਇਹ ਸੰਕਟ ਆਇਆ। ਦੂਸਰੀ ਗੱਲ ਵੀ ਸੱਭਿਆਚਾਰ ਸਿੱਖਿਆ ਸਿਖਾਇਆ ਜਾਂਦਾ, ਅਤੇ ਪਹਿਲਾਂ ਸਿਖਾਉਣ ਦੀ ਜ਼ਿੰਮੇਵਾਰੀ ਧਰਮ ਦੇ ਸਿਰ ਹੁੰਦੀ ਸੀ। ਹਿੰਦੂਆਂ ਦੇ ਗੁਰੂਕੁਲ ਹੁੰਦੇ ਸੀ, ਅਤੇ ਉਹ ਗੁਰੂਕੁਲਾਂ ਦੀ ਇੱਕ ਵੱਡੀ ਪਰੰਪਰਾ ਉਹਨਾਂ ਨੇ ਅਜੇ ਵੀ ਜਿਉਂਦੀ ਰੱਖੀ ਹੋਈ ਹੈ। ਮੱਧ ਪ੍ਰਦੇਸ਼ ਦੇ ਜੰਗਲਾਂ ਦੇ ਵਿੱਚ ਮੈਂ ਸੁਣਿਆ ਵੀ ਉਹ ਅਜੇ ਵੀ ਆਪਣੇ ਗੁਰੂਕੁਲ ਨੂੰ ਬਿਲਕੁਲ ਉੱਦਾਂ ਹੀ ਜਿਵੇਂ ਪਹਿਲਾਂ ਜੰਗਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਹੁੰਦੇ ਸੀ, ਆਮ ਸਮਾਜ ਨਾਲੋਂ ਅੱਡ, ਵੀ ਵੇਦ ਸ਼ਾਸਤਰਾਂ ਦਾ ਅਧਿਐਨ ਕਰਨ ਲਈ, ਉਸੇ ਰੂਪ ਦੇ ਵਿੱਚ ਅੱਜ ਵੀ ਉਹ ਲੈ ਕੇ ਜਾਂਦੇ ਨੇ। ਅਤੇ ਸਿੱਖੀ ਦੀ ਵਿੱਦਿਆ ਪ੍ਰਬੰਧ ਬਾਰੇ ਤੁਸੀਂ ਜਾਣਦੇ ਹੀ ਹੋ ਕਿ ਇੱਥੇ ਵਿੱਦਿਆ ਪ੍ਰਬੰਧ ਬਿਲਕੁਲ ਪਹਿਲਾਂ ਨਸ਼ਟ ਹੋ ਚੁੱਕਿਆ ਸੀ, ਜਾਂ ਕਿਸੇ ਵੀ ਰੂਪ 'ਚ ਨਹੀਂ ਸੀ, ਜਾਂ ਫਿਰ ਹਕੂਮਤ ਦਾ ਹੁੰਦਾ ਸੀ। ਤਾਂ ਲੋਕਾਂ ਨੂੰ ਵਿੱਦਿਆ, ਜਿਹੜੀ ਗੁਰਮੁਖੀ ਵਿੱਦਿਆ ਉਹ ਸਾਰੀ ਦੀ ਸਾਰੀ ਸਿੱਖੀ ਰਾਹੀਂ ਆਈ ਹੈ। ਤਾਂ ਇਹ ਕੁੱਲ ਰੂਪ ਦੇ ਵਿੱਚ ਜਿਹੜਾ ਸਿਖਾਉਣ ਦਾ, ਮਨੁੱਖ ਨੂੰ ਸਿਖਾਉਣ ਦਾ ਢਾਂਚਾ ਸੀ, ਉਹ ਪਹਿਲਾਂ ਧਰਮ ਕੋਲੇ ਸੀ। ਪੁਰਾਣੀਆਂ ਵਿੱਦਿਆਵਾਂ ਦੇ ਵਿੱਚੋਂ ਇੱਕ ਜ਼ਰੂਰੀ ਵਿੱਦਿਆ ਹੁੰਦੀ ਸੀ ਰੱਖਿਆ ਦੀ। ਸੱਭਿਆਚਾਰ ਬਾਰੇ ਅਸੀਂ ਅੱਜ ਵੀ ਜਾਣਦੇ ਹਾਂ, ਹੈ ਨਾ, ਵੀ ਹੁਣ ਤਾਂ ਸਾਨੂੰ ਹਕੂਮਤਾਂ ਨੇ ਬਿਲਕੁਲ ਹੋਰ ਤਰ੍ਹਾਂ ਬਦਲ ਦਿੱਤਾ, ਅਤੇ ਪਰ ਪਹਿਲਾਂ ਜਿਹੜੀ ਪੁਰਾਣੀ ਵਿੱਦਿਆ ਸੀ ਉਹਦੇ ਵਿੱਚ ਰੱਖਿਆ ਦਾ ਇੱਕ ਪ੍ਰਬੰਧ ਬਹੁਤ ਕੇਂਦਰੀ ਹੁੰਦਾ ਸੀ। ਅਤੇ ਇੱਥੇ ਘੋੜ ਸਵਾਰੀ, ਗੱਤਕਾ, ਤੀਰ ਅੰਦਾਜ਼ੀ ਉਹ ਸਿਖਾਏ ਜਾਂਦੇ ਸੀ। ਅੱਛਾ, ਜਿਹੜੇ ਵਡੇਰਿਆਂ ਦੇ ਰਿਸ਼ਤੇ ਨੇ ਉਹ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦੇ ਨੇ, ਅਤੇ ਉਹਦੇ ਵਿੱਚੋਂ ਵੀ ਤੁਹਾਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਉਹ ਜਿਹੜੇ ਰਿਸ਼ਤੇ ਨੇ ਉਹ ਕਿਸ ਤਰ੍ਹਾਂ ਦੇ ਨੇ। ਕਿਸੇ ਸਮਾਜ ਦੇ ਵਿੱਚ ਪੀੜ੍ਹੀ ਦਰ ਪੀੜ੍ਹੀ ਚੱਲਣ ਵਾਲੇ ਇਹਨਾਂ ਗੁਣਾਂ ਤੋਂ ਪਤਾ ਲੱਗ ਜਾਂਦਾ। ਮੰਨ ਲਓ ਵੀ ਕਿਸੇ ਸੱਭਿਆਚਾਰ ਦੇ ਵਿੱਚ ਜਿਹੜੇ ਉਹਨਾਂ ਦੇ ਪੁਰਖੇ ਨੇ ਉਹ ਗੁਲਾਮੀ ਦੀ ਹਾਲਤ ਵਿੱਚ ਕਿਹੋ ਜਿਹਾ ਵਿਹਾਰ ਕਰਦੇ ਸੀ, ਤਾਕਤ ਦੀ ਹਾਲਤ ਵਿੱਚ ਕਿਹੋ ਜਿਹਾ ਵਿਹਾਰ ਕਰਦੇ ਸੀ। ਜੇ ਕੋਈ ਸੱਭਿਆਚਾਰ ਗੁਲਾਮੀ ਦੀ ਹਾਲਤ ਦੇ ਵਿੱਚ ਸੰਘਰਸ਼ ਕਰ ਰਿਹਾ ਅਤੇ ਤਾਕਤ ਦੀ ਹਾਲਤ ਵਿੱਚ ਨਿਮਰ ਹੈ, ਤਾਂ ਇਹਦਾ ਮਤਲਬ ਉਹ ਭਲੇ ਲੋਕ ਨੇ। ਕੋਈ ਸੱਭਿਆਚਾਰ ਐਸਾ ਹੋ ਸਕਦਾ ਹੈ ਕਿ ਉਹ ਗੁਲਾਮੀ ਦੀ ਹਾਲਤ ਵਿੱਚ ਹੋ ਸਕਦਾ ਹੱਥ ਬੰਨ੍ਹਦੇ ਹੋਣ, ਅਤੇ ਜਦੋਂ ਉਹਨਾਂ ਕੋਲੇ ਸੱਤਾ ਆ ਗਈ ਅਤੇ ਉਦੋਂ ਉਹ ਦੂਜਿਆਂ ਨੂੰ ਆਪਦੇ ਧਰਮ ਵਿੱਚ, ਆਪਦੀ ਪਛਾਣ ਵਿੱਚ ਰਲਾਉਣ ਦੀ ਕਵਾਇਦ ਤੋਰ ਲੈਣ, ਜਿਵੇਂ ਅੱਜ ਕੱਲ੍ਹ ਹਿੰਦੁਸਤਾਨ 'ਚ ਹੋ ਰਿਹਾ। ਠੀਕ ਹੈ, ਤਾਂ ਇਸ ਤਰ੍ਹਾਂ ਦੇ ਗੁਣ ਨੇ ਜਿਹੜੇ ਇਹ ਵੀ ਪੀੜ੍ਹੀ ਦਰ ਪੀੜ੍ਹੀ ਚੱਲਣ ਵਾਲੇ ਭੰਡਾਰ ਦੇ ਵਿੱਚ ਹੁੰਦੇ ਨੇ। ਇਹ ਕਿਸੇ ਨੂੰ ਸਿਖਾਏ ਨਹੀਂ ਜਾ ਸਕਦੇ। ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕਰੀ ਸੀ ਵੀ ਪੰਜਾਬ ਦੇ ਲੋਕਾਂ ਦਾ, ਖਾਸ ਕਰ ਸਿੱਖਾਂ ਦਾ, ਵੀ ਜਦ ਉਹ ਇਕੱਲੇ ਹੁੰਦੇ ਨੇ ਤਾਂ ਉਹਨਾਂ ਦਾ ਕਿਰਦਾਰ ਹੋਰ ਤਰ੍ਹਾਂ ਦਾ ਨਿਭਦਾ, ਜਦੋਂ ਸਮੂਹ ਵਿੱਚ ਜਾਂਦੇ ਨੇ ਤਾਂ ਉਦੋਂ ਹੋਰ ਤਰ੍ਹਾਂ ਦਾ ਨਿਭਦਾ। ਜਦੋਂ ਉਹਨਾਂ ਨੂੰ ਸੁੱਖ ਸਹੂਲਤਾਂ ਵਿੱਚ ਪਾ ਦੇਵੋ ਤਾਂ ਉਦੋਂ ਬਹੁਤ ਮਾੜੇ ਨੇ, ਜਦੋਂ ਉਹਨਾਂ ਨੂੰ ਔਖ ਵਿੱਚ ਪਾ ਦੇਵੋ ਤਾਂ ਉਹ ਨਿਖਰ ਕੇ ਬਹੁਤ ਸੋਹਣੇ, ਬਹੁਤ ਕਿਰਤੀ, ਬਹੁਤ ਸੰਘਰਸ਼ੀ ਹੋ ਕੇ ਨਿਕਲਦੇ ਨੇ। ਠੀਕ ਹੈ, ਤਾਂ ਇਸ ਤਰ੍ਹਾਂ ਦੀਆਂ ਇਹ ਕਿਸੇ ਸੱਭਿਆਚਾਰ ਦੇ ਵਿੱਚ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਣ ਵਾਲੇ ਨੁਕਤਿਆਂ ਦੇ ਵਿੱਚ ਵੀ ਇਹ ਗੱਲ ਸ਼ਾਮਲ ਹੈ। ਤਾਂ ਇੱਕ ਤਰੀਕੇ ਨਾਲ ਜਦੋਂ ਅਸੀਂ ਵੇਖਦੇ ਹਾਂ ਕਿ ਸੱਭਿਆਚਾਰ ਇੱਕ ਚੇਤਿਆਂ ਦਾ ਭੰਡਾਰ ਹੁੰਦਾ, ਉਹ ਵਗਦੇ ਦਰਿਆ ਵਾਂਗੂ ਹੁੰਦਾ, ਅਤੇ ਉਹਦੇ ਵਿੱਚ ਕੁਝ ਨਵਾਂ ਵੀ ਰਲ ਜਾਂਦਾ, ਕੁਝ ਪੁਰਾਣਾ ਵੀ ਹੁੰਦਾ, ਪਰ ਮੂਲ ਤਸੀਰ ਜਿਵੇਂ ਪਾਣੀ ਦੀ ਠੰਡੀ ਹੁੰਦੀ ਹੈ, ਉਸੇ ਤਰ੍ਹਾਂ ਸੱਭਿਆਚਾਰ ਦੀ ਮੂਲ ਤਸੀਰ ਸਚਿਆਰ ਦੀ ਹੁੰਦੀ ਹੈ। ਜੇ ਉਹ ਸਚਿਆਰ ਵਾਲੇ ਪਾਸੇ ਨੂੰ ਨਹੀਂ ਲੈ ਕੇ ਜਾਂਦਾ ਫਿਰ ਦਿੱਕਤ। ਇੱਕ ਇਹਦਾ 6ਵਾਂ ਲੱਛਣ ਇਹ ਆ ਵੀ ਸੱਭਿਆਚਾਰ ਦੇ ਵਿੱਚ ਕੇਂਦਰੀ ਸ਼ੈ ਕਿਰਤ ਹੁੰਦੀ ਹੈ, ਅਤੇ ਉਸ ਕਿਰਤ ਦੀ ਰਾਖੀ ਹੁੰਦੀ ਹੈ। ਘੱਟੋ ਘੱਟ ਜਿਹੜਾ ਪੰਜਾਬ ਦਾ ਸੱਭਿਆਚਾਰ ਆ, ਜੇ ਤੁਸੀਂ ਇਸ ਬਾਰੇ ਵੇਖਣਾ ਹੋਵੇ ਤਾਂ ਇਹਦਾ ਕੇਂਦਰੀ ਤੱਤ ਇਹੀ ਹੈ। ਇਸ ਦਾ ਮਾਲਕ, ਇੱਥੇ ਸੱਭਿਆਚਾਰ ਦਾ ਮਾਲਕ ਜਾਂ ਸੱਭਿਆਚਾਰ ਦੀ ਵਜੋਂ ਪ੍ਰਵਾਨਗੀ ਉਸੇ ਦੀ ਹੈ ਜਿਹੜੇ ਬੰਦੇ ਨੇ ਇੱਥੇ ਦੀ ਕਿਰਤ ਦੀ ਰਾਖੀ ਕਰੀ, ਮਤਲਬ ਸ਼ਹਾਦਤ ਦੇ ਕੇ ਜਾਂ ਕਿਸੇ ਰੂਪ ਵਿੱਚ ਲੜ ਕੇ ਜਾਂ ਨਿਆਂ ਦੇ ਕੇ, ਜਿਸ ਵੀ ਰੂਪ ਦੇ ਵਿੱਚ ਉਹਨੇ ਰਾਖੀ ਕਰ ਲਈ, ਉਹੀ ਫਿਰ ਸੱਭਿਆਚਾਰ ਦੇ ਵਿੱਚ ਕੇਂਦਰੀ ਸ਼ੈ ਬਣ ਗਈ। ਜੇ ਮੰਨ ਲਓ ਵੀ ਇੱਥੇ ਹਕੂਮਤ ਐਸੀ ਆ ਗਈ ਜਿਹੜੀ ਹਕੂਮਤ ਲੋਕਾਂ ਦਾ ਵਿਰੋਧ ਕਰਦੀ ਹੈ, ਲੋਕਾਂ ਦੀ ਕਿਰਤ ਦੀ ਲੁੱਟ ਮਚਾਉਂਦੀ ਆ, ਤਾਂ ਫਿਰ ਉੱਥੇ ਪ੍ਰਵਾਨਗੀ ਉਸ ਨਾਲ ਲੜਨ ਵਾਲਿਆਂ ਦੀ ਹੋਵੇਗੀ। ਜੇ ਹਕੂਮਤ ਐਸੀ ਹੈ ਜਿਹੜੀ ਬਹੁਤ ਨਿਆਂਕਾਰੀ ਹੈ, ਸੱਚ 'ਤੇ ਹੈ, ਇਨਸਾਫ 'ਤੇ ਖੜੀ ਹੈ, ਫਿਰ ਉਹ ਹਕੂਮਤ ਦੀ ਪ੍ਰਵਾਨਗੀ ਹੋਵੇਗੀ। ਮਤਲਬ ਹੋਣੀ ਪ੍ਰਵਾਨਗੀ ਆਖਰਕਾਰ ਉਸੇ ਦੀ ਹੈ ਜਿਹਨੇ ਕਿਰਤ ਦੀ ਰਾਖੀ ਕੀਤੀ। ਅਤੇ ਸਿੱਖਾਂ ਨੇ ਇਸ
ਪਿਛਲੇ ਲੰਬੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਿਰਤ ਦੀ ਰਾਖੀ ਕੀਤੀ ਹੈ, ਆਪਣੀਆਂ ਸ਼ਹਾਦਤਾਂ ਦੇ ਕੇ ਕੀਤੀ ਹੈ, ਅਤੇ ਹੱਕ ਸੱਚ ਖਾਤਰ ਜ਼ੁਲਮ ਨਾਲ ਉਹ ਲੜਨ ਦਾ ਉਹਨਾਂ ਕੋਲ ਇੱਕ ਪਰੰਪਰਾ ਹੈਗੀ ਆ, ਹੈ ਨਾ। ਅਤੇ ਇਹ ਕਿਸੇ ਪੀੜ੍ਹੀ ਦੀ ਆਪਣੀ ਕਿਸਮਤ 'ਤੇ ਨਿਰਭਰ ਹੁੰਦਾ ਕਿ ਉਸ ਨੇ ਆਪਣਾ ਭਵਿੱਖ ਸਾਵਾਂ ਰੱਖਣਾ ਜਾਂ ਦਾਅ 'ਤੇ ਲਾਉਣਾ। ਜੇ ਤਾਂ ਸਾਵਾਂ ਰੱਖਣਾ, ਫਿਰ ਤਾਂ ਉਸ ਨੂੰ ਉਹ ਕਿਰਤ ਦੀ ਰਾਖੀ ਕਰਨ ਲਈ ਸੰਘਰਸ਼, ਜੱਦੋ-ਜਹਿਦ ਅਤੇ ਕੁਰਬਾਨੀ ਦੇਣੀ ਪਊ। ਜੇ ਉਸ ਨੇ ਆਪਣਾ ਭਵਿੱਖ ਦਾਅ 'ਤੇ ਲਾਉਣਾ, ਫਿਰ ਉਹਦੀ ਉਹ ਜ਼ਿੰਦਗੀ ਉਸ ਪੀੜ੍ਹੀ ਦੀ ਮੌਜ ਵਿੱਚ ਲੰਘ ਸਕਦੀ ਆ, ਪਰ ਉਸ ਤੋਂ ਅਗਲੀ ਪੀੜ੍ਹੀ ਲਈ ਹੋਰ ਵਧੇਰੇ ਔਖਾ ਹੋਣਗੀਆਂ। ਇਸ ਲਈ ਜਿਹੜੀਆਂ ਸੰਘਰਸ਼ੀ ਧਿਰਾਂ ਹੁੰਦੀਆਂ ਨੇ, ਅਤੇ ਉਹਨਾਂ ਨੂੰ ਇਹ ਮੰਨਿਆ ਜਾਂਦਾ ਵੀ ਉਹ ਸੱਭਿਆਚਾਰ ਨੂੰ ਬਚਾਉਣ ਵਾਲੀਆਂ ਹੁੰਦੀਆਂ ਨੇ। ਜਿਹੜਾ ਸੱਚੀ ਵਿੱਚ ਠੀਕ ਸੱਭਿਆਚਾਰ ਹੁੰਦਾ, ਚੰਗਾ ਸੱਭਿਆਚਾਰ ਹੁੰਦਾ, ਅਤੇ ਉਹ ਸੰਘਰਸ਼ ਕਰਨ ਵਾਲੀਆਂ ਧਿਰਾਂ ਦੀ ਮਦਦ ਕਰਦਾ, ਉਹ ਸੰਘਰਸ਼ ਕਰਨ ਵਾਲੀਆਂ ਧਿਰਾਂ ਨੂੰ ਦਸਵੰਧ ਦਿੰਦਾ, ਉਹ ਉਹਨਾਂ ਸੰਘਰਸ਼ ਕਰਨ ਵਾਲੀਆਂ ਧਿਰਾਂ ਦੀ ਰਾਖੀ ਕਰਦਾ, ਉਹਨਾਂ ਨੂੰ ਠਾਰਾਂ ਦਿੰਦਾ। ਜਿਹੜਾ ਸੱਭਿਆਚਾਰ ਜਾਂ ਸੱਭਿਆਚਾਰ ਦਾ ਉਹ ਤੱਤ ਸੱਤਾ ਨਾਲ ਲੜਨ ਵਾਲੀਆਂ, ਸੰਘਰਸ਼ ਕਰਨ ਵਾਲੀਆਂ ਧਿਰਾਂ ਦੀ ਮੁਖਬਰੀ ਕਰਦਾ, ਉਹਨਾਂ ਦੇ ਖਿਲਾਫ ਸੱਤਾ ਦੇ ਨਾਲ ਖੜ੍ਹਦਾ, ਤਾਂ ਉਹ ਸੱਭਿਆਚਾਰ ਦਾ ਤੱਤ ਉਸ ਨੂੰ ਉਸ ਖਿੱਤੇ ਦੇ ਸੱਭਿਆਚਾਰ ਦਾ ਤੱਤ ਜਾਂ ਘੱਟੋ ਘੱਟ ਸਚਿਆਰ ਸੱਭਿਆਚਾਰ ਦਾ ਤੱਤ ਨਹੀਂ ਮੰਨਿਆ ਜਾ ਸਕਦਾ। ਇਹ ਗੱਲ ਸਿਧਾਂਤਕ ਰੂਪ ਦੇ ਵਿੱਚ ਸਮਝਣ ਵਾਲੀ ਹੈ, ਕਿਉਂਕਿ ਸੰਘਰਸ਼ ਨਿੱਜੀ ਬਹੁਤ ਥੋੜ੍ਹਾ ਹੁੰਦਾ। ਨਿੱਜੀ ਸੰਘਰਸ਼ ਚੀਜ਼ ਮਿਲ ਜਾਣ ਤੱਕ ਮੁੱਕ ਜਾਂਦਾ। ਜਿਹੜਾ ਸੰਘਰਸ਼ ਸਮੂਹ ਖਾਤਰ ਹੁੰਦਾ ਅਤੇ ਉਹਦੇ ਵਿੱਚ ਨਿੱਜਤਾ ਨਹੀਂ ਸ਼ਾਮਲ ਹੁੰਦੀ। ਸਮੂਹ ਖਾਤਰ ਸੰਘਰਸ਼ ਬਿਲਕੁਲ ਹੋਰ ਤਰ੍ਹਾਂ ਦੀ ਸ਼ੈ ਹੁੰਦੀ ਹੈ। ਤਾਂ ਇਸ ਲਈ ਪੰਜਾਬ ਦੇ ਵਿੱਚ ਸੰਘਰਸ਼ ਦੀ ਇੱਕ ਵੱਡੀ ਪਰੰਪਰਾ, ਲਗਭਗ ਹਰ ਸਦੀ ਦੇ ਵਿੱਚ 2 ਜਾਂ 3 ਸੰਘਰਸ਼ਾਂ ਦੀ ਪਰੰਪਰਾ ਹੈਗੀ ਅਤੇ ਇਤਿਹਾਸ ਹੈਗਾ। ਤਾਂ ਉਸ ਦੇ ਵਿੱਚ ਜੇ ਤੁਸੀਂ ਇਤਿਹਾਸਕ ਤੌਰ 'ਤੇ ਸਮਝਣਾ ਹੋਵੇ ਵੀ ਕਿਹੜੀਆਂ ਧਿਰਾਂ, ਕਿਹੜੇ ਲੋਕ ਉਹ ਸੰਘਰਸ਼ ਨੂੰ ਠਾਰਾਂ ਦਿੰਦੇ ਰਹੇ, ਉਹਨਾਂ ਨੂੰ ਦਸਵੰਧ ਦਿੰਦੇ ਰਹੇ, ਉਹਨਾਂ ਦੀ ਰਾਖੀ ਕਰਦੇ ਰਹੇ, ਉਹਨਾਂ ਦੇ ਜਿਹੜੀ ਗੱਲ ਹੈ ਉਸ ਨੂੰ ਅੱਗੇ ਲੈ ਕੇ ਆਉਂਦੇ ਰਹੇ, ਅਤੇ ਉਹ ਉਸ ਸੱਭਿਆਚਾਰ ਦਾ ਹਿੱਸਾ ਨੇ। ਜਿਹੜੇ ਉਹਨਾਂ ਦੇ ਖਿਲਾਫ ਸੱਤਾ ਵੱਲ ਭੁਗਤੇ, ਚਾਹੇ ਉਹ ਅੱਜ ਕਿੱਡੀ ਵੱਡੀ ਤਾਕਤ 'ਤੇ ਬੈਠੇ ਨੇ, ਪਰ ਉਹ ਉਸ ਸੱਭਿਆਚਾਰ ਦਾ ਹਿੱਸਾ ਨਹੀਂ, ਅਤੇ ਨਾ ਉਹ ਰਹਿਣਗੇ, ਨਾ ਹੀ ਇਤਿਹਾਸ ਨੇ ਉਹਨਾਂ ਨੂੰ ਮਾਨਤਾ ਦੇਣੀ ਹੈ। ਇਹ ਇੱਕ ਮਹੱਤਵਪੂਰਨ ਨੁਕਤਾ, ਕਿਉਂਕਿ ਸੱਭਿਆਚਾਰ ਬਾਰੇ ਇਹ ਗੱਲ ਮੰਨੀ ਜਾਂਦੀ ਹੈ ਕਿ ਜਿਹੜਾ ਸੰਘਰਸ਼ੀ ਸੱਭਿਆਚਾਰ ਆ ਉਹ ਸ਼ਹਾਦਤ ਨੂੰ ਜਨਮ ਦਿੰਦਾ, ਅਤੇ ਜਿਹੜੀ ਸ਼ਹਾਦਤ ਹੈ ਉਹ ਆਉਂਦੀ ਆ ਪਰਮਾਤਮਾ ਨਾਲ ਯਕੀਨ 'ਚੋਂ। ਜਿਹੜੇ ਇਹਦੇ ਸਮਾਜ ਵਿਗਿਆਨੀ ਬੰਦੇ ਸੀ, ਸੱਭਿਆਚਾਰ ਦੇ ਚਿੰਤਨ ਵਾਲੇ, ਉਹ ਇਹਦੇ 'ਚ ਯਕੀਨ ਨਹੀਂ ਸੀ ਕਰਦੇ। ਪਰ ਇੱਕ ਤੁਸੀਂ ਇੱਥੇ ਪੰਜਾਬੀ ਯੂਨੀਵਰਸਿਟੀ ਨੇ ਛਾਪੀ ਹੋਈ ਹੈ ਕਿਤਾਬ ਗੁਰਜੀਤ ਸਿੰਘ ਦੀ, ਸੱਭਿਆਚਾਰ ਦਾ ਫਲਸਫਾ। ਉਹ ਕਿਤਾਬ ਪੜ੍ਹਨ ਵਾਲੀ ਕਿਤਾਬ ਹੈ ਇਸ ਨੁਕਤੇ ਤੋਂ, ਸੱਭਿਆਚਾਰ ਬਾਰੇ। ਅਤੇ ਉਹ ਇੱਕ ਬੰਦੇ ਦਾ ਐਨ ਬਰੈਡਵ ਦਾ ਹਵਾਲਾ ਦਿੰਦਾ। ਉਹ ਕਹਿੰਦਾ ਵੀ ਸੱਭਿਆਚਾਰ ਦਾ ਜਿਹੜਾ ਠੀਕ ਬੰਦਾ ਹੁੰਦਾ, ਉਹਦਾ ਅਸਲ ਯਕੀਨ ਦੈਵੀ ਸੱਤਾ ਵਿੱਚ ਹੁੰਦਾ। ਜੇ ਕਹਿੰਦਾ ਵੀ ਉਹ ਸੱਭਿਆਚਾਰ ਦੀਆਂ ਜੜ੍ਹਾਂ ਦੈਵੀ ਸੱਤਾ ਤੋਂ ਟੁੱਟ ਗਈਆਂ, ਤਾਂ ਇਹਦਾ ਮਤਲਬ ਉਹ ਸੱਭਿਆਚਾਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ। ਉਹ ਕਹਿੰਦਾ ਵੀ ਜਿਹੜੀ ਸ਼ਹਾਦਤ ਜਾਂ ਜਿਹੜੀ ਇਹ ਖਾਸ ਕਰ ਸੰਘਰਸ਼ ਵਾਲੀ ਗੱਲ, ਸੰਘਰਸ਼ ਉਹੀ ਧਿਰ ਕਰ ਸਕਦੀ ਹੈ ਜਿਹੜੀ ਨੂੰ ਦੈਵੀ ਸੱਤਾ ਵਿੱਚ ਯਕੀਨ ਆ। ਜਿਹਨੂੰ ਦੁਨਿਆਵੀ ਸੱਤਾ ਵਿੱਚ ਯਕੀਨ ਆ, ਉਹ ਸੰਘਰਸ਼ ਨਹੀਂ ਕਰ ਸਕਦੀ, ਉਹ ਡਰੂਗੀ ਉਸ ਸੱਤਾ ਤੋਂ, ਡਰੂ ਜਾਂ ਉਹਦੇ ਨਾਲ ਹਿੱਸੇਦਾਰ ਬਣ ਕੇ ਉਹਦਾ ਜਿਹੜੇ ਸੁੱਖ ਸਹੂਲਤਾਂ ਨੇ ਉਹ ਮਾਣੂ। ਜਿਵੇਂ ਹੁਣ ਪੰਜਾਬ ਦੀ ਜਿਹੜੀ ਸਾਰੀ ਰਾਜਨੀਤਿਕ ਧਿਰ ਹੈ, ਕਿਸੇ ਇੱਕ ਪਾਰਟੀ ਦੀ ਨਹੀਂ, ਸਾਰੀਆਂ ਹੀ ਪਾਰਟੀਆਂ ਦੀ, ਅਤੇ ਉਹ ਸਾਰੀਆਂ ਹੀ ਸੱਤਾ ਦਾ ਹਿੱਸਾ ਜਿਹਾ ਬਣ ਕੇ ਉਹ ਲੋਕਾਂ ਤੋਂ ਉਲਟ ਫੈਸਲੇ ਲਈ ਜਾ ਰਹੀਆਂ ਨੇ। ਤਾਂ ਇਸ ਤਰ੍ਹਾਂ ਇਸੇ ਕਰਕੇ ਸਮਾਜ ਦੀ ਜਿਹੜੀ ਦੁਰਦਸ਼ਾ ਉਹ ਹੋ ਰਹੀ ਹੈ। ਤਾਂ ਇਹ ਕੁਛ ਨੁਕਤੇ ਨੇ, ਹੈ ਨਾ। ਅੱਛਾ, ਇੱਕ ਗੱਲ ਇਹ ਕਿ ਸੱਭਿਆਚਾਰ ਆ ਜਿਹੜਾ, ਉਹਦੇ ਬਾਰੇ ਆਪਾਂ ਵੱਧ ਗੱਲ ਥੋੜ੍ਹੀ ਕਰੇ ਲਈ, ਉਹ ਇਹ ਹੁੰਦੀ ਹੈ ਕਿ ਉਹ ਨਿਆਰਾ ਹੁੰਦਾ। ਜੇ ਕੋਈ ਸੱਭਿਆਚਾਰ ਦੂਜੇ ਸੱਭਿਆਚਾਰ ਨਾਲ ਸਾਰੇ ਨੁਕਤਿਆਂ ਤੋਂ ਰਲਦਾ ਹੈ, ਤਾਂ ਇਹਦਾ ਮਤਲਬ ਉਹ ਵੱਖਰਾ ਨਹੀਂ ਹੈ। ਇਸ ਲਈ ਸੱਭਿਆਚਾਰ ਦਾ ਨਿਆਰਾਪਣ ਸਾਂਭਣਾ ਹੀ ਬਹੁਤ ਜ਼ਰੂਰੀ ਗੱਲ ਹੁੰਦੀ ਹੈ। ਜਿਹੜੀਆਂ ਪੀੜ੍ਹੀਆਂ ਆਪਣੇ ਸੱਭਿਆਚਾਰ ਦੇ ਨਿਆਰੇਪਣ ਦੀ ਸੰਭਾਲ ਦਾ ਉਦੇਸ਼ ਛੱਡ ਦਿੰਦੀਆਂ ਨੇ, ਤਾਂ ਉਹ ਖਤਮ ਹੋ ਜਾਂਦੀਆਂ ਨੇ। ਚਾਹੇ ਉਹ ਮਨੁੱਖੀ ਤੌਰ 'ਤੇ ਜਿਉਂਦੇ ਰਹਿਣ, ਉਹਨਾਂ ਦੀਆਂ ਪੀੜ੍ਹੀਆਂ ਆਉਂਦੀਆਂ ਜਾਂਦੀਆਂ ਰਹਿਣ, ਪਰ ਉਹ ਖਤਮ ਹੋ ਜਾਂਦੀਆਂ ਨੇ।
ਮਤਲਬ ਬਾਹਰਲੇ ਦੇਸ਼ਾਂ ਦੇ ਵਿੱਚ ਗਏ ਪੰਜਾਬੀਆਂ ਦੀਆਂ ਕਈ ਪਰਿਵਾਰਾਂ ਦਾ ਐਸਾ ਹਾਲ ਤੁਸੀਂ ਵੇਖ ਸਕਦੇ ਹੋ। ਇੱਕ ਇਹ ਨੁਕਤਾ ਹੁੰਦਾ ਕਿ ਜਿਹੜਾ ਸੱਭਿਆਚਾਰ ਹੈ ਇਹ ਪ੍ਰਤੀਕਾਂ 'ਤੇ ਆਧਾਰਿਤ ਹੁੰਦਾ। ਪ੍ਰਤੀਕ ਕੀ ਹੁੰਦੇ ਨੇ? ਸਿੰਬਲ ਨਾ, ਵੀ ਕੁਝ ਨਿਸ਼ਾਨ, ਜਿਵੇਂ ਹੁਣ ਬੋਲੀ ਅਤੇ ਲਿਪੀ ਹੈ, ਜਿਵੇਂ ਸੱਚ ਹੋ ਗਿਆ, ਜਾਂ ਜਿਵੇਂ ਹੁਣ ਮਾਨਤਾ ਹੁੰਦੀ ਹੈ ਅਸਲ ਵਿੱਚ ਪ੍ਰਤੀਕ ਕਿਸੇ ਚੀਜ਼ ਦੀ। ਜਿਵੇਂ ਹੁਣ ਰੁਪਈਆ ਜਾਂ ਡਾਲਰ ਹੈ, ਜੇ ਉਹਦੀ ਪ੍ਰਤੀਕਤ ਤੌਰ 'ਤੇ ਉਹ ਕੀਮਤ ਨਹੀਂ ਰਹੀ ਜਿਹਦੀ ਉਹਦੇ 'ਤੇ ਮੋਹਰ ਲੱਗੀ ਹੋਈ ਆ, ਮੰਨ ਲਓ ਹਕੂਮਤ ਹੀ ਟੁੱਟ ਜਾਂਦੀ ਆ, ਤਾਂ ਫਿਰ ਉਹ ਇੱਕ ਕਾਗਜ਼ ਰਹਿ ਗਿਆ, ਉਹਦੀ ਕੋਈ ਕੀਮਤ ਨਹੀਂ ਰਹੇਗੀ। ਅਤੇ ਇਸੇ ਤਰ੍ਹਾਂ ਸੱਭਿਆਚਾਰ ਦਾ ਜਿਹੜਾ ਸਾਰਾ ਪ੍ਰਬੰਧ ਹੁੰਦਾ ਵੀ, ਜਿਵੇਂ ਰਿਸ਼ਤਿਆਂ ਦਾ ਵੀ, ਕਿੱਤਿਆਂ ਦਾ ਵੀ, ਉਹ ਸਾਰਾ ਕੁਝ ਨਾਲ ਦੀ ਨਾਲ ਉਹ ਪਦਾਰਥਕ ਹੁੰਦਾ ਅਤੇ ਨਾਲ ਦੀ ਨਾਲ ਉਹ ਪ੍ਰਤੀਕਾਂ 'ਤੇ ਨਿਰਭਰ ਹੁੰਦਾ। ਤਾਂ ਇਸ ਲਈ ਜਦੋਂ ਅਸੀਂ ਕੁੱਲ ਰੂਪ ਦੇ ਵਿੱਚ ਵੇਖਦੇ ਹਾਂ ਤਾਂ ਸੱਭਿਆਚਾਰ ਦੇ ਕਿੰਨੇ ਹੀ ਨਿੱਕੇ ਨਿੱਕੇ ਲੱਛਣ ਨੇ। ਇਹਨਾਂ ਨੂੰ ਹੋਰ ਵੀ ਵਧੇਰੇ ਵਿਸਥਾਰ ਵਿੱਚ ਵੇਖਿਆ ਜਾ ਸਕਦਾ, ਪਰ ਹੁਣ ਜੇ ਅਸੀਂ ਇਹਨੂੰ ਬਿਲਕੁਲ ਸੰਕੋਚਣਾ ਹੋਵੇ ਤਾਂ ਉਹ ਇਹ ਹੈ ਕਿ ਸੱਭਿਆਚਾਰ ਉਹ ਸ਼ੈ ਹੁੰਦੀ ਹੈ, ਉਹ ਪ੍ਰਬੰਧ ਹੁੰਦਾ ਹੈ ਜਿਹੜਾ ਮਨੁੱਖ ਨੂੰ ਮਨੁੱਖ ਬਣਾਉਂਦਾ ਹੈ, ਅਤੇ ਉਸ ਦੇ ਜੀਵਨ ਦੇ ਸਾਰੇ ਤੱਤ, ਵਰਤਾਰੇ, ਗਿਆਨ, ਕਲਾ, ਵਿਸ਼ਵਾਸ, ਨੈਤਿਕਤਾ, ਰੂਹਾਨੀਅਤ, ਉਹ ਸਭ ਉਹਦੇ ਵਿੱਚ ਸ਼ਾਮਲ ਹੁੰਦੇ ਨੇ। ਜਿਹੜੀਆਂ ਪੀੜ੍ਹੀਆਂ ਜਾਂ ਮਨੁੱਖ ਉਹ ਸੱਭਿਆਚਾਰ ਦੇ ਰੂਹਾਨੀ ਜਾਂ ਕੇਂਦਰੀ ਤੱਤ ਤੋਂ ਦੂਰ ਹੁੰਦੀਆਂ ਗਈਆਂ, ਉਹ ਸੱਭਿਆਚਾਰ ਤੋਂ ਵੀ ਉਹਨਾਂ ਦੂਰ ਹੁੰਦੀਆਂ ਜਾਂਦੀਆਂ ਨੇ। ਜਿਹੜੀ ਕੋਈ ਉਹਦੇ ਵਿੱਚ ਸ਼ਾਮਲ ਹੋਈ ਜਾਂਦੀ ਹੈ ਤਾਂ ਉਹ ਉਸ ਸੱਭਿਆਚਾਰ ਨਾਲ ਜੁੜੀ ਜਾਂਦੀ ਹੈ। ਇੰਨੀਆਂ ਕੁ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।